खड़ा करके दूंगा। मेनू तो कहता है ਤੁਹਾਨੂੰ ਤਾਂ ਕਹਿ ਨਹੀਂ ਤੁਹਾਨੂੰ ਤਾਂ ਕਹਿ ਨਹੀਂ ਤੁਹਾਨੂੰ ਤਾਂ ਕਹਿ मैं तो ਨਹੀਂ सुनाऊंगा कादे वास्ते ਤੁਹਾਨੂੰ ਸੁਣਾਉਣਾ ਨਹੀਂ ਕੰਮ ਕਰਦਾ ਬੈਠੋ ਲੰਨਾ ਕਾਨੂੰਨ ਦੇ ਨਾਲ ਮੈਂ ਦੇਣਾ ਮੈਂ ਦੱਸ ਦਿੰਦਾ कुत्ता गुरु दा वजीर हराम दा, गुरु दा वजीर कुत्ता, गुरु दा वजीर हराम दा। ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਨਜ਼ਦੀਕ ਬਿਜਲੀ ਘਰ ਟਾਂਡਾ ਉੜਮੜ ਵਿਖੇ ਗੁਰੂ ਘਰ ਦੇ ਗ੍ਰੰਥੀ ਨਾਲ ਹੋਈ ਬਦਸਲੂਕੀ ਦਾ ਮਾਮਲਾ ਸਾਹਮਣੇ ਆਇਆ, ਜਿਸ ਵਿੱਚ ਗ੍ਰੰਥੀ ਜੋਤ ਸਿੰਘ ਨੇ ਦੱਸਿਆ ਕਿ ਮੈਨੂੰ ਜਾਤੀਵਾਚਕ ਅਪਸ਼ਬਦ ਬੋਲੇ ਗਏ ਅਤੇ ਗਾਲੀ ਗਲੋਚ ਕੀਤਾ ਗਿਆ। ਇਸ ਸੰਬੰਧੀ ਮਰਿਆਦਾ ਬਹਾਲ ਕਮੇਟੀ ਪੰਜਾਬ ਪ੍ਰਧਾਨ ਰਣਜੀਤ ਸਿੰਘ ਅਤੇ ਪੂਰੀ ਕਮੇਟੀ ਇਸ ਮਾਮਲੇ ਦੀ ਪੂਰੀ ਸੁਣਵਾਈ ਕਰਕੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ। ਆਓ ਦੇਖਦੇ ਹਾਂ ਇਹ ਪੂਰੀ ਰਿਪੋਰਟ। ਪੱਤਰਕਾਰ ਗੁਰਜੀਤ ਸਿੰਘ ਨਾਲ ਮੈਂ ਤੁਹਾਡਾ ਹੋਸਟ ਕਪਤਾਨ। गुरुद्वारा साहिब आए ਅਤੇ ਮੈਂ ਗ੍ਰੰਥੀ ਜੋਤ ਸਿੰਘ ਆਪਣੇ ਕਮਰੇ ਦੇ ਬਾਹਰ ਸੀ। ਮਲੂਕ ਸਿੰਘ ਅਤੇ ਭਜਨ ਸਿੰਘ ਨੇ ਮੇਰੇ ਨਾਲ ਗਾਲੀ ਗਲੋਚ ਅਤੇ ਬਦਸਲੂਕੀ ਕੀਤੀ ਅਤੇ ਜਾਤ ਵਿਵਾਦਤ ਸ਼ਬਦਾਵਲੀ ਵਰਤੀ ਅਤੇ ਮਲੂਕ ਸਿੰਘ ਨੇ ਹੱਥੀਂ ਪੈਣ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਮਲੂਕ ਸਿੰਘ ਦੇ ਪੁੱਤਰ ਸੁਰਿੰਦਰਪਾਲ ਸਿੰਘ ਨੇ ਵੀ ਗਲਤ ਸ਼ਬਦਾਵਲੀ ਵਰਤੀ। ਕਿਸੇ ਤਰੀਕੇ ਮੈਂ ਆਪਣਾ ਬਚਾਅ ਕੀਤਾ। ਮੇਰੀ ਇਸ ਸੰਸਥਾ ਨੂੰ ਬੇਨਤੀ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ। ਆਪ ਜੀ ਦਾ ਅਤੀ ਧੰਨਵਾਦੀ। ਜਗੀਰ ਸਿੰਘ, ਆਪਣੇ ਬਾਜ ਸਿੰਘ, ਕਮਲ ਕਮਲ ਜੀ ਸੈਕਟਰੀ ਸਾਹਿਬ ਦੇ ਦੋ ਘਰ ਜਸਵਿੰਦਰ ਸਿੰਘ ਜੀ। ਇਹਨਾਂ ਨੇ ਆਪਣੀ ਬੇਨਤੀ ਕਰਦਾ ਜਦੋਂ ਤੁਸੀਂ ਆਪਣੀ ਪ੍ਰੋਪਰਟੀ ਦੀ ਕੀਤੀ ਮੈਂ ਅਸਤੀਫਾ ਦੇ ਦਿੱਤਾ। इसलिए प्रयास तो साखी दे मैं कहे मैं प्रधान नहीं करता, मेरा शरीर ही काम करता, मैं नहीं करता। पहला 2-3 महीने मैं कहता रहा ना नहीं कोई मेरी सुनी तो मैं फिर लिया जो मेरे को पैसा तो मैं रखता नहीं कोई मैं लिया के बाकी जो ही चैक चुक जो लिस्ट लिया के इतने रख तुम मैं अपनी कमेटी बनाओ तो अपना काम इन्हों 2-3 महीने तक कमेटी नहीं बनाई। मैं कहा यार कमेटी तो तुम्हें बनानी चाहिए। मैं आसे पासे बात सिंह को कहा मैं कहा कमेटी तो तुम्हें बनानी चाहिए। कमेटी तो बना कितना गड्डी चलेगी गुरुद्वारे इन्हें फिर की किया 2-3 महीनों बाद मैंने कमेटी बनाई। मैं गुरुद्वारे वहाँ घट वध करता मेरा को मैं मोटरसाइकिल से आता मेरे को तुर के पैदल नहीं करवाया। कमेटी बनाई तो मैनू भी कह लगे भी थोड़ा भी नाम भी ले दिता। मैं क्या मैं कि जो अस्तीफा दे दिता तो मैं हूँ ना की करना मैंने तो लोड़ नहीं। कमेटी बनाई करी मैंने रजिस्टर वो मैं रजिस्टर वेख्या तो वो उत्ते ना पहला नाम ही जसविंदर सिंह मुख सेवादार उत्थे लिखा मुख सेवादार कर। मैं रजिस्टर वेख के मैं गया तो तुहानूं पता मुख सेवादार हुंदा कौन? मुख सेवादार वो होंगे जोड़ा डेरे का मालक होंगे जिदा बाबा जगतार सिंह बाबा गुरदयाल सिंह तुम मुख सेवादार नहीं ले सकते। तुम इतने प्रधान लिया मैं वो कट के मैं प्रधान दे दिता। थले आ गया मेरा नाम इनू कह सैन कर मैं क्या मैं मैंबर बन मैं जो प्रधानगी छड़ के मैं मैंबर ही करना। ये कहने लगे नहीं नहीं तुम बाहर होंगे तुम कभी आ गया तुम तुर गया कभी आ गया तुर गया। मैं सैन करते मैं सैन करके गई राजी जी घर चले गए।
ਇਹਨਾਂ ਕਮੇਟੀ ਪਤਾ ਨਹੀਂ ਮਹੀਨਾ ਚੱਲੀ 2 ਮਹੀਨੇ ਚੱਲੀ ਇਹਨਾਂ ਕਮੇਟੀ ਦੀ, ਫਿਰ ਉਹ ਕਮੇਟੀ ਭੰਗ ਕਰਤੀ। ਭੰਗ ਕਰਕੇ ਨਾ ਆਪ ਵੀ 5-7 ਬੰਦੇ ਚੰਗੇ ਜੋ ਬੀਬੀਆਂ ਹੋਣਗੀਆਂ ਜਾਏ ਹੋਣਗੇ, ਇਹਨਾਂ ਕਮੇਟੀ ਬਣਾ ਕੇ ਤੇ ਇੱਥੇ ਦੇਖ ਕੇ ਬਾਹਰਲੇ ਪਾਸੇ ਲਾ ਦਿੱਤੀ। ਮੈਨੂੰ ਇਹ ਸਰਦਾਰ ਬਲਦੇਵ ਸਿੰਘ ਕਹਿਣ ਲੱਗੇ ਤੂੰ ਉਹਨਾਂ ਯਾਰ ਸਾਨੂੰ ਕਮੇਟੀ 'ਚੋਂ ਕੱਢ ਦੇਣਾ ਤੇ ਕਮੇਟੀ ਤੋਂ ਨਾ ਹੋਰ ਬੰਦੇ ਹੋਰ ਜਨਾਨੀਆਂ ਪਾ ਲਈਆਂ ਬੰਦੇ ਹੋਰ ਕਰ ਲਿਆ ਆਪਣੇ। ਮੈਂ ਕਿਹਾ ਇਹਦੇ 'ਚ ਮੈਂ ਕੀ ਕਰ ਸਕਦਾ? ਇਹ ਤਾਂ ਉਹਨਾਂ ਨੂੰ ਸੋਚਣਾ ਚਾਹੀਦਾ ਸੀ ਜੇ ਕਮੇਟੀ ਭੰਗ ਵੀ ਕਰਨੀ ਨਵੀਂ ਬਣਾਉਣੀ ਬੰਦੇ 4 ਪਬਲਿਕ ਇਕੱਠੀ ਕਰਦੇ ਸੰਗਤ ਕਰਦੇ ਇਕੱਠੀ ਕਰਕੇ ਆਪਣੀ ਬਣਾਉਂਦੇ ਜਿਹੜੀ ਬਣਾਉਣੀ ਜਿਹੜੇ ਕੋਈ ਕਹਿੰਦਾ ਬਣਾ ਹੀ ਜਾਂਦੇ। ਉਹ ਕੰਮ ਨਿਬੜ ਗਿਆ। ਮੈਂ ਤਾਂ ਉਹਨਾਂ ਕਹਿੰਦਾ ਬੰਦ ਕੀਤਾ ਸੀ, ਇਹਨਾਂ ਦੀ ਤੈਸ਼ ਨੂੰ ਚੌਕੀ ਵੱਧ ਜ਼ਿਆਦਾ ਕੰਮ ਵੇ। ਉਹ ਪਿੱਛੇ ਬੂਟਿਆਂ ਦੇ ਅੰਬ ਅੰਬਾਂ ਦੇ ਬੂਟੇ ਸੀ, ਕੁਛ ਸਪੈਲਿਆਂ ਬੂਟਿਆਂ ਦੇ ਬੂਟੇ ਸੀ ਲਾਏ ਸੀ। ਇੰਨਾ ਵੱਡਾ ਟੁੱਕੀ ਕਰਤੀ ਅਸੀਂ ਨੇ ਕੋਈ ਇਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਵੱਡੇ ਤੇ ਕਿਉਂ ਕੀਤੇ? ਮਤਲਬ ਨਹੀਂ ਉਹਦਾ ਜਦੋਂ ਅਸੀਂ ਛੱਡ ਹੀ ਦਿੱਤਾ ਤਾਂ ਸਾਨੂੰ ਕੋਈ ਲੋੜ ਨਹੀਂ ਦਿੱਤਾ। ਇਸ ਗੁਰਦੁਆਰੇ ਇੱਕ ਐਡਾ ਕਮਰਾ ਜਿੱਦਾਂ ਕਿ ਇੱਥੇ ਭਾਈ ਦਿੰਦਾ, ਇੱਥੇ ਉਹਨੇ ਜੁੱਤੀ ਲਿਆਉਣੀ, ਇੱਥੇ ਉਹਨੇ ਸਭ ਕੁਝ ਅੰਦਰ ਵੜਨਾ, ਇੱਥੇ ਉਹਨੇ ਸਭ ਕੁਝ ਕਰਨਾ। ਮੈਨੂੰ ਸ਼ੁਰੂ ਤੋਂ ਗੱਲ ਦੱਸਣਾ। ਮੈਂ 2002 ਵਿੱਚ 2000 'ਚ ਆਇਆ ਮੈਂ ਮੇਰਾ ਪਿੰਡ ਡੱਡੀਆਂ। ਇੱਥੇ ਜਿਹੜੇ 4 ਸਰੀਰ ਸਾਡੇ ਮੈਨੂੰ ਕਹਿਣ ਲੱਗੇ ਸਾਡਾ ਪਿੰਡ ਵੀ ਲਗਾਇਆ ਸੀ ਗੁਰਦੁਆਰੇ ਆਉਣ ਜਾਣ ਦਾ, ਅਤੇ ਅਸੀਂ ਇੱਥੇ ਵੀ ਆਉਣਾ ਜਾਣਾ ਸ਼ੁਰੂ ਕਰਤਾ। ਇਹ ਮੈਨੂੰ ਕਹਿਣ ਲੱਗੇ ਵੀ ਤੁਸੀਂ ਇੱਥੇ ਰਹੋ ਅਤੇ ਪ੍ਰਧਾਨ ਬਣੋ ਅਤੇ ਸੇਵਾ ਸੁਵਾ ਕਰੋ ਅਤੇ ਕੋਈ ਚਲੋ ਗੁਰਦੁਆਰੇ ਦਾ ਕੋਈ ਬਣ ਜਾਏਗਾ। ਉਹ ਜ਼ਮਾਨੇ ਤੁਹਾਨੂੰ ਪਤਾ ਕਰਾਈਆਂ ਕੁੜੀਆਂ ਵੀ ਲੋਕ ਇੱਦਾਂ ਹੀ ਦਿੰਦੇ। ਇਹ ਸਾਰੀ ਜ਼ਮੀਨ ਹੀ ਪਈ ਪੱਧਰੀ। ਅਸੀਂ ਕੋਈ ਸਾਲ 2 ਸੇਵਾ ਕੀਤੀ ਅਤੇ ਮੇਰੇ ਪਿੱਛੇ ਪੈ ਗਏ ਬੰਦੇ ਕਹਿਣ ਲੱਗੇ ਵੀ ਤੁਹਾਡਾ ਸਾਲਾ ਸਾਹਿਬ ਬਾਬਾ ਸਰੂਪ ਸਿੰਘ ਅਤੇ ਤੁਸੀਂ ਉਹਨਾਂ ਨੂੰ ਗੁਰਦੁਆਰਾ ਦਿਓ ਕੋਈ ਬਣ ਜਾਏਗਾ। ਮੈਂ ਕਿਹਾ ਵੀ ਉਹ ਤਾਂ ਲੈਂਦੇ ਨਹੀਂ ਏਡੀ ਵੱਡੀ ਸੇਵਾ, ਉਹਨਾਂ ਕੀ ਲੈਣੀ? ਜੇ ਲੈਣਗੇ ਵੀ ਤਾਂ ਮੈਂ ਇਕੱਲੇ ਨਾਲ ਥੋੜ੍ਹੀ ਦੇ ਦੇਣੀ ਸੀ। ਤੁਹਾਡੀ ਜੇ ਸਾਰਿਆਂ ਦੀ ਰਾਇ ਹੀ ਹੈ ਨਾ, ਸਾਰਿਆਂ ਦੀ ਸਹਿਮਤੀ ਨਾਲ ਦੇਣੀ। 2-4 ਕਰੋੜ ਦੀ ਜਗ੍ਹਾ ਹੀ ਜਗ੍ਹਾ ਹੈ ਅਤੇ ਕਿਸੇ ਦੀ ਸਹਿਮਤੀ ਨਾਲ ਦੇਣੀ। ਇਹ ਕਹਿਣ ਲੱਗੇ ਜੀ ਨਹੀਂ ਦਿੱਤੀ ਦੇ ਦਿਓ। ਅਸੀਂ ਸਾਰਾ ਉੱਥੇ ਕਰਾ ਲਿਆ, ਲਿਖ ਪੜ੍ਹ ਤਹਿਸੀਲ ਨੂੰ ਐਫੀਡੇਵਿਟ ਬਣਾ ਲਿਆ ਸਾਰੇ। ਫਿਰ ਬਾਬਾ ਸਰੂਪ ਸਿੰਘ ਨੂੰ ਕਹਿ ਦਿੱਤਾ ਵੀ ਤੁਸੀਂ ਇੱਥੇ ਸੇਵਾ ਕਰ ਸਕਦੇ ਹੋ, ਜਿੰਨੀ ਮਰਜ਼ੀ ਕਰਾਓ, ਤੁਸੀਂ ਅੱਗੋਂ ਕਿਸੇ ਨੂੰ ਲਿਖ ਕੇ ਨਹੀਂ ਦੇ ਸਕਦੇ, ਬਾਕੀ ਜੋ ਮਰਜ਼ੀ ਇੱਥੇ ਤੁਸੀਂ ਕਰੋ। ਉਹਨਾਂ ਕਿਹਾ ਠੀਕ ਹੈ। ਉਹਨਾਂ ਨੂੰ ਦੇਖ ਕੇ ਉਹਨਾਂ ਆਪਣਾ ਕੰਮ ਜੋ ਕਾਰਵਾਈ ਕਰਨੀ ਸਿੰਘ ਰਹਿਣੇ ਤੇ ਕੰਮ ਤਾਂ ਕਰਨਾ ਹੀ। 40-50 ਗੱਡੀਆਂ ਉਹਨਾਂ ਨੇ ਕਰੀਆਂ ਸਤਾਈ। ਇਹਦੀ 4 ਦੁਆਰੀ 7 ਕਰਾਣਾ 4 ਦੁਆਰੀ ਕਰਾਈ, ਬੜੀ ਮੁਸ਼ਕਿਲ ਕਰਾਈ, ਸਾਨੂੰ ਪਤਾ ਜਿਤਨਾ ਕਰਾਈ। ਉਹ ਕਮਰੇ ਬਣਾਏ, ਇਹ ਹਾਲ 'ਤੇ ਸਾਰਾ ਲੈਂਟਰ ਪਾਇਆ, ਸਾਰਾ ਕੁਝ ਕੀਤਾ। ਉਹਨਾਂ ਨੂੰ ਵੀ ਆਈ ਮੇਰੇ ਪਿੰਡਾਂ 'ਚ ਮੇਰੇ ਬੇਟ 'ਚ ਸਾਡੇ ਲੋਕ ਇੱਕ ਦੂਜੇ ਦੀ ਇੱਜ਼ਤ ਕਰਦੇ ਨੇ। ਉਹਨਾਂ ਮੈਨੂੰ 3-4 ਜਥੇਦਾਰ ਦਿੱਤੇ, ਮੈਂ ਉਹਨਾਂ ਨੂੰ 3-4 ਲੱਖ ਤੋਂ ਉੱਤੇ ਰੁਪਈਆ ਇਕੱਠਾ ਕਰਕੇ ਦਿੱਤਾ। ਉਹ ਵਿੱਚ ਆਣ ਕੇ ਤੇ ਖਰਾਬੀ ਜੀ ਕਰਨ ਲੱਗ ਪਏ। ਮੈਂ ਲਾਈ ਲੱਗ, ਮੈਂ ਕਿਸੇ ਦੇ ਮੈਂ ਲਾਈ ਲੱਗ। ਜਿਹੜਾ ਬੰਦਾ ਮੈਨੂੰ ਕਵੇ ਬਾਬਾ ਰਾਤ ਨੂੰ 2-2:30 ਵਜੇ ਜਾਂਦਾ ਉੱਥੇ ਕਿਸੇ ਦੇ ਘਰ ਕੀ ਕਰਨ ਜਾਂਦਾ, ਪੁੱਛੋ ਇਹਨੂੰ। ਬਾਬਾ ਰਾਤ ਨੂੰ 2 ਮੈਂ ਜੇ ਮੇਰੇ ਵਾਹਿਗੁਰੂ ਜੀ ਕਾ ਖਾਲਸਾ। ਮੈਂ ਕਿਹਾ ਜੇ ਮੇਰਾ ਵੀ ਦਿਮਾਗ ਉਹ ਮਾੜਾ ਮੋਟਾ ਹੁੰਦਾ ਤਾਂ ਮੈਂ ਉਸ ਬੰਦਿਆਂ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਜੋ ਕਹਿੰਦੇ 2-2:30 ਵਜੇ, ਮੇਰਾ ਤਾਂ ਘਰ ਉੱਪਰ ਹੈ ਤਾਂ ਤੁਸੀਂ ਨਹੀਂ ਪੁੱਛ ਸਕਦੇ ਬਾਬੇ ਨੂੰ ਵੀ ਤੁਸੀਂ ਕੀ ਕਰਨਾ ਉਹਨਾਂ ਵੀ ਰਾਤ ਨੂੰ 2-2:30 ਵਜੇ। ਮੈਂ ਵੀ ਇਹਨਾਂ ਦੇ ਪਿੱਛੇ ਲੱਗ ਕੇ, ਮੈਂ ਤਾਂ ਸੰਗਤ ਦੇ ਪਿੱਛੇ ਲੱਗ ਕੇ ਮੈਂ ਬਾਬੇ ਸਰੂਪ ਸਿੰਘ ਨਾਲ ਵਿਗਾੜ ਲਈ। ਇੱਥੇ ਸੱਦੇ ਬਾਬੇ ਜੀ ਸੱਦੇ, ਸਾਰੀ ਪਬਲਿਕ ਇਕੱਠੀ ਹੋਈ, ਕੋਈ ਬੋਲਿਆ ਨਾ ਕੁਛ ਕਰ, ਮੇਰੀ ਤਾਂ ਬਾਬੇ ਜੀ ਤੂੰ ਮੈਂ ਹੋ ਗਈ। ਉਹ ਕਹਿਣ ਲੱਗੇ ਚੁੱਕੋ ਆਪਣੇ ਡੇਰੇ ਦਿੰਦਾ, ਚਲੋ ਅਸੀਂ ਮੈਂ ਕਿਹਾ ਚਲੋ ਕੰਮ ਵੀ ਵਧੀਆ ਹੋ ਗਿਆ। ਗੁਰਦੁਆਰਾ ਫਿਰ ਕੰਮ ਚੱਲਦਾ ਰਿਹਾ, ਜੋ ਵੀ ਜਿਵੇਂ ਸਾਡੇ ਕੋਲ ਪੈਸੇ ਆਏ, ਜਿਵੇਂ ਆਇਆ ਅਸੀਂ ਲਾਈ ਗਿਆ। ਕੋਈ ਤਰਲੇ ਮਿਲਦੇ ਲੋਕਾਂ ਦੇ ਵੀ ਕਰਨਾ, ਸਾਰੀ ਸੰਗਤ ਇਹ ਨਹੀਂ ਕਹਿੰਦਾ ਵੀ ਮੈਂ ਬੜਾ ਕੀਤਾ, ਲੋਕਾਂ ਸਹਿਯੋਗ ਨਾਲ ਦਿੱਤਾ ਤਾਂ ਮੈਂ ਕੀਤਾ। ਇੱਥੇ ਤੱਕ ਇਹ ਗੁਰਦੁਆਰੇ ਦਾ ਕੰਮ ਕੀਤਾ, ਗੁਰਮਤਿ ਸਾਹਿਬ ਸ਼ੁਰੂ ਕੀਤਾ, ਇਹਨੂੰ ਬਣਾਇਆ 4 ਦੁਆਰੀ ਬਾਬਾ ਕਰ ਗਏ, ਥੱਲੇ ਉੱਤੇ ਅਸੀਂ 4 ਇੰਚ ਆਪ ਕਰ ਲਈ। ਆ ਛੋਟੇ ਮੋਟੇ ਕੰਮ ਸੀ, ਟਹਿਲਾਂ ਸ਼ਹਿਲਾਂ ਲਵਾਉਣੀਆਂ, ਜੋ ਵੀ ਕਰਨਾ ਕਰਾਉਣਾ, ਨਿਸ਼ਾਨ ਸਾਹਿਬ ਕਰਨਾ, ਉਹ ਹੁੰਦਾ ਰਿਹਾ ਸਾਰਾ ਕੰਮ। ਇੱਥੇ ਸਾਨੂੰ ਇੱਕ ਨਿਸ਼ਾਨ ਸਾਹਿਬ ਬੰਦਾ ਚੜ੍ਹ ਗਿਆ ਸੀ,
ਝਾਵਾਂ ਦਾ ਇੰਗਲੈਂਡ ਤੋਂ ਸੀ, ਜੱਟ ਬਰਾਦਰੀ ਦਾ ਹੈ। ਉਹ ਨਿਸ਼ਾਨ ਸਾਹਿਬ ਸੀ 101 ਫੁੱਟ। ਅਸੀਂ ਇੱਥੇ ਲਾਉਣ ਲੱਗੇ, ਕਾਂਗਰਸ ਸਤਨਾਮ ਸਿੰਘ ਪੂਰਾ ਉਹਨਾਂ ਦਾ ਭਰਾ ਕਹਿਣ ਲੱਗਾ ਵੀ ਮੈਂ ਨਹੀਂ ਲੱਗਣ ਦੇਣਾ। ਜਿਹਦੇ 'ਚ ਕੋਈ ਤੁਸੀਂ ਇਹਦੀ ਨਿਸ਼ਾਨਦੇਹੀ ਇਹਦੀ ਤਕਸੀਮ ਨਹੀਂ ਕਰਾਉਂਦੇ, ਮੈਂ ਉਹਨਾਂ 'ਚ ਨਹੀਂ ਲੱਗਦਾ। ਇਹ ਬੜਾ ਮਾੜਾ ਕੰਮ ਹੈ। ਤਕਸੀਮ ਕਾਹਦੀ ਕਰਾਉਣੀ? ਹਾਂਜੀ, ਤਕਸੀਮ ਕਾਹਦੀ? ਇਹ ਖਾਤਾ ਇਹਨਾਂ ਦਾ ਸਾਂਝਾ ਸੀ ਨਾ ਤਿੰਨਾਂ ਚੋਂ ਭਰਾਵਾਂ ਦਾ, ਵਿੱਚ ਗੁਰਦੁਆਰੇ ਦੇ ਥੋੜ੍ਹਾ ਥੋੜ੍ਹਾ ਰਲਾ ਮਿਲਾ ਸੀ, 10 12 15 15 ਮਰਲੇ ਜਿੱਦਾਂ ਹੋਵੇ ਵਿੱਚ। ਉਹ ਜਿੰਨੇ ਜ਼ਿਕਰ ਹੁੰਦਾ ਉਹ ਕਹਾਂ ਮੈਂ ਤੁਹਾਡਾ ਨਿਸ਼ਾਨ ਸਾਹਿਬ ਨਹੀਂ ਲੱਗਣ ਦੇਣਾ। ਉਹ ਜਿਹੜਾ ਜੱਟ ਸੀ ਉਹ ਆ ਗਿਆ ਕੈਨੇਡਾ ਤੋਂ, ਉਹ ਕਹਿਣ ਲੱਗਾ ਜੇ ਤੁਸੀਂ ਨਿਸ਼ਾਨ ਸਾਹਿਬ ਨਹੀਂ ਲਾਉਣਾ ਤੇ ਭਾਈ ਮੈਂ ਚੁੱਕ ਕੇ ਲੈ ਜਾਂਦਾ, ਮੈਂ ਉਹ ਦੇ ਦੇਣਾ। ਕਾਮਰੇਡ ਨੂੰ ਜੁੰਦਾ ਇਹ ਆ ਗਿਆ ਕਿ ਦੇਖੋ ਤੁਸੀਂ ਇੱਥੇ ਜਿਹੜੀ ਚੀਜ਼ ਚਾੜ ਗਏ ਹੋ ਨਾ, ਤੁਸੀਂ ਗੁਰਦੁਆਰੇ ਚੁੱਕ ਨਹੀਂ ਸਕਦੇ। ਅਸੀਂ ਬਾਬਾ ਸੂਰ ਸਿੰਘ ਨਾਲ ਗੱਲ ਕੀਤੀ, ਪਰ ਇੱਦਾਂ ਦਾ ਉਹ ਨਿਸ਼ਾਨ ਸਾਹਿਬ ਕਹਿੰਦੇ ਨੇ ਵੀ ਲੈ ਜਾਓ। ਉਹ ਕਹਿਣ ਲੱਗੇ ਚਲੋ ਕੋਈ ਨਹੀਂ, ਝਗੜਾ ਨਾ ਕਰੋ, ਕੋਈ ਗੱਲ ਨਹੀਂ, ਜੇ ਉਹ ਲਿਜਾਂਦੇ ਤਾਂ ਲੈ ਜਾਂਦੇ ਜੀ ਆਪੇ ਲਾ। ਅਸੀਂ ਉਹਨਾਂ ਨੂੰ ਕਿਹਾ ਵੀ ਚਲੋ ਆਇਓ ਲੈ ਜਾਓ। ਉਹ ਆਏ, ਅਸੀਂ ਉਹ ਬੰਦੇ ਲੈ ਕੇ ਆਏ, ਨਿਸ਼ਾਨ ਸਾਹਿਬ ਦੇ ਤਾਂ ਲੈ ਗਏ ਆਪੇ। ਮੁੜ ਕੇ ਕੰਮ ਸਾਰਾ ਚੱਲਦਾ ਰਿਹਾ, ਚਲਾਉਂਦਾ ਰਿਹਾ। ਮੈਂ ਪ੍ਰਧਾਨਗੀ ਛੱਡ ਦਿੱਤੀ, ਇਹਨਾਂ ਦੀ ਬਣੀ ਨਹੀਂ ਆਪਸ ਵਿੱਚ। ਹੁਣ ਜਿਹੜੀ ਗੱਲ ਹੈ ਪਰਸੋਂ ਦੀ ਗੱਲ ਹੈ, ਗੱਲ ਤੋਂ ਜਿਹੜੀ ਗੱਲ ਸ਼ੁਰੂ ਹੋਈ ਉਹ ਗੱਲ ਤੋਂ ਸ਼ੁਰੂ ਕਰੋ ਨਾ। ਕਿਹੜੀ ਗੱਲ ਤੋਂ ਸ਼ੁਰੂ ਗੱਲ ਕਰੋ? ਇਹ ਬਲਦੇਵ ਸਿੰਘ ਦੇ ਘਰ ਗਏ 5-7 ਜਨਾਨੀਆਂ ਤੋਂ 1-2 ਬੰਦੇ, ਮੈਨੂੰ ਨਹੀਂ ਪਤਾ ਕਿੰਨੇ ਗਏ ਨੇ ਕਿੰਨੇ ਨਹੀਂ ਗਏ। ਗੁਰੂ ਘਰ ਦਾ ਹੀ 6 ਲੱਖ ਰੁਪਈਆ ਜਮ੍ਹਾਂ ਅਸੀਂ ਮੇਰੀ ਪ੍ਰਧਾਨਗੀ 'ਚ ਹੋਇਆ ਜਮ੍ਹਾਂ। ਇਹਨਾਂ ਜਦੋਂ ਆਪਣਾ ਲੰਗਰ ਆਲ ਸ਼ੁਰੂ ਕੀਤਾ, ਜਾਏ ਵੀ ਕੋਈ ਨੀਂਹ ਪੱਥਰ ਰੱਖਿਆ, ਜਾਂ ਨਾ ਕੁਛ ਰੱਖਿਆ, ਸਾਨੂੰ ਇਹਨਾਂ ਪੁੱਛਿਆ ਨਹੀਂ, ਸਾਨੂੰ ਇਹਨਾਂ ਕੀਤਾ ਹੈ। ਅਸੀਂ ਨੀਂਹ ਪੱਥਰ ਰੱਖਣ ਲੱਗੇ ਹਾਂ ਜਾਂ ਕੁਝ ਰੱਖਣ ਲੱਗੇ ਹਾਂ। ਗ੍ਰੰਥੀ ਦਾ ਕੰਮ ਹੁੰਦਾ ਹੈ, ਗ੍ਰੰਥੀ ਕਮੇਟੀ ਦੇ ਅੰਦਰ ਹੁੰਦਾ। ਇਹ ਨਹੀਂ ਹੁੰਦਾ ਕਿ ਕਮੇਟੀ ਗ੍ਰੰਥੀ ਦੇ ਅੰਦਰ ਹੋਵੇ। ਜੋ ਗ੍ਰੰਥੀ ਕਹੇਗਾ ਉਹ ਹੀ ਹੋਏਗਾ। ਕਮੇਟੀ ਜੋ ਮਰਜ਼ੀ ਕਰਦੀ ਰਿਹਾ, ਉਹ ਨਹੀਂ ਗੱਲ ਮੁੱਕਣੀ। ਇਹਨਾਂ ਸਾਰਾ ਕੰਮ ਕਰ ਲਿਆ। ਜਦੋਂ ਤੁਸੀਂ ਕਰ ਲਿਆ, ਤੁਹਾਨੂੰ ਕਿਸੇ ਨੇ ਕੋਈ ਤੁਹਾਨੂੰ ਆਣ ਕੇ ਕਿਹਾ ਕੋਈ ਵੀ ਤੁਸੀਂ ਕਿਉਂ ਇਹ ਕੰਮ ਕਰਨ ਲਿਆ, ਕੀ ਕਰਦੇ ਪਏ? ਸਾਰਾ ਕੁਝ ਹੋ ਗਿਆ। ਜਦੋਂ ਹੋ ਗਿਆ, ਜੋ ਕੋਈ ਗਰਾਈਆਂ ਲੋਕਾਂ ਕੋਲ ਬਣਦੀਆਂ ਸਾਦੀਆਂ ਲੋਕਾਂ ਦੇ ਦਿੱਤੀਆਂ। ਉਹ ਜਦੋਂ ਆ ਗਈ ਮੁੜ ਕੇ ਉਹ 6 ਲੱਖ ਵਾਲੀ ਗੱਲ। ਇੱਕ ਪਾਸੇ ਤਾਂ ਤੁਸੀਂ ਸਾਨੂੰ ਗੁਰਦੁਆਰੇ ਅੰਦਰ ਨੂੰ ਬੁਲਾਉਂਦੇ ਨਹੀਂ, ਕਿਤੇ ਪਾਣੀ ਨਹੀਂ ਪੁੱਛਦੇ, ਕਿਤੇ ਧਾਨੀ ਨਹੀਂ ਪੁੱਛਦੇ, ਕਿਤੇ ਪ੍ਰਸ਼ਾਦ ਨਹੀਂ ਪੁੱਛਦੇ, ਕਿਤੇ ਬਹਿੰਦੇ ਨਹੀਂ, ਚਾਹ ਪੀ ਲਓ ਜਾਂ ਕੁਝ ਕਰ ਲਓ। ਜਦੋਂ ਬਾਬਾ ਜੀ ਆਪਾਂ ਸੇਵਾ ਮੁਕਤ ਹੋ ਗਏ, ਹਾਂਜੀ ਹਾਂਜੀ, ਤੁਹਾਡਾ ਫਰਜ਼ ਬਣਦਾ ਸੀ ਕਿ ਜਿਹੜਾ 6 ਲੱਖ ਰੁਪਇਆ ਅਕਾਊਂਟ ਦੇ ਵਿੱਚ ਆ ਉਹ ਨਵੀਂ ਕਮੇਟੀ ਨੂੰ ਸੌਂਪਣਾ। ਐਸੀ ਕੋਈ ਨਹੀਂ, ਬੇਨਤੀ ਸੁਣੋ। ਅੱਛਾ ਦੱਸੋ ਠੀਕ। ਇਹਦਾ ਮਤਲਬ ਇਹ ਹੋ ਗਿਆ ਵੀ ਮੈਂ ਉਹਦਾ ਛੱਡਤਾ, ਮੈਂ ਕਬਜ਼ਾ ਨਹੀਂ ਛੱਡਣਾ। ਮੈਂ ਨਹੀਂ ਸੁਣ ਜਮੀ ਬੇਨਤੀ ਚਲੋ ਤਾਂ ਕਰੋ ਗੱਲ ਕਰ। ਮੈਂ ਉਹਦਾ ਛੱਡ ਦਿੱਤਾ, ਮੈਂ ਪ੍ਰਧਾਨ ਨਹੀਂ। ਪਰ ਜਿਹੜਾ 6 ਲੱਖ ਰੁਪਇਆ ਆ ਵੀ ਉਹ ਮੇਰੇ ਕੋਲ ਹੀ ਰਹਿਣਾ। ਇਹਦਾ ਮਤਲਬ ਇਹ ਹੋ ਗਿਆ। ਸੁਣਿਓ ਮੇਰੀ ਗੱਲ। ਠੀਕ ਠੀਕ। ਜਦੋਂ ਤੁਸੀਂ ਇੱਥੋਂ ਗ੍ਰੰਥੀ ਮੰਨ ਲਓ ਉੱਤੇ ਲੈ ਜਾਂਦਾ, ਗ੍ਰੰਥੀ ਆਪਣਾ ਕਬਜ਼ਾ ਤਾਂ ਨਾਲ ਹੀ ਲੈ ਕੇ ਜਾਂਦਾ ਨਾ, ਵੀ ਮੈਂ ਛੱਡ ਕੇ। ਹੁਣ ਇੱਕ ਗ੍ਰੰਥੀ ਕਹੇ ਮੈਂ ਤੁਹਾਡੀ ਡਿਊਟੀ ਨਹੀਂ ਕਰਨੀ, ਪਰ ਮੈਂ ਮਕਾਨ ਨਹੀਂ ਛੱਡਣਾ, ਤੁਸੀਂ ਕੀ ਕਹੋਗੇ? ਕਰੋ ਗੱਲ। ਤੁਸੀਂ ਕੀ ਕਹੋਗੇ? ਨੰਬਰ 2 ਤੇ ਜਿਹੜੀ ਮੌਜੂਦਾ ਕਮੇਟੀ ਆ, ਉਹਨੂੰ ਆਪਾਂ ਕਹਿੰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰੂ ਦਾ ਪ੍ਰਬੰਧ ਚਲਾਉਣ ਵਾਲੀ ਕਮੇਟੀ। ਜਿਹੜਾ ਉਹਨਾਂ ਨੂੰ ਕਿਸੇ ਚੀਜ਼ ਦੀ ਇੱਥੇ ਘਾਟ ਲੜਕਦੀ ਆ, ਜੇ ਹੁਣ ਘਰ ਘਰ ਪੁੱਛਣ ਜਾਣਗੇ, ਜਿੰਨੇ ਮੂੰਹ ਉਨੀਆਂ ਗੱਲਾਂ। ਇਹ ਗੱਲ ਸਹੀ ਹੈ ਨਾ? ਮੈਂ ਗਲਤ ਨਹੀਂ ਗੱਲ ਕਰੂੰਗਾ। ਅਸੀਂ ਰੋਜ਼ ਵਿਚਰਦੇ ਇਸ ਕੰਮ। ਇੰਟਰਸਟ ਨਹੀਂ ਲੈਂਦਾ ਆਪਣੇ ਕੋਲ, ਕਿਉਂ ਪੁੱਛੀਏ? ਕਹਿੰਦੇ ਗੁਰੂ ਘਰ ਆਉਣਾ ਹੀ ਬੰਦ ਕਰ ਦਿੱਤਾ, ਘੱਟ ਕਰ ਦਿੱਤਾ। ਅਗਲਾ ਕਹਿੰਦਾ ਇੰਟਰਸਟ ਨਹੀਂ ਲੈਂਦਾ, ਆਪਾਂ ਜੇ ਪੁੱਛਾਂਗੇ ਯਾਰ ਅਗਲਾ ਗੱਲ ਨਾ ਕਰੇ। ਨੰਬਰ 2 ਤੇ ਭਾਈ ਸਾਹਿਬ ਜੀ, ਮੈਂ ਤੁਹਾਨੂੰ ਬੇਨਤੀ ਕਰਨਾ ਇਸ ਗੱਲ ਦੀ, ਅਸੀਂ ਜਿਹੜੇ ਗੱਲ ਤੇ ਆਏ ਆ ਵੀ ਤੁਸੀਂ ਗ੍ਰੰਥੀ ਸਿੰਘ ਨੂੰ ਜਿਹੜੀ ਗਾਲੀ ਗਲੋਚ ਕੀਤੀ ਉਹ ਕਿਸ ਗੱਲ ਤੋਂ? ਉਹ ਤਾਂ ਫਿਰ ਉਹ ਵੀ ਸੁਣੋ, ਉੱਥੇ ਆ, ਉਹ ਵੀ ਸੁਣ ਲਓ। ਹਾਂਜੀ, ਇਹਦੇ ਘਰ ਗਏ ਬੰਦੇ, ਬਲਦੇਵ ਸਿੰਘ ਦੇ ਘਰ ਬੀਬੀਆਂ ਗਈਆਂ। ਮੈਨੂੰ ਕਰ ਲੱਗੀ ਗੱਲ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ ਫਤਿਹ। ਭਾਈ ਸਾਹਿਬ ਅਸਤੀਫਾ ਦੇ ਗਏ, ਪ੍ਰਬੰਧ ਚੱਲਦਾ ਰਿਹਾ ਜੀ। ਇਹਨਾਂ ਨੂੰ ਪ੍ਰਧਾਨ ਬਣਾਤਾ ਜੀ। ਅਸੀਂ ਸੇਵਾਦਾਰ ਹੈਗਾ ਜੀ। ਬਲਦੇਵ ਸਿੰਘ, ਭਾਈ ਸਿੰਘ, ਕੀਰਤ ਸਿੰਘ, ਬਾਜ ਸਿੰਘ, ਅਸੀਂ ਸੇਵਾਦਾਰ ਹੈਗੇ।
ਇੱਥੇ ਕੀ ਹੋਇਆ ਕਿ ਪੰਜਵੇਂ ਪਾਤਸ਼ਾਹ ਸ਼ਹੀਦੀ ਦਿਵਸ ਆ ਗਏ, ਅਸੀਂ ਸੁਖਮਨੀ ਸਾਹਿਬ ਸ਼ੁਰੂ ਕੀਤੇ ਅੰਦਰ। ਲਾਕਡਾਊਨ ਲੱਗਾ ਸੀਗਾ ਤੇ ਸਪੀਕਰ ਬਾਹਰਲਾ ਬੰਦ ਤੇ ਅੰਦਰਲਾ ਲਾ ਕੇ ਕਰਦੇ ਹੁੰਦੇ ਸੀ। 5-7 ਦਿਨ ਕੀਤਾ ਹੋਣਾ ਤੇ ਇਹ ਭਾਈ ਸਾਹਿਬ ਇਹ ਗਏ ਸੀ ਬਾਹਰ, ਇਹ ਆਏ 4 ਵਜੇ। ਅਸੀਂ 2 ਅਸ਼ਟਪਦੀਆਂ ਕੀਤੀਆਂ ਸੀ, ਇਹ ਆ ਕੇ ਆਪਣੇ ਕਮਰੇ 'ਚ ਲੰਮੇ ਪੈ ਗਏ, ਇਹ ਅੰਦਰ ਨਹੀਂ। ਹੁਣ ਤੁਸੀਂ ਦੱਸੋ ਗ੍ਰੰਥੀ ਦਾ ਕੀ ਮਤਲਬ ਹੈ? ਜਿਹੜਾ ਗ੍ਰੰਥੀ ਗੁਰਦੁਆਰਾ ਸਾਹਿਬ ਦਾ, ਅਸੀਂ ਸੁਣਨਾ ਕੀਤਾ, ਅਰਦਾਸ ਬੇਨਤੀ ਕੀਤੀ, ਹੁਕਮਨਾਮਾ ਲਿਆ ਤੇ ਅਸੀਂ ਚਲੇ ਗਏ, ਅਸੀਂ ਨਹੀਂ ਬੁਲਾਇਆ। ਦੂਜੇ ਦਿਨ ਫਿਰ ਅਸੀਂ ਆਏ, ਭਾਈ ਸਿੰਘ ਨਾਲ ਹੀ ਸੁਖਮਨੀ ਸਾਹਿਬ ਕੀਤਾ। ਅਸੀਂ ਗੁਰਦੁਆਰਾ ਸਾਹਿਬ ਐਂਟਰ ਹੋਏ ਆ, ਇਹ ਸਕੂਟੀਆਂ ਚੱਕੀਆਂ, ਇਹ ਚਲੇ ਗਏ ਗੁਰਦੁਆਰਾ ਸਾਹਿਬ। ਅਸੀਂ ਸੁਖਮਨੀ ਸਾਹਿਬ ਕੀਤਾ, ਹੁਕਮਨਾਮਾ ਲਿਆ ਤੇ ਅਸੀਂ ਘਰਾਂ ਨੂੰ ਚਲੇ। ਫਿਰ ਇਹ ਬਾਹਰ ਘਰ ਦੀ ਸੇਵਾ ਚੱਲਦੀ ਸੀ, ਬਾਹਰ ਪਾਰਕ ਦੀ। ਮੈਂ ਕਿਹਾ ਬਾਬਾ ਜੀ ਕੀ ਗੱਲ ਤੁਸੀਂ ਅੰਦਰ ਨਹੀਂ ਆਏ? ਆਖਿਰ ਅਸੀਂ ਫੁੱਲ ਲੈਣ ਚਲੇ ਗਏ ਸੀ। ਚਲੋ ਠੀਕ ਹੈ, अब मैं बुलाना ही छड्डता, मैं यार जब ये आना ही अंदर की लेना कोई लेना। ये मेरे संधू साहब है जी, सरदार जसविंदर सिंह मौजूदा प्रधान। इन्होंने नाल गल की, इन्होंने पग ग्रंथी सिंह का लिया, साडा नहीं लिया। ठीक है, मैं कहा मैं तो आया नहीं कर, पहली कमेटी वह हिस्सा से मैं भी नहीं आता रहा। फिर मैंने बंदे कई ने कहा नहीं गुरु घर नहीं छड़ना, गुरु घर जाना। मैं ठीक है जी, मैं गुरु घर आया करूँगा, जिन्नी मेरे तो सेवा हो मैं कराया करूँ। मैं मुड़ के आने लग पाया। इन्होंने ऐतवार का दिन इतने इन्होंने आप ही कमेटी बना ली, सानू किसी ने दसिया ऐतवार दिन वो मैनू दिता बाहर कढ़। मैं सैकटरी सी, जसविंदर सिंह बन गया प्रधान, कमलजीत बन गया सैकटरी, सरदार बाज सिंह बन गया खजानची, भाटिया साहब वो दुनिया च नहीं रहे। चलो 2 बीबियां इन्होंने मैंबर पा लिया। अयो शाम को मत्था टेकन आए, सारी रात जी सवेरे और शामी गुरद्वारा साहब आने। बाहर नोटिस बोर्ड से असी लैमीनेशन किया, कागज पढ़िया हो पढ़िया, मैं बाकी बात नहीं पढ़ी। सिर्फ प्रधान सैकटरी तो मैं सरदार भजन सिंह मैं कहना तो कमेटी पाई नवी बनी, संत बाहर कढ़, साढ़े मतलब भी कोई नहीं रह गया। हूँ तो असी इन्हों कुछ नहीं किया, कादी वास्ते झगड़ा करिए, अहदेदारी वास्ते झगड़ा करना, असी नहीं इन्होंने पुछते रहे। इन्होंने आप ही लंगर आ शुरू किया, आके हूँ आ गए 6 लाख देगा। हूँ तुम पतवंत सज्जन आए हो, इन्होंने मैं बार बार बेनती की, मैं थोड़ी कमेटी का हिस्सा नहीं गा, मैं थोड़े चैक पर साइन नहीं कर सकता। तो साइन होने या प्रधान के होने, सैकटरी और खजानची के होने। ये निकल के बाहर अं रह गए 2 मैंबर बैंक के, बलदेव सिंह और जसविंदर सिंह। हूँ मैनू कमेटी ने बाहर का शंट आउट कर दिता, कला रहेगा जसविंदर सिंह, ये पैसे नहीं कढ़ा सकता। ये जो फिर तुम कमेटी तो बाहर ही हो गए, तो तुम मतलब उसे बैंक से ना कटाओ अपना। वो सदा सुन लो मेरी गल, हूँ सुन लो मेरी अपने बंदे होर विच पाओ। नहीं तू सुन लो गल मेरी, हूँ सुन लो गल। मैं हूँ इन्होंने काहदे वास्ते कहा, मेरा मैं तेन खुद कहा, मैं कहा भाई हूँ तुम अपनी कमेटी अपने मैंबर पा के तो मता पा के बैंक दो, तो अपने पैसे कढ़ो, सानू मतलब कोई नहीं होता। ठीक है ना जी। इन्होंने किया, मैं 2-3 बार इन्होंने समझाया, नहीं समझे मेरी गल भी। इन्होंने भी शायद भी ये धोखा करता साढ़े। मैं जब कमेटी तो मैंबर ही नहीं आ, ना तो मैंबर आ, ना मैं सैकटरी आ, ना मैं खजानची आ, मैं तो पैसे काहते चैक कर। मैं 400 भी मैं इन्होंने पिछे मैं अपना घर बर्बाद कर देवां, मैं अपनी हिस्ट्री नहीं दस सकता। मैं अपना घर बर्बाद कर लिया, 2 बच्चे से 18.5 साल का चले गए, घर दी चले गई और रह गया मैं कला। और मैनू इन्होंने इन्ना डिमोरलाइज किया। परसों 19 तरीक को मैं घर नहीं सीगा, अपने घर मैं बाहर सीगा। करो करो बाबा जी गल करो। 13-14 बंदे मेरे घर, मेरा कला बच्चा घर सीगा। असीं गए सी बाहर किते गड्डी लैके, जदों आए तो मेरे घर के मोहरे 14-15 बंदे खड़े, बीबियां सन। साढ़े होश किसी तो कोई घर जाए बंदा पहला सुझा दे, तुहाडे घर असीं आउणा। असीं पहले डोले बाहर बह गड्डी अंदर लाई, गलबात की, कहते तू चैक ते साइन कर। मैं काहते साइन करा? दसो मैं तू 420 अंदर करवाना। मैं 40 साल सरकारी नौकरी की सरदार जी, ठीक है, मैनू सारे कानूनों का पता। मैं उन्होंने कहा भी, मैं कहा तू संविधान पढ़िया, गुरुद्वारा एक्ट पढ़िया, वो की कहता है,
ਮੈਂ ਕਿਹਾ ਮੈਂ ਤੁਹਾਡੀ ਕਮੇਟੀ ਦਾ ਹਿੱਸਾ ਨਹੀਂ, ਮੈਂ ਤੁਹਾਡੇ ਚੈੱਕ ਤੇ ਸਾਈਨ ਨਹੀਂ ਕਰ ਸਕਦਾ, ਮੈਂ ਇਹਨੂੰ ਨਾ ਅੰਦਰ ਕਰਾਓ ਨਾ ਨਹੀਂ ਮੈਂ ਕਰ ਸਕਦਾ। ਮੇਰੇ ਘਰ ਲੜ ਕੇ ਆਏ, ਮੈਨੂੰ ਬੈ ਦੁਆਵਾਂ ਦੇ ਕੇ ਆਏ, ਕਹਿੰਦੇ ਤੇਰੇ ਤੇ ਲੱਗਣੇ ਪੈਸੇ ਸਾਰੇ, ਔਰ ਗੁਰਦੁਆਰੇ ਦੇ ਪੈਸੇ ਬੈਂਕ 'ਚ ਪਏ ਨਾ ਕਿ ਮੇਰੇ ਘਰ ਪਏ ਜੀ। ਉਹ ਕਹਿੰਦੇ ਤੇਰੀ ਅਰਦਾਸ ਕਰਨੀ ਜਾ ਕੇ। ਮੈਂ ਕਿਹਾ ਤੁਸੀਂ ਕਰਦੇ ਮੈਂ ਵੀ ਕਰ ਦੂੰਗਾ। ਮੇਰੀ ਘਰ ਦੀ ਰਾਤ ਸੁੱਤੀ ਨਹੀਂ, ਔਰ ਮੈਂ ਨਹੀਂ ਰਾਤ ਸੁੱਤਾ, ਰੋਟੀ ਨਹੀਂ ਖਾਧੀ, ਮੇਰਾ ਮੁੰਡਾ ਨਹੀਂ ਸੁੱਤਾ। ਅਸੀਂ ਸਾਨੂੰ ਪਤਾ ਕਿੱਦਾਂ ਦਿਨ ਕੱਟਦੇ ਆ। ਔਰ ਇਹ ਭਾਈ ਸਾਹਿਬ ਜੀ ਸੀਗੇ ਉੱਥੇ? ਨਹੀਂ ਬਾਬਾ ਨਹੀਂ ਗਏ। ਸੁਣ ਲਓ ਨਾ ਗੱਲ ਹੁਣ, ਨਹੀਂ ਗੱਲ ਪਤਾ ਨਹੀਂ ਕਿਹਨੇ ਭੇਜੇ ਕਿ ਮੈਨੂੰ ਨਹੀਂ ਪਤਾ ਕਿਹਨੇ ਭੇਜੇ ਆ। ਔਰ ਮੇਰਾ ਭਤੀਜਾ ਫਿਰ ਬਾਹਰੋਂ ਆ ਗਿਆ, ਕਹਿੰਦਾ ਨਹੀਂ ਚਾਚਾ ਸਾਈਨ ਕਰ ਦੇ ਜੋ ਮਰਜ਼ੀ ਕਰ ਦੇ। ਅੱਛਾ ਉਸ ਤੋਂ ਬਾਅਦ ਮੇਰੇ ਕੋਲ ਗਏ ਮੁੰਡਾ ਲਵ ਤੇ ਡਾਕਟਰ ਸਾਹਿਬ ਭਾਟੀਆ ਸਾਹਿਬ। ਰਾਤ ਨੂੰ ਅਸੀਂ ਲੰਮੇ ਪੈ ਜਾਂਦੇ, ਅਰਲੀ ਦਾ ਸ਼ਾਮੀ ਪੈ ਜਾਂਦੇ, ਤੜਕੇ ਉੱਠਣਾ ਹੁੰਦਾ ਸੀ, ਅਸੀਂ ਆਪਣਾ ਨਿਤਨੇਮ ਕਰਨਾ ਹੁੰਦਾ। ਇਹ ਕਹਿੰਦੇ ਵੀ ਸਵੇਰ ਨੂੰ ਗੁਰਦੁਆਰੇ ਆਓ ਤੇ ਆਪਣੀ ਡਿਊਟੀ ਸੰਭੋ ਤੇ ਆਪਾਂ ਕਿਸੇ ਦਾ ਗੁਰਦੁਆਰੇ ਦੇ ਪੈਸੇ ਕਢਾ ਕੇ ਤੇ ਲੈਂਟਰ ਪਾ ਦਈਏ। ਮੈਂ ਕਿਹਾ ਜੀ ਠੀਕ ਆ ਜਾਊਂਗਾ। ਮੈਂ ਇਹਨਾਂ ਨੂੰ ਟੈਲੀਫੋਨ ਤੇ ਕੀਤੀ ਗੱਲ, ਮੈਂ ਕਿਹਾ ਵੀ ਇੱਦਾਂ ਕਰਕੇ ਉਹ ਕਹਿੰਦੀ ਮੇਰੇ ਕੋਲ 2 ਬੰਦੇ ਆਏ ਸੀਗੇ ਤੇ ਤੁਸੀਂ ਗੁਰਦੁਆਰੇ ਸਾਹਿਬ ਸਵੇਰ ਨੂੰ ਆਉਣਾ। ਸਰਦਾਰ ਭਜਨ ਸਿੰਘ ਨੂੰ ਮੈਂ ਬੇਨਤੀ ਕੀਤੀ, ਮੈਂ ਤੁਸੀਂ ਵੀ ਸਵੇਰ ਨੂੰ ਗੁਰਦੁਆਰਾ ਸਾਹਿਬ ਇੱਥੇ ਚਾਹ ਪਾਣੀ ਹੋਇਆ, ਚਾਹ ਪਾਣੀ ਪੀਤਾ ਤੇ ਅਸੀਂ ਉੱਥੇ ਬਾਹਰ ਬਹਿ ਗਏ ਤੇ ਉੱਥੇ ਗੱਲਬਾਤ ਉਹ ਮੁੰਡੇ ਨੇ ਕੀਤੀ ਜਿਹਨੇ ਸਾਨੂੰ ਸੱਦ ਕੇ ਲਿਆ। ਉਹ ਕਹਿੰਦਾ ਵੀ ਆਪਾਂ ਗੁਰਦੁਆਰਾ ਝਗੜਾ ਨਿਬੇੜਨਾ, ਫਿਰ ਤੁਸੀਂ ਗੁਰਦੁਆਰਾ ਸਾਹਿਬ ਦੀ ਕਮੇਟੀ ਜਿਹੜੀ ਆ ਉਹ ਆਪਣੇ ਬੰਦੇ ਸਟੈਂਡ ਕਰੋ ਤਾਂ ਪੈਸੇ ਕਢਾਓ ਤੇ ਲਵਾਓ। ਇਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਪਹਿਲੇ ਇਹ ਕਮੇਟੀ ਸਟੈਂਡ ਕਰਕੇ ਆਪਣੇ ਪੈਸੇ ਤੁਸੀਂ ਕਢਾ ਲਓ, ਆਪਣੇ ਲਵਾ ਲਓ, ਉਸ ਤੋਂ ਬਾਅਦ ਸਾਨੂੰ ਕੱਢ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਇਹ 'ਚ ਕੋਈ ਮਾਰਤਾ ਦੀ ਗੱਲ ਕਹੀ। ਫਿਰ ਇਹਨਾਂ ਨੇ ਕਿਹਾ, ਕਹਿੰਦੇ ਬਾਬਾ ਸਾਡੇ ਘਰ ਗਰਾਹ ਨਹੀਂ ਲੈਣ ਗਿਆ, ਸਾਰੇ ਮਹੱਲੇ 'ਚ ਲਿਆ, ਕੋਈ ਮੇਰਾ ਘਰ ਛੱਡਿਆ ਤੇ ਇਹਨਾਂ ਦਾ ਘਰ ਛੱਡ ਗਿਆ। ਇਹਨਾਂ ਨੇ ਇੱਥੇ 2 ਕਮੇਟੀਆਂ ਬਣਾਈਆਂ ਜੀ ਇੱਥੇ, ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ, ਇੱਕ ਨੌਜਵਾਨ ਸਭਾ ਪ੍ਰਬੰਧਕ ਕਮੇਟੀ ਬਣਾਈ ਹੈ ਜੀ। ਇਹ 'ਚ ਬੱਚੇ ਹੀ ਆ ਇਕੱਲੇ, ਉਹਦਾ ਮੋਹਰੀ ਮੈਨੂੰ ਨਹੀਂ ਪਤਾ ਕੌਣ ਹੈ ਜੀ। ਹਾਂਜੀ ਉਸ ਤੋਂ ਬਾਅਦ ਇਹਨਾਂ ਨੇ ਕਿਹਾ, ਇਹਨੇ ਕਿਹਾ ਬਾਬਾ ਕੌਣ ਹੁੰਦਾ ਸਾਡੇ ਕੋਲ? ਬਾਬੇ ਨੇ ਫੇਰ ਕਿਹਾ ਬਕਵਾਸ ਨਾ ਕਰ ਆ ਗੱਲ। ਉਸ ਤੋਂ ਬਾਅਦ ਤੂੰ ਮੈਂ ਤੁਸੀਂ ਸੀਗੇ ਸਰ? ਨਹੀਂ ਹਾਂਜੀ ਮੈਂ ਇੱਥੇ ਬਸ ਸੀ। ਠੀਕ ਹੈ ਜੀ। ਮੈਂ ਦਾਦਾ ਜੀ ਬਸ ਇੱਥੇ ਸਟਾਪ ਲਾ ਕੇ ਇਹ ਕਹਿੰਦੇ ਮੈਂ ਖੜਾ ਹੋ ਕੇ ਦੱਸਾਂ ਥੋੜਾ ਕੋਈ ਗੱਲ ਨਹੀਂ। ਤੁਸੀਂ ਨਹੀਂ ਬੋਲਣਾ ਜੀ, ਹੁਣ ਤੁਹਾਡਾ ਹੱਕ ਨਹੀਂ ਹੁਣ ਬੋਲਣਾ। ਸਾਇਲੈਂਟ ਚੁੱਪ। ਆਪਣੀ ਗੱਲ ਸੁਣਨਾ, ਕਿਸੇ ਨੇ ਫਾਲਤੂ ਨਹੀਂ ਬੋਲਣਾ, ਸਾਡੇ ਵਾਲ ਮੂੰਹ ਕਰਕੇ ਬੋਲਣਾ, ਉਧਰ ਨਹੀਂ ਕਰਨਾ। ਰਵੱਈਆ ਚੇਂਜ ਰੱਖੋ, ਗੁਰੂ ਘਰ ਦੇ ਕੰਮ ਨਹੀਂ ਕਰਨਾ। ਉਹਨਾਂ ਗਲਤ ਹੋਣਾ ਨਾ ਹੋ ਦੇਣਾ, ਸਾਰੇ ਵਾਰੀ ਵਾਰੀ ਸਿੱਧਾ ਸਾਡੇ ਵਾਲ ਜਾ ਕੇ ਉਧਰ ਨਹੀਂ ਦੇਣਾ, ਸਾਡੇ ਨਾਲ ਗੱਲ ਕਰਨੀ। ਖਾਲਸਾ ਸੁਣੋ ਬੋਲੋ। ਸਤਿਗੁਰਾਂ ਦੀ ਕਿਰਪਾ ਨਾਲ ਐਤਵਾਰ ਦੀ ਮਾਲ ਲੱਗਦੇ ਮਾਰ ਨਵੇਂ ਪਾਤਸ਼ਾਹ ਨੂੰ ਬਖਸ਼ਿਸ਼ ਕੀਤੀ ਪਈ ਹੈ। ਐਤਵਾਰ ਦਾ ਦੀਵਾਨ ਖਤਮ ਹੋਇਆ, ਨਾ ਮੇਰੀ ਕਮੇਟੀ ਨੂੰ ਨਾ ਮੈਨੂੰ ਕਿਸੇ ਨੂੰ ਕੋਈ ਇਤਲਾਹ ਨਹੀਂ ਸੀ ਕਿ ਇਹਨਾਂ ਨੇ ਅਟੈਕ ਕਰਨਾ ਸੀ। ਠੀਕ ਹੈ, ਸੁਣੀ ਜਾਓ ਉਹਨਾਂ ਦੀ ਵਿਚਾਰ। ਦੀਵਾਨ ਖਤਮ ਹੋਇਆ, ਮਹਾਰਾਜ ਦੀ ਕਿਰਪਾ ਦੇ ਨਾਲ ਦੀਵਾਨ ਖਤਮ ਹੋਇਆ। ਤੁਹਾਨੂੰ ਪਤਾ ਹੀ 1-2 ਵਜੇ ਉਠਾਉਂਦਾ ਹੈ ਨਾ ਗ੍ਰੰਥੀ ਸਿੰਘ। ਆਪਣੇ ਅੰਦਰ ਗਿਆ, ਮਿਸਰੀ ਵਗੈਰਾ ਆਏ ਹੋਏ ਇੱਥੇ ਅੰਦਰ ਗਿਆ ਤੇ ਚਾਹ ਨੂੰ ਪੀਣਾ ਸੀ। ਮੈਂ ਕਿਹਾ ਕਾਕਾ ਅਰਸ਼ ਨੂੰ, ਮੈਂ ਕਿਹਾ ਕਾਕਾ ਅਰਸ਼ ਨੂੰ ਚਾਹ ਪਿਲਾ ਯਾਰ, ਬੜਾ ਥੱਕਿਆ ਨਾ। ਰਸੋਈ ਦੇ ਦਰਵਾਜ਼ੇ ਵਿੱਚ ਖੜਾ ਹੋ ਕੇ ਚਾਹ ਪੀ ਰਿਹਾ। ਗਾਲ ਦੱਸ ਸਕਦਾ ਤੁਹਾਨੂੰ ਕਿੱਦਾਂ ਕੱਢੀ? ਉਹ ਵੀ ਦੱਸਣੀ ਪੈਣੀ, ਤਾਂ ਹੀ ਤੁਹਾਨੂੰ ਪਤਾ ਲੱਗਣਾ ਹੈ। ਸਭ ਪਰ ਬੀਬੇ ਬੈਠੀਆਂ ਨਹੀਂ ਕੋਈ ਗੱਲ ਨਹੀਂ, ਬੀਬੀਆਂ ਵੀ ਇੱਥੇ ਹੀ ਸੀਗੀਆਂ ਬਾਬਾ ਜੀ। ਬੀਬੀਆਂ ਵੀ ਇੱਥੇ ਜਿਹੜੀਆਂ ਮੈਂ ਬੀਬੀਆਂ ਸਦੀਆਂ ਨਾ, ਉਹ ਸਾਰੀਆਂ ਇੱਥੇ ਹੀ ਸੀਗੀਆਂ। ਮੈਨੂੰ ਦੱਸਣਾ ਪੈਣਾ ਖਾਲਸਾ ਜੀ, ਤਾਂ ਤੁਹਾਨੂੰ ਪਤਾ ਲੱਗਣਾ। ਮੈਂ ਮਹਾਰਾਜ ਕੋਲ ਆ ਗਿਆ, ਮੈਂ ਸਵੇਰੇ 9ਵੇਂ ਪਾਤਸ਼ਾਹ ਕੋਲ ਗਿਆ ਸੀ। ਮੇਰੀ ਗੱਲ ਹੋ ਗਈ ਹੈ 9ਵੇਂ ਪਾਤਸ਼ਾਹ ਨਾਲ। ਪਾਤਸ਼ਾਹ ਕਹਿੰਦੇ ਸੀ ਸਾਰਾ ਕੁਝ ਦੱਸੀ, ਖਾਲਸਾ ਆਉਣਾ ਆ, ਖਾਲਸੇ ਨੂੰ ਸਾਰਾ ਕੁਝ ਦੱਸੀ, ਤੇਰਾ ਕਾਰਜ ਤੇਰੇ ਸਫਲੀ ਕਰਕੇ ਜਾਣਗੇ ਉਹ। ਮੈਂ 9ਵੇਂ ਪਾਤਸ਼ਾਹ ਤੋਂ ਆਗਿਆ ਲੈ ਲਈ। ਠੀਕ ਹੈ ਜੀ, ਸੁਣੋ। ਇਹ ਕਹਿੰਦਾ ਮਾਂ ਚੋਦ, ਠੀਕ ਹੈ ਜੀ। ਸਤਿਗੁਰ ਮੇਰਾ ਬੈਠਾ ਤਖਤਾਂ ਤੇ ਬੈਠਾ, ਗੱਦੀ ਤੇ ਬਿਰਾਜਮਾਨ ਨੇ। ਮੈਨੂੰ ਕਹਿਤਾ ਉਹਨਾਂ ਨੇ ਸਵੇਰ ਦਾ, ਇਹ ਕਹਿੰਦਾ ਭੈਣ ਚੋਦ ਤੇਰੀ ਕੁੜੀ ਦੇ ਦੇਣਾ ਖੜਾ ਕਰਕੇ। ਮੈਂ ਇਹਨੂੰ ਸੁਣੋ, ਮੇਰੀ ਸੁਣੋ ਗੱਲ, ਮੈਂ ਇਹਨੂੰ ਇਹਦਾ ਮੇਰੀ ਸੁਣੋ ਗੱਲ, ਇੱਧਰ ਮੇਰੀ ਗੱਲ ਸੁਣੋ। ਖਾਲਸਾ ਜੀ ਇੱਧਰ ਨੂੰ ਮੂੰਹ ਕਰੋ, ਇੱਧਰ ਨੂੰ ਮੇਰੇ ਅੱਖਾਂ 'ਚ ਪੱਖਾਂ 'ਚ ਪਾ ਗੱਲ ਕਰੋ। ਮੈਂ ਕਿਹਾ ਬਕਵਾਸ ਨਾ ਕਰ। ਤੇਰੀ ਧੀ ਦੀ ਤਾਂ ਖੜਾ ਹੋ ਕੇ ਦਾੜੀ ਨੂੰ ਫੜਨ ਲੱਗਾ। ਸਾਡੇ ਭਾਈ ਸਾਹਿਬ ਉੱਠੇ, ਇਹਨਾਂ ਨੇ ਬਾਂਹ ਫੜੀ, ਅਰਸ਼ ਨੇ ਮੈਨੂੰ ਦਿੱਤਾ, ਕਹਿੰਦਾ ਬਾਬਾ ਜੀ ਚਲਾਉਂਦਾ। ਇਹਨਾਂ ਉਹ ਮੇਰੀ ਮਾਂ, ਮੇਰੀ ਭੈਣ, ਮੇਰੀ ਕੁੜੀ, ਧੀ, ਜਾਤੀਵਾਦ ਕੇ ਸ਼ਬਦ ਬੋਲੇ ਉਹਨਾਂ ਨੇ। ਚਮਾਰਾ, ਉਹ ਚਮਾਰਾ ਭੈਣ ਚੋਦਾ ਨਿਕਲ ਬਾਹਰ, ਉਹ ਚਮਾਰਾ। ਅੱਜ ਤੈਨੂੰ ਮਾਰੇ ਤਾਬਿਆ ਤੇ ਜੇ ਮੈਨੂੰ ਪਤਾ ਹੁੰਦਾ ਤੂੰ ਚਮਾਰ ਆ
ਤੇ ਤੈਨੂੰ ਮੈਂ ਬਹਿਣ ਨਹੀਂ ਦੇਣਾ ਸੀ ਮਹਾਰਾਜ ਦੀ ਤਾਬਿਆਂ ਤੇ ਮਹਾਰਾਜ ਹੈ 4 ਸਾਲ ਹੋ ਗਏ ਖਾਲਸਾ ਜੀ ਬਿਨਾਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰੋ 4 ਸਾਲ ਹੋ ਗਏ ਪੁੱਛੋ ਇਹਨੂੰ 4 ਸਾਲ ਆ ਅੰਤ ਹੋ ਗਿਆ ਹੁਣ ਅੰਤ ਅੱਛਾ ਇਹਨਾਂ ਦੀ ਇਹ ਗੱਲ ਦਾ ਕੋਣ ਗਵਾਹ ਹੈਗਾ ਵਾਹਿਗੁਰੂ ਜੀ ਇਹ ਚੀਜ਼ ਦਾ ਗਵਾਹ ਕੋਈ ਬੀਬੀ ਹੈਗੀ ਜੀ? ਇੱਕ ਮਿੰਟ ਮੇਰੀ ਵੀ ਪਹਿਲਾਂ ਬਾਬਾ ਜੀ ਬੋਲੂਗਾ ਕੋਈ ਬੀਬੀ ਹੈਗੀ ਗਵਾਹ ਉਸ ਜੀ? ਤੋਂ ਬਾਅਦ ਖਾਲਸਾ ਜੀ ਗਵਾਹ ਹੈਗੀ ਜੀ ਨਹੀਂ ਚੁੱਪ ਕਰੋ ਦੀ ਬੀਬੀ ਗਵਾਹ ਹੈ ਇਸ ਗੱਲ ਦੀ ਕੋਈ ਆਓ ਉੱਥੇ ਆਓ ਅੱਗੇ ਆਓ ਸੱਚ ਦੇ ਪਹਿਰਾ ਦਿਓ ਜੇ ਨੌਵੇਂ ਪਾਤਸ਼ਾਹ ਦੇ ਘਰ ਆਉਂਦੇ ਆ ਨਾ ਸੱਚ ਦਾ ਪਹਿਰਾ ਦਿਓ ਜਿਹੜੇ ਗਵਾਹ ਨੇ ਅੱਗੇ ਆਓ ਵਾਹਿਗੁਰੂ ਇੱਥੇ ਆਓ ਇੱਕ ਮਿੰਟ ਇੱਕ ਮਿੰਟ ਆਓ ਲੱਗ ਗਿਆ ਕੋਈ ਗੱਲ ਨਹੀਂ ਗੁਰੂ ਘਰ ਤੇ ਸੱਚਾਈ ਬੋਲਣੀ ਹੈ ਜੀ ਨਹੀਂ ਅੰਦਰ ਬੈਠੇ ਨੇ ਸੱਚ ਕੋਈ ਗੱਲ ਨਹੀਂ ਇੱਕ ਮਿੰਟ ਜਨਾਬ ਗੁਰੂ ਘਰ ਤੇ ਸੱਚਾਈ ਆ ਕਿੱਥੇ ਆਏ ਹੋ ਦੱਸੋ ਸੱਚ ਦੇ ਪਹਿਰਾ ਦਿਓ ਜੇ ਮਹਾਰਾਜ ਦੇ ਘਰ ਆਉਂਦੇ ਆ ਮੇਰੀ ਗੱਲ ਸੁਣੋ ਭਾਈ ਬੀਬੀਓ, ਸਾਰੇ ਭਾਈ ਸੁਣੋ ਗੱਲ। ਇੱਕ ਹੁੰਦਾ ਝੂਠ ਬੋਲਣਾ, ਹਾਂਜੀ। ਇੱਕ ਹੁੰਦਾ ਮਹਾਰਾਜ ਦੀ ਗੋਦ 'ਚ ਬਹਿ ਕੇ ਝੂਠ ਬੋਲਣਾ। ਦੋਨਾਂ 'ਚ ਬੜਾ ਫਰਕ ਆ। ਨਤਾਰਾ ਦੋਨਾਂ ਦਾ ਹੀ ਹੋ ਜਾਣਾ। ਦਸਵੇਂ ਪਾਤਸ਼ਾਹ ਕਹਿੰਦੇ ਜੇ ਗਲਤ ਕੰਮ ਕਰਨਾ ਪਾਪ ਆ ਤੇ ਗਲਤ ਸਹਿਣਾ ਵੀ ਪਾਪ ਆ। ਕਿਸੇ ਗੱਲ ਦੇ ਉੱਪਰ ਇੱਥੇ ਝੂਠ ਨਹੀਂ ਚੱਲਣਾ। ਤੁਸੀਂ ਸਾਨੂੰ ਝੂਠ ਬੋਲ ਸਕਦੇ ਜੇ ਨਗਰ ਨਿਵਾਸੀਆਂ ਨੂੰ ਬੋਲ ਸਕਦੇ, ਜਿਹੜਾ ਖਸਮ ਬੈਠਾ ਉਹਨੂੰ ਝੂਠ ਨਹੀਂ ਬੋਲ ਸਕਦੇ। ਜਿਹੜਾ ਬੈਠਾ ਉੱਥੇ ਉਹ ਸਭ ਕੁਝ ਦੇਖ ਰਿਹਾ ਤੇ ਹਾਜ਼ਰ ਨਾਜ਼ਰ ਸਾਡੇ 'ਚ ਬੈਠਾ। ਜੇ ਇਹ ਗੱਲ ਹੋਈ ਆ ਤੇ ਉਹ ਬੀਬੀ ਜਿਹੜੀ ਇੱਥੇ ਹਾਜ਼ਰ ਸੀ ਉਹ ਕਹਿ ਦਿਓ ਵੀ ਹਾਂ ਗੱਲ ਹੋਈ। ਖੜੇ ਹੋ ਕੇ ਬੋਲ ਦਿਓ ਇਹ ਜੋ ਭਾਈ ਸਾਹਿਬ ਨੇ ਗੱਲ ਕਹੀ ਹੋਈ ਸੀ ਸਾਰੇ ਕਹਿੰਦੇ ਗਾਲਾਂ ਕੱਢੀਆਂ ਬਾਬੇ ਨੇ, ਫਿਰ ਕਿਹਾ ਬਕਵਾਸ ਨਾ ਕਰ। ਨਹੀਂ ਗ੍ਰੰਥੀ ਨੇ ਵੀ ਗਾਲਾਂ ਕੱਢੀਆਂ। ਹਾਂਜੀ ਗ੍ਰੰਥੀ ਨੇ ਵੀ ਗਾਲਾਂ ਕੱਢੀਆਂ। ਬਾਬਾ ਜੀ ਨੇ ਕਿਹਾ ਬਕਵਾਸ ਨਾ ਕਰੋ। ਨਹੀਂ ਗਾਲ ਕੱਢੀ ਕੋਈ? ਨਹੀਂ ਗਾਲ ਨਹੀਂ ਕੱਢੀ, ਬਕਵਾਸ ਨਾ ਕਰੋ ਇਹ ਗੱਲ ਵਾਲੀ। ਉਹ ਇਹ ਗੱਲ ਇਸ ਤਰ੍ਹਾਂ ਹੋਇਆ ਸਲਾਮ ਜੀ, ਪਹਿਲਾਂ ਤੁਸੀਂ ਦੱਸੋ ਮੇਰਾ ਕੋਈ ਦਿਮਾਗ ਖਰਾਬ ਹੈ, ਤੁਸੀਂ ਵੀ ਚਲੋ ਤੁਹਾਡਾ ਵੀ ਰੋਜ਼ ਦਾ ਕੰਮ ਹੈ। ਜਦੋਂ ਪਹਿਲਾਂ ਕੋਈ ਗੱਲ ਹੀ ਨਹੀਂ ਹੋਈ ਤੇ ਇਹਨੂੰ ਕਿੱਦਾਂ ਮੈਂ ਗਾਲ ਕੱਢਤੀ? ਪਰ ਬਾਬਾ ਜੀ ਆਪਣੀ ਕਮੇਟੀ ਮੈਂਬਰ ਮੌਜੂਦ ਸੀ ਉਹ ਬੀਬੀਆਂ ਜੋ ਮਰਜ਼ੀ ਕਹਿੰਦੀਆਂ ਨਾ, ਬਾਬਾ ਜੀ ਫੋਟੋ ਵਜੋ ਬਾਬਾ ਜੀ ਸੁਣ ਲਓ ਅੱਛਾ ਵਾਹਿਗੁਰੂ ਜੀ ਬਾਬਾ ਜੀ ਜੀ ਕਮੇਟੀ ਮੈਂਬਰ ਮੌਜੂਦ ਸੀ ਬਾਬਾ ਰਜੀਤ ਸਿੰਘ ਜੀ ਮੇਰੀ ਗੱਲ ਸੁਣਿਓ ਇਹਦਾ ਭਾਈ ਸਾਹਿਬ ਨਾਲ ਨਾ ਫੋਨ ਤੇ ਗੱਲ ਹੋਈ ਸੀ ਬੈਠੋ ਜਾਓ ਇੱਕ ਮਿੰਟ ਬਾਬਾ ਜੀ ਮੇਰਾ ਭਾਈ ਸਾਹਿਬ ਨਾਲ ਮੇਰੀ ਫੋਨ ਤੇ ਗੱਲ ਹੋਈ ਸੀ ਸਾਰਿਆਂ ਫੜਾ ਕਰ ਲਓ ਬੜੇ ਹੋ ਗਏ ਬਾਬਾ ਜੀ ਸੁਲਤਾਨ ਸਿੰਘ ਜੀ ਜਿਹੜੀ ਉਹਨਾਂ ਨੇ ਗਾਲੀ ਕੀਤੀ ਸੀ ਭਾਟੀਆ ਸਾਹਿਬ ਵੀ ਇੱਥੇ ਸੀਗੇ। ਭਾਟੀਆ ਸਾਹਿਬ ਜੀ ਸੱਚ ਦਾ ਹੁਕਾ ਦੇਣਾ ਆ, ਸੱਚ ਦਾ। ਬਾਬਾ ਜੀ ਬਾਕੀ ਸਾਰੇ ਝੂਠ ਬੋਲ ਰਹੇ ਬਾਬਾ ਜੀ ਚੁੱਪ ਰਹੋ। ਬਾਕੀ ਸਾਰੇ ਝੂਠ ਬੋਲ ਰਹੇ, ਇਕੱਲਾ ਹੀ ਸੱਚ ਬੋਲ ਰਹੇ। ਭਾਈ ਸਾਹਿਬ ਜੀ, ਭਾਈ ਸਮਝ ਆ ਗਏ ਭਾਈ ਸਾਹਿਬ ਜੀ, ਭਾਈ ਸਾਹਿਬ ਨੇ ਗਾਲਾਂ ਕੱਢੀਆਂ। ਇਹਨਾਂ ਨੇ ਕੱਢੀਆਂ। ਪਹਿਲਾਂ ਕੱਢੀਆਂ ਕਿ ਬਾਅਦ ਚ ਇਹਨਾਂ ਕਰੀ? ਉਹਨਾਂ ਨੇ ਗਾਲ ਨਹੀਂ ਕੱਢੀ, ਉਹਨਾਂ ਨੇ ਇਹੋ ਜਿਹਾ ਬਕਵਾਸ ਨਾ ਪਹਿਲਾਂ ਇਹਨਾਂ ਕੱਢੀਆਂ। ਨਾ ਪਹਿਲਾਂ ਕਿਹਨੇ ਗੱਡੀ ਗੱਲ ਪਹਿਲਾਂ- ਇੱਕ ਪਹਿਲਾਂ- ਮਿੰਟ ਇਹਨੂੰ ਪੁੱਛਦੇ ਹੋ ਤੁਸੀਂ। ਤੂੰ ਦੱਸ ਪਹਿਲੇ ਗੱਲ ਗੱਡੀ ਪਹਿਲੇ ਨਹੀਂ ਨਹੀਂ ਪਹਿਲਾਂ ਇਹਨਾਂ ਨੇ ਕੱਢੀਆਂ। ਇਹ ਭਾਜੀ ਤੁਸੀਂ ਭਾਈ ਸਾਹਿਬ। ਇਹ ਮੈਂਬਰ ਭਾਜੀ ਨਹੀਂ ਆਪਾਂ ਨੂੰ ਨਾ ਕਮੇਟੀ ਦਾ ਮਤਲਬ ਹੈ, ਨਾ ਕਿਸੇ ਤੀਜੇ ਬੰਦੇ ਨਾਲ ਤੇਰਾ ਮਤਲਬ ਹੈ। ਸਾਨੂੰ ਸੱਚ ਨਾਲ ਮਤਲਬ ਹੈ, ਪਹਿਲਾਂ ਗਾਲਾਂ ਕੱਢੀਆਂ, ਫਿਰ ਬਾਬੇ ਨੇ ਕਿਹਾ ਬਕਵਾਸ ਨਹੀਂ ਕਰਨਾ। ਨਹੀਂ ਬਕਵਾਸ ਨਾ ਕਰਨਾ, ਗਾਲ ਥੋੜ੍ਹਾ। ਨਹੀਂ ਮੈਨੂੰ ਕਿਹਾ ਮੈਨੂੰ ਪਹਿਲਾਂ ਅੱਛਾ, ਕਿਹਾ। ਇੱਕ ਮਿੰਟ ਹੋਰ। ਮੈਨੂੰ ਇੱਕ ਦਿਨ ਪਹਿਲਾਂ ਪਹਿਲਾਂ ਦੀ ਕਿਹਾ। ਗੱਲ ਹੈ, ਇੱਕ ਦਿਨ ਪਹਿਲਾਂ ਦੀ ਗੱਲ ਹੈ, ਸਾਡੇ ਘਰ ਦੇ ਸਾਹਮਣੇ ਇਹਨਾਂ ਨੇ ਬਾਬੇ ਨੂੰ ਇੰਨੀਆਂ ਗਾਲਾਂ ਕੱਢੀਆਂ, ਮੈਂ ਦਾੜੀ ਪੁੱਟਾਂ ਗਲੀ ਚ ਆਇਆ, ਮੈਂ ਇਹ ਕਰ ਦਿਆਂਗਾ, ਨਹੀਂ ਕਿਹਾ ਇਹਨਾਂ ਨੇ। ਤੇ ਮੈਂ ਇੱਕ ਦਿਨ ਪਹਿਲਾਂ ਦੀ, ਇੱਕ ਦਿਨ ਪਹਿਲਾਂ ਦੀ ਗੱਲ ਹੈ। ਜਾ ਕੇ ਤੇ ਮੈਂ ਨਹੀਂ ਕਹਿਣਾ ਇੱਕ ਦਿਨ ਪਹਿਲਾਂ ਦੀ ਗੱਲ ਕਹਿਣਾ ਹੈ, ਨਹੀਂ। ਇਹ ਇੱਕ ਦਿਨ ਪਹਿਲਾਂ ਦੀ ਗੱਲ ਹੈ। ਦੱਸੋ ਜੀ। ਤੇ ਗਾਲਾਂ ਤਾਂ ਪਹਿਲਾਂ ਜੀ ਕੱਢੀਆਂ ਇਹਨਾਂ ਨੇ, ਬਾਬੇ ਨੇ ਗਾਲ ਨਹੀਂ ਕੱਢੀ। ਮੈਂ ਇਹਨਾਂ ਨੂੰ ਕਿਹਾ ਸੀਗਾ, ਇਹਨਾਂ ਕਿਹਾ ਬਕਵਾਸ ਨਾ ਕਰੋ ਤੇ ਮੈਂ ਤੇ ਭਾਈ ਸਾਹਿਬ ਨੇ ਉੱਠ ਕੇ ਮਾਰ ਲੱਗੇ ਤੇ ਮੈਂ ਗਾਲਾਂ ਕੱਢਣ ਤੋਂ ਬਾਅਦ ਇਹਨਾਂ ਨੇ ਕਿਹਾ ਬਕਵਾਸ ਨਾ ਕਰ, ਪਹਿਲਾਂ ਪਹਿਲਾਂ ਕਿਹਾ। ਨਹੀਂ ਪਹਿਲਾਂ ਨਹੀਂ, ਪਹਿਲਾਂ ਉਹਨਾਂ ਨੇ ਕਿਉਂ ਕਹਿਣਾ ਬਕਵਾਸ ਰੱਖਦਾ? ਪਹਿਲਾਂ ਨਹੀਂ ਕਿਹਾ ਇਹਨਾਂ ਨੇ। ਨਹੀਂ ਕਿਹਾ। ਪਹਿਲਾਂ ਨਹੀਂ ਕਿਹਾ। ਔਰ ਗੁਰਦੁਆਰੇ ਮੈਂ ਗ੍ਰੰਥ ਸਾਹਿਬ ਤੱਕ 100 ਖਾਇਆ ਕੋਈ ਨਹੀਂ ਜਮਾਨਾ ਦਾ 100 ਖਾਇਆ ਕੋਈ ਗੱਲ ਤਾਂ ਕਰੋ, ਆਰਾਮ ਨਾਲ ਬੋਲੋ, ਪਿਆਰ ਨਾਲ ਗੱਲ ਕਰੋ, ਪਿਆਰ ਪਹਿਲਾਂ ਤੂੰ ਆ ਗਿਆ ਬਕਵਾਸ ਨਾ ਕਰ। ਤੂੰ ਆ ਗਿਆ ਜੀ। ਚਲੋ ਮੈਂ ਤੈਨੂੰ ਮੰਨ, ਤੂੰ ਸੱਚ ਬੋਲ। ਆ ਮੈਂ ਸੱਚ ਬੋਲਦਾ। ਤੂੰ ਚੱਲ ਸੱਚ ਮੈਂ ਬੋਲ। ਪਿਆਰ ਨਾਲ ਗੱਲ ਕਰਾਂ। ਮੈਂ ਕਿਉਂ ਤੁਸੀਂ ਬੈਠੇ ਮੈਂ ਕਿਉਂ ਬਕਵਾਸ ਕਰਦਾ? ਬਾਬੇ ਬਹਿ ਜਾਓ। ਕਹਿੰਦੇ ਕੁਛ ਨਹੀਂ। ਬਹਿ ਜਾਓ, ਬਹਿ ਜਾਓ। ਬਹਿ ਜਾਓ, ਬਸ ਹੋ ਗਿਆ। ਅੱਛਾ ਭਾਈ ਸਾਹਿਬ ਜੀ ਮੇਰੀ ਗੱਲ ਸੁਣੋ ਬਾਬਾ ਜੀ ਦੱਸੋ ਬਾਬਾ ਹੁਣੇ ਨੇ ਤਾਂ ਗੱਲ ਰੱਖੀ ਹਾਂਜੀ ਇਹਨਾਂ ਭਾਈ ਸਾਹਿਬ ਨਾਲ ਫੋਨ ਤੇ ਗੱਲ ਹੋਈ ਸੀ ਹਾਂਜੀ ਠੀਕ ਹੈ ਨਾ ਇਹਨਾਂ ਦਾ ਫੋਨ ਤੇ ਗੱਲ ਹੋਈ ਸੀ ਇਹਨਾਂ ਦੇ ਬਚਨ ਸੁਣੇ ਮੈਂ ਤਦਾਸ ਸਿੰਘ ਜੀ ਤਰਦਾ ਮੇਰੀ ਗੱਲ ਹੋਈ ਸੀ ਤੁਸੀਂ ਕੁਝ ਗੱਲ ਦੱਸੀ ਸੀ ਆਨੰਦ ਕਾਰਜ ਕੀਤੇ ਸੀ ਜਿਹਨਾਂ ਕਰਕੇ ਨਾ ਦੋਨਾਂ ਪਾਸੋਂ ਭੇਟਾ ਲੈ ਲਈ ਸੀ ਨਾ ਮੈਂ ਉਹ ਵੀ ਤੁਹਾਨੂੰ ਦੱਸਣਾ ਨਹੀਂ, ਸਾਰਾ ਮੈਂ ਕੁਝ ਦੱਸਣਾ ਖੜ ਜਾਓ ਠੀਕ ਹੈ ਨਾ ਚਲੋ ਇਹਨਾਂ ਦੋ ਭੇਟਾ ਲਿੱਤੀ ਉਹ ਆਪਾਂ ਅਲੱਗ ਗੱਲ ਕਰਾਂਗੇ ਤੁਸੀਂ ਕਿਹਾ ਸੀ ਕਿ ਮੈਂ ਜਾਂਦੇ ਸਾਰ ਗ੍ਰੰਥੀ ਨੂੰ ਕਿਹਾ ਕਿ ਤੂੰ ਸਾਲਾ ਲੱਗਦਾ ਕਿਹਨੂੰ? ਗ੍ਰੰਥੀ ਸਿੰਘ ਨੂੰ ਇਹ ਮੈਂ ਉਦੋਂ ਨਹੀਂ ਕਿਹਾ, ਪਹਿਲਾਂ ਵੀ ਸੁਣ ਲਓ, ਉਹਨੇ ਵੀ ਸੁਣ ਲਓ ਮੇਰੀ ਗੱਲ।
ਅਸੀਂ ਇੱਥੇ ਆਏ, ਸਾਡੇ ਕੋਲ ਇੱਕ ਪਾਰਟੀ ਆਈ, ਪਰ ਸਾਡੇ ਕੋਲ ਠਹਿਰ ਤੋਂ ਡਬਲ ਮਾਇਆ ਲੱਲੀ ਨਾ ਬੋਲੋ। ਭਾਈ ਆਪਾਂ ਸਾਰੇ ਹੁਣ ਸੁਣੀ ਜਾਏ ਗੱਲ, ਸਾਡੇ ਕੋਲ ਇੱਕ ਪਾਰਟੀ ਆਈ ਵੀ ਸਾਡੇ ਕੋਲ ਲਾਵਾਂ ਫੇਰਿਆਂ ਦੀ ਡਬਲ ਮਾਇਆ ਲੱਲੀ। ਠੀਕ ਹੈ ਜੀ। ਮੈਂ ਤੇ ਆਇਆ ਉਹਦੇ ਮਾਰਿਆ ਬੱਚਾ ਇਹਨੂੰ ਪੁੱਛਨੇ ਆ ਭਾਈ ਨੂੰ ਕਿ ਤੂੰ ਡਬਲ ਕਿਉਂ ਲਈ। ਹਾਂਜੀ। ਇਹ ਗਏ ਅਸੀਂ ਕਿਤੇ ਸਕੂਟਰੀ ਤੇ, ਇਹ ਇੱਥੇ ਨੇ ਆਇਆ ਤਾਂ ਮਗਰੋਂ ਇੱਕ ਹੋਰ ਪਾਰਟੀ ਆ ਗਈ। ਠੀਕ ਹੈ। ਉਦੋਂ 2 ਬਰਾਤਾਂ ਸੀ। ਉਹ ਕਹਿਣ ਲੱਗੇ ਪ੍ਰਧਾਨ ਕਿਹੜਾ, ਮੈਂ ਕਿਹਾ ਪ੍ਰਧਾਨ ਹੀ ਇਹ ਸੇਵਾਦਾਰ ਬੈਠੇ 2-3 ਜਣੇ ਬੈਠੇ ਸੀ। ਕਹਿਣ ਲੱਗੇ ਵੀ ਮੇਰੇ ਕੋ ਵੀ ਲੱਲੀ ਡਬਲ ਮਾਇਆ ਤੇ ਮੇਰੇ ਕੁੜਮਾਂ ਕੋ ਵੀ ਲੱਲੀ ਹੈ, ਕੋਈ ਬਾਲੇ ਬਾਗਿਆਂ ਦੇ ਕਿਤੇ ਉੱਧਰ ਦੇ। ਠੀਕ ਹੈ। ਇਹਨੇ ਕਰਦਨ ਇਹ ਵੀ ਆ ਗਿਆ। ਮੈਂ ਇਹਨੂੰ ਕਿਹਾ, ਮੈਂ ਕਿਹਾ ਤੂੰ ਉਹਨਾਂ ਕੋਲ ਵੀ ਡਬਲ ਲੱਲੀ ਤੇ ਉਹਨਾਂ ਕੋਲ ਵੀ ਡਬਲ ਲੱਲੀ, ਕੀ ਗੱਲ। ਇਹ ਬਰਾਤ ਲੇਟ ਆਈ ਤੇ ਉਹਨੂੰ ਮੈਂ ਜੁਰਮਾਨਾ ਲਾਇਆ ਸੀ, ਉਹਨਾਂ ਨੂੰ ਜੁਰਮਾਨਾ ਲਾਇਆ ਸੀ। ਮੈਂ ਕਿਹਾ ਵੀ ਮੈਂ ਤੂੰ ਸਾਲਾ ਲੱਗਣਾ ਜੁਰਮਾਨਾ ਲਾਉਂਦਾ। ਮੈਂ ਕਿਹਾ ਮੈਂ ਗੁਰੂ ਘਰ 'ਚ ਮੈਂ ਕਿਉਂ ਮੁਕਰਨੇ, ਮੈਂ ਤੇ ਉਹ ਗੱਲ ਤੁਹਾਡੇ ਮੂੰਹ ਤੇ ਕਰ ਕਹਿਣ ਦੇ। ਇਹ ਕੀ ਮਤਲਬ ਹੈ ਕੋਈ ਸਾਲੇ ਦਾ ਮਤਲਬ ਕੀ ਹੋਇਆ? ਅੱਛਾ ਜਿਹੜੀ ਇਹ ਸ਼ਬਦਾਵਲੀ ਕਿਹੜੀ ਗ੍ਰੰਥੀ ਦਾ ਕੀ ਕੰਮ ਜੁਰਮਾਨਾ ਲਾਉਂਦਾ। ਉਹ ਗ੍ਰੰਥੀ ਹੈ ਬਾਬਾ ਬੁੱਢਾ ਜੀ ਗ੍ਰੰਥੀ ਦਾ ਕੰਮ ਕੀ ਜੁਰਮਾਨਾ। ਗ੍ਰੰਥੀ ਨੂੰ ਸਾਲਾ ਬਾਬਾ ਕੁਲਤਾਰ ਸਿੰਘ ਜੀ ਦੱਸੋ। ਚਲੋ ਉਹਨਾਂ ਦੋਨੋਂ ਪਾਸੇ ਭੇਟਾ ਲਿੱਤੀ। ਹਾਂਜੀ। ਠੀਕ ਹੈ ਜੀ। ਜਿਹੜੇ ਤੁਸੀਂ ਮੈਂਬਰ ਬਣੇ ਆ, ਤੁਸੀਂ ਬਣੇ ਆਪਣੇ ਅਹੁਦੇ ਨੂੰ ਜ਼ਰੂਰ ਦੇ, ਪਰ ਹੈ ਗੁਰੂ ਘਰ ਦੇ ਸੇਵਾਦਾਰ ਦੇ। ਭਾਈ ਪ੍ਰਧਾਨ ਗੁਰਦੁਆਰੇ ਵਿੱਚ ਪ੍ਰਧਾਨ ਕੋਈ ਨਹੀਂ ਹੈਗਾ, ਮੁੱਖ ਸੇਵਾਦਾਰ ਦੱਸੋ ਵਾਹਿਗੁਰੂ ਜੀ। ਹਾਂਜੀ। ਠੀਕ ਹੈ ਜੀ। ਇੱਕ ਆ ਗਿਆ ਗੁਰੂ ਘਰ ਦਾ ਵਜ਼ੀਰ। ਵਾਹਿਗੁਰੂ ਜੀ ਗੱਲ ਤਾਂ ਸੁਣ ਲਓ। ਪ੍ਰਧਾਨ ਤੇ ਬਣਾ ਹੀ ਨਹੀਂ। ਗੱਲ ਤਾਂ ਸੁਣੋ। ਇੱਕ ਆ ਗਿਆ ਗੁਰੂ ਘਰ ਦਾ ਵਜ਼ੀਰ। ਠੀਕ ਹੈ ਜੀ। ਜੇ ਤੁਹਾਨੂੰ ਪਤਾ ਗ੍ਰੰਥੀ ਦੋਨੋਂ ਪਾਸੇ ਭੇਟਾ ਲੈ ਲਈ, ਗ੍ਰੰਥੀ ਸਿੰਘ ਨੇ ਗਲਤ ਕੰਮ ਕੀਤਾ। ਤੁਹਾਨੂੰ ਚਾਹੀਦਾ ਸੀ ਆਪਣੇ ਮੈਂਬਰ ਇਕੱਠੇ ਕਰਕੇ ਗ੍ਰੰਥੀ ਸਿੰਘ ਨੇ ਗੱਲ ਪੁੱਛ ਦੇ। ਤੁਹਾਡਾ ਹੱਕ ਇਹ ਨਹੀਂ ਬਣਦਾ ਕਿ ਉਹਨੂੰ ਮੂੰਹ ਤੇ ਕਹਿਣਾ ਕਿ ਤੂੰ ਸਾਲਾ ਲੱਗਦਾ। ਅਸੀਂ ਪੁੱਛ ਨਹੀਂ ਸਕਦੇ, ਮੈਜੋਰਟੀ ਦਾ ਕੰਮ ਹੁੰਦਾ, ਅਸੀਂ ਨਹੀਂ ਪੁੱਛ ਸਕਦੇ। ਕਿਹਨੂੰ ਪੁੱਛਣਾ? ਜੇ ਮੇਰੇ ਮਗਰ 4 ਬੰਦੇ ਕੋਈ ਨਹੀਂ, ਮੈਂ ਕੱਦ ਤੂੰ ਛੱਡਦਾ, ਮੈਂ ਕੱਦ ਤੂੰ ਪ੍ਰਧਾਨੀ ਛੱਡਦਾ, ਮੈਂ ਕਹਿੰਦਾ ਮੈਂ ਮੈਨੂੰ ਸੇਵਾ ਦੀ ਲੋੜ ਇਹਦਾ ਨਹੀਂ, ਮਤਲਬ ਸੇਵਾ ਦੀ ਤੁਸੀਂ ਲੋੜ। ਪ੍ਰਧਾਨ ਬੜੇ, ਤੁਹਾਡੇ ਪਿੱਛੇ ਮੈਂਬਰ ਤੁਹਾਡੇ ਪਿੱਛੇ ਤੁਰਦੇ, ਫਿਰ ਕਿਉਂ ਤੁਰਦੇ ਤੁਹਾਡੇ ਪਿੱਛੇ? ਉਹ ਗੱਲ ਨੂੰ ਲੜਦੇ ਆਪਾਂ। ਮੇਰੀ ਗੱਲ ਸੁਣੋ ਭਾਈ ਸਾਹਿਬ ਜੀ, ਇਹ ਤੁਸੀਂ ਹੁਣ ਪਾਉਂਦੇ ਜੀ ਸਾਰੀ ਗੱਲਾਂ ਪਾਣੀ 'ਚ ਮਧਾਣੀ ਜਿਹੜੀਆਂ ਮਗਦੀਆਂ ਗੱਲਾਂ ਮੇਨ ਗੱਲ ਤੇ ਅਸੀਂ ਆਉਣ ਲੱਗੇ ਆ ਜੀ। ਜੇ ਤਾਂ ਭਾਈ ਸਾਹਿਬ ਜੀ ਤੁਸੀਂ ਕੱਢੀਆਂ ਗਾਲਾਂ, ਠੀਕ ਆ, ਗ੍ਰੰਥੀ ਸਿੰਘ ਬੈਠਣ ਲੱਗਾ ਉਹਨੇ ਖੜ ਕੇ ਸਤਿਗੁਰੂ ਦੇ ਗ੍ਰੰਥੀ ਸਿੰਘ ਨੂੰ ਮਾਫੀ ਮੰਗੀ। ਮੈਂ ਦੇਖੋ ਮਾਫੀ ਮੰਗਣ ਨੂੰ ਇੱਕ ਵਾਰੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਮੇਰੀ ਪਹਿਲਾਂ ਗੱਲ ਸੁਣ ਲਓ। ਦੋ ਚ ਤਾਂ ਮੇਰੀ ਪਹਿਲਾਂ ਗੱਲ ਸੁਣ ਲਓ ਨਾ। ਕਿਉਂ ਬਾਬਾ ਬੁੱਢਾ ਜੀ ਦੀ ਗਰਗੱਦੀ ਤੇ ਬੈਠੇ। ਪਹਿਲਾਂ ਮੇਰੀ ਵੀ ਗੱਲ ਸੁਣੋ। ਬਾਬਾ ਬੁੱਢਾ ਸਿੰਘ ਦੀ ਗੱਦੀ ਤੇ ਜਿਸ ਗ੍ਰੰਥੀ ਦੇ ਅਸੂਲ ਹੋਣਗੇ ਨਾ, ਉਹ ਬਾਬਾ ਬੁੱਢਾ ਸਾਹਿਬ ਨਾਲ ਰਲੇਗਾ ਨਾ। ਬਾਕੀ ਸਾਰੇ ਤੇ ਨਹੀਂ ਗ੍ਰੰਥੀ ਬਾਬਾ ਬੁੱਢਾ ਸਿੰਘ ਨਾਲ ਰਲ ਚੱਲੇ ਕਿ ਸਾਰੇ ਤੁਸੀਂ ਬਾਬਾ ਬੁੱਢਾ ਸਿੰਘ ਨਾਲ ਲਾ ਦਿਓਗੇ। ਜਿਹੜਾ ਗ੍ਰੰਥੀ ਹੁਣ ਇਸ ਗ੍ਰੰਥੀ ਦੇ ਅੱਛਾ ਤੁਸੀਂ ਪਹਿਲਾਂ ਮੇਰੀ ਵੀ ਗੱਲ ਮੇਰੀ ਵੀ ਸੁਣ ਲਓ। ਮੇਰੀ ਚਾਹੇ ਮੌਜੂਦਾ ਕਮੇਟੀ ਚਾਹੇ ਪੁਰਾਣੀ ਚਾਹੇ ਬੀਬੀਆਂ ਬੈਠੀਆਂ, ਮੇਰੀ ਵੀ ਸੁਣ ਲਓ ਇੱਕ ਗੱਲ। ਪਹਿਲਾਂ ਮੇਰੀ ਸੁਣ ਲਓ। ਸੁਣ ਲਓ ਗੱਲ। ਜਿਸ ਗ੍ਰੰਥੀ ਦੇ ਅਸੂਲ ਨਹੀਂ ਹੁੰਦੇ, ਮੁੰਡਾ ਦਾ ਕਲੀਨ ਸ਼ੇਪ, ਘਰ ਦੀ ਇਹਦੀ ਬਿਊਟੀ ਪਾਰਲਰ, ਅੰਮ੍ਰਿਤ ਨਹੀਂ ਛਕੇ ਆ, ਨਿਤਨੇ ਮੈਨੂੰ ਸਹੀ ਨਹੀਂ ਆਉਂਦਾ, ਨਹੀਂ ਛਕੇ ਆ, ਕਈ ਜਾ ਕੇ 20 ਵਾਰੀ ਕਈ ਜਾ ਉਦਾਂ ਹੀ ਪਾਇਆ ਸ੍ਰੀ ਸਾਹਿਬ ਸਾਰਾ ਕੁਝ। ਜਦੋਂ ਬੰਦੇ ਕਿਸੇ ਗਲਤੀ ਅਸੂਲ ਹੋਣਗੇ ਨਾ, ਨਹੀਂ ਹੁਣ ਤੁਹਾਨੂੰ ਉਹ ਸਰਟੀਫਿਕੇਟ ਲਿਖ ਕੇ ਦੇਣ। ਸਰਟੀਫਿਕੇਟ ਲਿਖ ਕੇ ਪਹਿਲਾਂ ਵੀ ਉਹਨੂੰ ਕਿਹਾ ਸੀ ਕਿ ਮੈਂ ਨਹੀਂ ਅੰਮ੍ਰਿਤ ਛਕਿਆ। ਤੁਸੀਂ ਪ੍ਰੂਫ ਕਰ ਸਕਦੇ ਹੋ ਅੰਮ੍ਰਿਤ ਛਕਿਆ? ਤੁਹਾਡਾ ਕੀ ਪ੍ਰੂਫ ਹੈ? ਨਹੀਂ ਪ੍ਰੂਫ ਦਿਓ। ਜਿੰਦੇ ਚ ਕਿਹੜੇ ਨੇ ਮੈਨੂੰ ਪਹਿਲਾਂ ਕਿਹਾ ਨਹੀਂ, ਬਕਵਾਸ ਨਾ ਕਰ ਦੂੰ ਤੇ ਮੈਂ ਕਿੱਦਾਂ ਪਹਿਲਾਂ ਗਾਲਾਂ ਕਰਦੀਆਂ। ਬਾਬਾ ਜੀ ਆਪਣੀ ਗੱਲ ਤੇ ਰਹੋ, ਜਿਹੜੀ ਗੱਲ ਕਰਦੇ ਉਹ ਗੱਲ ਰਹੋ। ਤੁਸੀਂ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਤੁਹਾਡੇ ਕੋਲ ਤਾਂ ਪ੍ਰੂਫ ਹੈਗਾ ਕਿਹਦਾ? ਗ੍ਰੰਥੀ ਦਾ, ਜਿਹਨੇ ਅੰਮ੍ਰਿਤ ਨਹੀਂ ਛਕਿਆ। ਨਹੀਂ ਛਕਿਆ, ਮੈਂ ਕਹਿੰਦਾ ਨਹੀਂ ਛਕਿਆ। ਮੈਂ ਗੁਰੂ ਗ੍ਰੰਥ ਸਾਹਿਬ ਹਾਜ਼ਰ ਹੀ ਕਹਿੰਦਾ ਨਹੀਂ। ਮੈਂ ਪ੍ਰੂਫ ਕੀ ਦੇਣਾ? ਫੇਰ ਜੇ ਤੁਹਾਨੂੰ ਪਤਾ ਨਹੀਂ ਤਾਂ ਬੋਲਣਾ ਤਾਂ ਪਹਿਲਾਂ ਤੇ ਬਾਬੇ ਮੂੰਹ ਨਾਲ ਗਲਤ ਗੱਲ ਨਹੀਂ ਕਰਨੀ। ਬਾਬਾ ਜੀ ਬਹਿ ਕੇ ਅੰਮ੍ਰਿਤ ਛਕਿਆ ਨਹੀਂ ਛਕਿਆ। ਮੁੰਡਾ ਦਾ ਕਲੀਨ ਸ਼ੇਪ, ਮੁੰਡਾ ਕਲੀਨ ਸ਼ੇਪ ਇੰਨਾ ਦੱਸੋ। ਸਾਡੇ ਘਰਾਂ 'ਚ ਵੀ ਹੈਗਾ ਹੀ ਆ, ਕਿਹੜੀ ਗੱਲ ਹੈ ਜੀ? ਬਾਬੇ ਤੁਹਾਡੇ ਵਾਲਾ ਜਿਹੜਾ ਬੰਦਾ ਗ੍ਰੰਥੀ ਹੈ, ਜਿਹੜਾ ਬੰਦਾ ਗ੍ਰੰਥੀ ਉਹ ਦੂਜੇ ਨੂੰ ਵੀ ਸੁਝਾ ਦੇਗਾ, ਦੂਜੇ ਨੂੰ ਕੀ ਸਾਰੀਆਂ ਗੱਲਾਂ ਤੂੰ ਮੁਕਰੀ ਜਾਂਦਾ ਹੈ। ਮੈਂ ਕਹਾਂ ਤੂੰ ਮੁਕਰਦਾ ਬਾਬਾ ਜੀ ਸਾਰੀ ਸੰਗਤ ਗਵਾਹ ਤੂੰ ਗਾਲਾਂ ਕੱਢੀਆਂ ਨੇ। ਮੈਂ ਗਾਲਾਂ ਮੈਂ ਬਾਅਦ ਚ ਕੱਢੀ, ਜਦੋਂ ਮੈਨੂੰ ਪਹਿਲਾਂ ਮੇਰੇ ਗੱਲ ਨੂੰ ਪਿਆ ਮੈਨੂੰ ਸਵਾਲ ਮੈਂ ਕਹਿੰਦਾ ਮੈਂ ਗਾਲਾਂ ਨਹੀਂ ਕਰਨੀ ਸੀ ਕਰਨੀ। ਬਾਬਾ ਜੀ ਤੁਸੀਂ ਅੰਮ੍ਰਿਤ ਛਕਿਆ? ਗਲਤ ਗੱਲ ਛਕਿਆ ਸ੍ਰੀ ਸਾਹਿਬ ਨੂੰ ਪੰਜੇ ਕੇ ਕਾਰਨ ਲੱਗੇ ਹੋਏ ਐਵੇਂ ਤਾਂ ਪੰਜੇ ਨੇ ਉਹ ਤੇ ਘੱਟ ਨਾ ਗਿਆ ਉਹ ਐਵੇਂ ਪੰਜੇ ਲੱਗੇ। ਹਾਂ ਪੱਲੇ ਲੱਗੇ। ਠੀਕ ਹੈ। ਤੁਸੀਂ ਆਪ ਅੰਮ੍ਰਿਤ ਧਾਰੀ, ਅੰਮ੍ਰਿਤ ਤੁਸੀਂ ਗੁਰੂ ਸਾਹਿਬ ਦਾ ਛਕਿਆ, ਜੇ ਬਾਣੀ ਦੀ ਪੜ੍ਹਦੇ ਹੋਗੇ ਨਿਤਨੇਮ ਤਾਂ ਕਰਦੇ ਹੋ ਆਪਾਂ ਤੋਂ ਨਾਲ ਮਹਾਰਾਜ ਕਰਦੇ ਹੋਣੇ ਨਾ। ਜਿਹੜਾ ਬੰਦਾ ਬਾਣੀ ਪੜ੍ਹਨ ਵਾਲਾ, ਮੇਰਾ ਖਿਆਲ ਆ ਵੀ ਉਹਦੇ ਮਨ ਦੇ ਵਿੱਚ ਨਿਮਰਤਾ ਆ ਜਾਣੀ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਬਾਣੀ ਪੜ੍ਹਦਾ, ਜੇ ਬਾਣੀ ਪੜ੍ਹਨ ਦੇ ਨਾਲ ਬਾਣੀ ਵੀ ਪੜ੍ਹੀ ਜਾਂਦੇ ਆ,
ਲੋਕਾਂ ਦੀ ਈਰਖਾ ਗਾਲਾਂ ਮੰਦੇ ਸਭ ਕੁਝ ਦਿਮਾਗ 'ਚ ਭਰਿਆ ਤਾਂ ਮੇਰਾ ਖਿਆਲ ਵੀ ਫਿਰ ਅਮਰ ਪਿੱਛਾ ਕਰਨਾ ਮੇਰਾ ਬਾਬਾ ਜੀ ਇੱਕ ਮੈਨੂੰ ਤਾਂ ਮੈਂ ਤਾਂ ਠੀਕ ਹੈ ਤੁਹਾਡੇ ਨਾਲ ਮਸਾ ਉਹਦਾ ਕੋਈ ਫਾਇਦਾ ਨਹੀਂ, ਉਹਦਾ ਕੋਈ ਫਾਇਦਾ ਨਹੀਂ, ਚਲੋ ਉਹਦਾ ਕੋਈ ਫਾਇਦਾ ਨਹੀਂ। ਇਹ ਅਸੀਂ ਸਜਾਵਟ ਵਾਸਤੇ ਅਸੀਂ ਇੱਕ ਮਿੰਟ ਜੇ 20 ਸਾਲ ਗੁਰੂ ਘਰ ਦੀ ਸੇਵਾ ਕਰ ਸਕਦੇ ਹਾਂ ਤਾਂ ਸਾਡੇ ਘਰ ਕੋਈ ਫਿਰਾ ਹੀ ਲੈਣਾ ਜਾਵੇ, ਗ੍ਰੰਥੀ ਦਾ ਵੀ ਉਹਦੇ ਵਿੱਚ ਆ ਮੇਰਾ ਖਾਲਸਾ ਜੀ ਨਵੀਨ ਬਾਬਾ ਜੀ ਜਿਹੜੀ ਗੱਲ ਪਹਿਲਾਂ ਯਾਰ ਵੇਚਣਾ ਹੋਗਾ। ਦੇਖੋ ਇਹ ਅਸੀਂ ਸਜਾਵਟ ਵਾਸਤੇ ਨਹੀਂ ਪਾਈਆਂ ਵੀ ਸਜਾਵਟ ਅਸੀਂ ਪਾ ਲਈ ਆ, ਇਹ ਤਾਂ ਲੋਕਾਂ ਨੂੰ ਦੂਜੇ ਧਰਮ ਵਾਲਿਆਂ ਨੂੰ ਵਿਸ਼ਵਾਸ ਦਿਖਾਉਣ ਵਾਸਤੇ ਪਾਈ ਆ ਵੀ ਜੇ ਅਸੀਂ ਆਹ ਪਾਇਆ, ਅਸੀਂ ਸਤਿਗੁਰੂ ਕਹਿੰਦੇ ਆ ਨਾ ਵੀ ਖਾਲਸਾ ਮੇਰਾ ਰੂਪ ਹੈ ਖਾਲਸਾ, ਸਾਡੇ ਵਿੱਚ ਵੀ ਉਹ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰ ਸਕਣ। ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਨਹੀਂ ਨਾ ਦੇਖਿਆ ਉਹ ਖਾਲਸੇ ਵਿੱਚ ਵੀ ਦਰਸ਼ਨ ਕਰਦਾ ਗੁਰੂ ਗੋਬਿੰਦ ਸਿੰਘ ਦੀ। ਤੇ ਸਾਡਾ ਜੀਵਨ ਹੋਵੇ ਨਾ ਇੱਦਾਂ ਦਾ ਗਾਤਰੇ ਪਾ ਕੇ ਤੇ ਮਨ ਦੇ ਵਿੱਚ ਸਾਡੇ ਈਰਖਾ ਭਰੀ ਹੋਵੇ, ਦਵੈਤ ਭਾਵਨਾ ਕਾਮ ਕ੍ਰੋਧ ਮੋਹ ਇਹ ਸਾਰੇ ਸਾਡੇ ਦਿਮਾਗ 'ਚ ਭਰੇ ਹੋਣ, ਇਹ ਸਾਡੇ ਫਿਰ ਕਿਰਪਾਨਾ ਪਏ ਦਾ ਮੇਰਾ ਖਿਆਲ ਪਾਣੀ ਪੜੇ ਦਾ ਵੀ ਨਿਤਨੇਮ ਕੀਤੇ ਦਾ ਵੀ ਕੋਈ ਉਹ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਅੱਛਾ ਹੁਣ ਮੇਰੀ ਗੱਲ ਸੁਣ ਲਓ, ਹੁਣ ਤੁਸੀਂ ਦੇਖੋ ਮਹਾਰਾਜ ਦੀ ਬਾਣੀ ਵੀ ਇਹ ਗੱਲ ਕਹਿੰਦੀ ਆ ਇੱਕ ਬੰਦਾ ਗਲਤੀ ਕਰਦਾ ਉਹਨੂੰ ਮੰਨਣ ਵਾਲਾ ਬੰਦਾ ਵੀ ਸੂਰਮਾ ਹੁੰਦਾ। ਗਲਤੀ ਹੋ ਗਈ ਤੁਸੀਂ ਇਹ ਗੱਲ ਕਹਿ ਦਿਓ ਸਤਿਗੁਰ ਦੇ ਹਜ਼ੂਰ ਕਰਕੇ ਮੇਰੇ ਤੋਂ ਚਲੋ ਮੇਰੇ ਦਿਮਾਗ ਨੂੰ ਗੁੱਸਾ ਚੜਿਆ ਜਾਂ ਕ੍ਰੋਧ ਚੜਿਆ, ਮੈਨੂੰ ਨਹੀਂ ਪਤਾ ਲੱਗਾ ਮੇਰੇ ਤੋਂ ਗਾਲਾਂ ਨਿਕਲ ਗਈਆਂ, ਪਾਤਸ਼ਾਹ ਤੂੰ ਬਖਸ਼ ਹੋ ਗਿਆ, ਤੇਰਾ ਵਜ਼ੀਰ ਤੇਰੀ ਗੋਦੀ ਦੇ ਵਿੱਚ ਬੈਠਾ, ਮੈਂ ਸਤਿਗੁਰੂ ਤੇਰੇ ਤੋਂ ਵਜ਼ੀਰ। ਮੈਂ ਤਾਂ ਪਹਿਲਾਂ ਤੁਸੀਂ ਇੱਥੇ ਗੱਲ ਤੁਸੀਂ ਸਿਆਣੇ ਪੰਚਾਇਤੀ ਬੰਦੇ, ਚਲੋ ਸਾਰੇ ਜਥੇਦਾਰ ਵੀ ਹੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੇ ਜਿੰਨੇ ਚਿਰ ਇਹਨੇ ਮੈਨੂੰ ਕਿਹਾ ਨਹੀਂ ਬਕਵਾਸ ਨਾ ਕਰ, ਮੇਰੇ ਗਲ ਨੂੰ ਭੱਜ ਕੇ ਪਿਆ ਮੈਨੂੰ, ਤੇ ਮੈਂ ਇਹਨੂੰ ਕਿਸ ਤਰ੍ਹਾਂ ਗਾਲ ਕਰਦੀ ਮੈਨੂੰ ਦੱਸਾਂ, ਮੈਂ ਸਦਾਈ ਹਾਂ? ਮੈਂ ਪਾਗਲ ਹਾਂ? ਮੈਂ ਵੀ ਕਹੀ ਜਾਣਾ ਤੁਹਾਡੀ ਗੱਲ ਤੇ ਆ ਜਾਓ, ਮੈਂ ਤੁਹਾਡੀ ਗੱਲ ਤੇ ਹੁਣ ਤੁਹਾਡੀ ਗੱਲ ਤੇ ਮੈਂ ਆਉਣ ਲੱਗਾ ਜੀ ਗੁੱਸਾ ਨਾ ਕਰੋ। ਤੁਸੀਂ ਆ ਕੇ ਬੈਠੇ ਆ, ਮੇਰੇ ਹੱਥ 'ਚ ਕਾਗਜ਼ ਫੜਿਆ ਸੀ, ਮੈਂ ਪੁੱਛਿਆ ਵੀ ਮਲੂਕ ਸਿੰਘ ਮੈਂ ਤੁਹਾਨੂੰ ਕਿਹਾ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਕਵਾਸ ਨਾ ਕਰੀ। ਠੀਕ ਹੈ, ਮੈਂ ਕਿਉਂ ਕਹੂੰਗਾ? ਠੀਕ ਹੈ, ਪਰ ਜਦੋਂ ਤੁਸੀਂ ਮੈਨੂੰ ਪੁੱਠਾ ਬੋਲੋਗੇ ਫਿਰ ਮੈਂ ਕਹੂੰਗਾ। ਮੈਂ ਪੁੱਠਾ ਬੋਲਾਂਗਾ ਤਾਂ ਫਿਰ ਕਰੋਗੇ ਨਾ? ਨਹੀਂ ਇਹ ਤਾਂ ਗੱਲ ਕੁਦਰਤੀ ਹੈ ਨਾ ਭਾਈ ਸਾਹਿਬ ਜੀ। ਤੁਸੀਂ ਇਹਨਾਂ ਜੋ ਇੱਕ ਬੰਦਾ ਉੱਠ ਕੇ ਕਹਿ ਰਿਹਾ ਪਹਿਲਾਂ ਨਹੀਂ ਉਹਨੇ ਕਿਹਾ ਤਾਂ ਇੱਥੇ ਗੁਰਦੁਆਰਾ ਗੁਰੂ ਇੱਥੇ ਮੈਂ ਦੋ ਇੱਥੇ ਮਹਾਰਾਜ ਦੇ ਅੱਗੇ ਝੂਠ ਦੇ ਕਸਮ ਖਾ ਕੇ ਮੈਂ ਵੀ ਮਾਫੀ ਮੰਗ ਲਾਂਗਾ, ਕਸਮ ਖਾ ਕੇ ਕਹੇ ਪਰ ਨਹੀਂ ਪਾਇਆ ਇਹਨੇ ਬਾਬੇ ਭਾਈ ਨੇ ਕਿਹਾ ਪਹਿਲਾਂ ਬਕਵਾਸ ਨਾ ਕਰ। ਮੈਂ ਕਹਿੰਨੀ ਆ ਦੇਖੋ ਮੈਂ ਇਹਨਾਂ ਦੀ ਘਰ ਵਾਲੀ ਆ, ਮੇਰਾ ਇੱਕ ਬੇਟਾ ਠੀਕ ਆ ਨਾ, ਕੁੱਤਾ ਗੁਰੂ ਦਾ ਵਜ਼ੀਰ ਹਰਾਮ ਦਾ, ਗੁਰੂ ਦਾ ਵਜ਼ੀਰ ਕੁੱਤਾ, ਗੁਰੂ ਦਾ ਵਜ਼ੀਰ ਹਰਾਮ ਦਾ। ਮੈਂ ਸਿਰਫ ਇੱਕ ਗੱਲ ਪੁੱਛਣਾ ਇਹਨੇ ਮੈਂ ਸ਼ਰਿਆਮ ਕੈਮਰੇ ਲੱਗੇ ਪਏ, ਵੀਡੀਓ ਉੱਥੇ ਗਿਆ ਇੱਕ ਮਿੰਟ ਗੁਰੂ ਦਾ ਵਜ਼ੀਰ ਕੁੱਤਾ ਇਹ ਗੱਲ ਨਹੀਂ ਮੇਰੀ ਗੱਲ ਸੁਣੋ ਤੁਸੀਂ, ਕੋਈ ਗੱਲ ਨਹੀਂ, ਮੈਂ ਦੱਸਦਾ, ਮੈਂ ਸਪਸ਼ਟੀਕਰਨ ਦਿੰਦਾ ਆਪਣਾ, ਪਹਿਲੇ ਪੜ੍ਹ ਲਓ ਲੈਟਰ, ਮੈਂ ਇਹ ਫਿਰ ਮੈਨੂੰ ਕੁਐਸਚਨ ਕਰਨਾ ਮੈਂ ਦੱਸਦਾ ਜ਼ਰੂਰ ਦੇ ਤੁਸੀਂ ਬੋਲੋ, ਅਸੀਂ ਪੜ੍ਹਦੇ ਹਾਂ, ਤੁਸੀਂ ਆਪਣਾ ਦੱਸੋ। ਸ਼ੁਰੂਆਤ ਤਾਂ ਉੱਥੋਂ ਹੀ ਆ ਜੀ। ਅਸੀਂ ਤੇ ਕੋਲੇ 'ਚ ਮੈਂ ਤੇ ਆਉਣਾ ਹੀ ਨਹੀਂ, ਜੇ ਮੈਨੂੰ ਇਹ ਬਲਦੇਵ ਸਿੰਘ ਨਾ ਫੋਨ ਕਰੇ ਕੋਈ ਮੁੰਡਾ ਕਹਿੰਦਾ ਇਸ ਤਰ੍ਹਾਂ ਲੈ ਵੀ ਮੈਂ ਕਿਹਾ ਚਲ ਤੁਹਾਡੀ ਕਮੇਟੀ ਸਟੈਂਡ ਕਰਕੇ ਤੇ ਤੁਹਾਡੇ ਪੈਸੇ ਜਿਹੜੇ ਨੇ ਪੈਸੇ ਲਾ ਦੇਣੇ, ਲੈਟਰ ਪਾ ਦੇਣੇ। ਇਹ ਬਾਬਾ ਸਾਰਾ ਤੇਰਾ ਹੀ ਨਹੀਂ, ਤੇਰਾ ਹੀ ਗੁਰੂ ਤੇਗ ਬਹਾਦਰ ਸਾਹਿਬ ਤੇਰਾ ਹੀ ਹੋ ਗਿਆ, ਸਾਡਾ ਵੀ ਆਮਾ ਦਾ ਕੰਮ ਹੈ, ਮੇਰਾ ਹੀ ਸਾਰਾ ਬਾਬਾ ਮੇਰਾ ਹੀ ਹੋ ਗਿਆ, ਬੰਦੇ ਸੱਦਣ ਵਾਸਤੇ ਪਹਿਲਾਂ ਤਾਂ ਉਹਨੂੰ ਮੁੰਡੇ ਨੂੰ ਫੜੋਗੇ, ਤੂੰ ਮੈਨੂੰ ਪੁੱਛ ਕੇ ਬੰਦੇ ਲਿਆ ਸਕਦੀ ਆ ਫਿਰ ਕੋ ਕਸੂਰ ਪਹਿਲਾਂ ਉਹਨੂੰ ਫੜੋ ਨਾ, ਜਿਹੜਾ ਜੜ ਹੈ ਉਹਨੂੰ ਫੜੋ, ਬਿਨਾਂ ਕਮੇਟੀ ਦੱਸੇ ਕਿਵੇਂ ਬੰਦੇ ਸੱਦ ਕੇ ਲਿਆ। ਜਿਹਨੇ ਝਗੜਾ ਕਰਾਇਆ ਕੀਤਾ ਕਰਨ ਲੱਗਾ, ਜਿਹੜਾ ਨਾ ਕਮੇਟੀ ਸ਼ਾਮਲ ਹੈ ਨਾ ਪਿੰਡ ਦਾ ਮੋਹਤਬਾਰ ਹੈ, ਉਹ ਬੰਦਾ ਕਿਵੇਂ ਜਾ ਕੇ ਬੰਦੇ ਇਕੱਠੇ ਕਰ ਰਿਹਾ? ਆਪੇ ਦੱਸ ਦੇ ਆਪੇ ਆ ਜੇ ਮੇਰਾ ਮੈਂਬਰ ਕੋਈ ਨਾ ਹੁੰਦਾ ਇਹਨਾਂ ਨੇ ਤਾਂ ਮਾਰ ਜਾਣਾ ਸੀ ਮੈਨੂੰ। ਲੱਗ ਗਿਆ ਦੱਸੋ ਮਾਰੇ ਕੀ ਗੱਲ ਮੁੰਡਾ ਫਿਰ ਸਭ ਹਾਂਜੀ ਨਵ ਮੁੰਡਾ ਨਵ ਉਹ ਮੈਨੂੰ ਨਿਆਰੇ ਗਿਆ ਵੀ ਇਹਨਾਂ ਦੇ ਘਰ ਵੀ ਆਪਾਂ ਭਾਈ ਨੂੰ ਵੀ ਜਿਹੜਾ ਆਪਾਂ ਲੈਂਟਰ ਪਾਉਣਾ ਵਾ ਤੇ ਜਿਹੜੇ ਪੈਸੇ ਹੈਗੇ ਆ ਗੁਰਦੁਆਰੇ ਦੇ ਆਪਾਂ ਇਹਨਾਂ ਅੱਗੇ ਬੇਨਤੀ ਕਰੀਏ ਵੀ ਉਹ ਤੁਸੀਂ ਲਵ ਨੂੰ ਕਿਸੇ ਨੇ ਕਿਹਾ ਹੀ ਕਿਹਾ ਸੀ ਹਾਂਜੀ ਨਹੀਂ ਮੈਨੂੰ ਨਾਲ ਲੱਗ ਗਿਆ ਨਹੀਂ ਕਮੇਟੀ ਜਾ ਕੇ ਮੈਨੂੰ ਤਾਂ ਨਹੀਂ ਤੁਸੀਂ ਨਹੀਂ ਹੈਗੇ ਮੈਂ ਜਿਹੜੀ ਗੱਲ ਪੁੱਛਦਾ ਵੀ ਜਿਹੜਾ ਉਹ ਮੁੰਡਾ ਆ ਉਹ ਕਮੇਟੀ ਤੇ ਹੈ ਨਹੀਂ ਉਹ ਕਿਹੜੇ ਅਧਿਕਾਰ ਨਾਲ ਕਹਿੰਦਾ ਪਿਆ ਗੱਲ
ਜਾਂ ਕਿਸੇ ਨੇ ਕਮੇਟੀ ਜਿਹੜੀ ਮੌਜੂਦਾ ਉਹ ਦੂਜੀ ਕਮੇਟੀ 2 ਕਮੇਟੀਆਂ ਬਣਾਈਆਂ ਨਾ ਸਾਡੀ ਜਿਹੜੀ ਮੌਜੂਦਾ ਕਮੇਟੀ ਪ੍ਰਬੰਧਕ ਕਮੇਟੀ ਤੇ ਹੀ ਮੰਨੀ ਜਾ ਰਹੀਆਂ 50 ਕਮੇਟੀਆਂ ਬਣ ਜਾਣ ਬਾਅਦ ਮੈਂ ਉਹ ਗੱਲ ਜਿਹੜੀ ਕਰਦਾ ਨੌਜਵਾਨ ਸਭਾ ਉਹ ਪ੍ਰਬੰਧਕ ਦੇ ਵਿੱਚ ਇੰਟਰਫੇਅਰ ਨਹੀਂ ਕਰ ਉਹ ਨਹੀਂ ਸਕਦੇ ਕਰ ਸਕਦੇ ਬਾਗੂ ਸਭ ਤੋਂ ਬਾਅਦ ਜੋ ਮਰਜ਼ੀ ਕਰੀ ਜਾਵੇ ਗੁਰੂ ਘਰ ਨਹੀਂ ਕਰ ਅਸੀਂ ਸਕਦੇ ਵੀ ਉਸੇ ਕੰਮ ਤੇ ਚੱਲੇ ਸੀ ਪਰ ਹਾਂ। ਜਿਹੜੀ ਨੌਜਵਾਨ ਸਭਾ ਹੈ ਉਹ ਪਾਸੇ ਰਵੇ ਉਹ ਪਾਸੇ ਰਵੇ ਇਹ ਇਕੱਠੀ ਹੁੰਦੀ ਪ੍ਰਬੰਧਕ ਗੁਰਦੁਆਰੇ ਵਿੱਚ ਬਾਬਾ ਜੀ ਨੌਜਵਾਨ ਕਮੇਟੀ ਦਾ ਕੋਈ ਮਤਲਬ ਨਹੀਂ ਕਿਸੇ ਦੇ ਘਰ ਜਾਣ ਦਾ ਪਾਸੇ ਰਵੇ ਇਹ ਇਹ ਜਿਹੜੀ ਆਪਣੀ ਕਮੇਟੀ ਸਟੈਂਡ ਕਰਾ ਕੇ ਤੇ ਫਿਰ ਪੈਸੇ ਨਾਲ ਅਸੀਂ ਜਿਹੜੀ ਗੱਲ ਤੇ ਤੁਲੇ ਉਹ ਕਰਨ ਦਾ ਬਾਬਾ ਜੀ ਇਹ ਕਰ ਜਾ ਜਿਹੜੀ ਨੌਜਵਾਨ ਪ੍ਰਬੰਧਕ ਕਮੇਟੀ ਨਾ ਉਹ 20 ਬਾਏ ਮੁੰਡੇ ਨੇ ਉਹ ਮਹੀਨੇ ਦਾ 25000 30000 40,000 ਵੀ ਇਕੱਠਾ ਕਰਦੇ ਨੇ ਮੰਗ ਤਾਂ ਕਿ ਆਪਣੇ ਯਾਰਾਂ ਦੋਸਤਾਂ ਤੋਂ ਰਿਸ਼ਤੇਦਾਰਾਂ ਉਹ ਲਿਆ ਕੇ ਗੁਰੂ ਘਰ ਲਾਉਂਦੇ ਨੇ ਖਾਂਦੇ ਨਹੀਂ ਜਿਹਨਾਂ ਸੇਵਾ ਕਰਨੀ ਨੇ ਆਪਣੇ ਲਈ ਕਰਨੀ ਹੈ ਹਾਂ ਜੇ ਉਹ ਲਿਆ ਕੇ ਕਰਦੇ ਨੇ ਜੇ ਉਹ ਬੇਨਤੀ ਸੁਣੋ ਹਾਂਜੀ ਜੇ ਉਹ ਮੁੰਡਿਆਂ ਨੇ ਇੱਟਾ ਸਟੈਪ ਚੱਕੇ ਜਿਹੜੇ ਮੰਗਣ ਗਏ ਸੀ ਉਹਨਾਂ ਦੇ ਭਾਈ ਸਾਹਿਬ ਦੇ ਘਰੇ ਪੈਸੇ ਪ੍ਰਬੰਧਕ ਕਮੇਟੀ ਤੋਂ ਕੀ ਸੀਗਾ ਨਾਲ ਨਹੀਂ ਮੇਰੀ ਗੱਲ ਸੁਣ ਪਹਿਲਾਂ ਇਹ ਜਿਹੜੀ ਮੈਂ- ਨੌਜਵਾਨ ਪ੍ਰਬੰਧਕ ਕਮੇਟੀ ਦੀ ਗੱਲ ਮੈਂ ਸੁਣ। ਦੱਸ ਮੈਂ ਨਹੀਂ ਗਏ ਇਹ ਮੈਂ ਦੱਸ ਕੌਣ ਗਿਆ? ਮੈਂ ਦੱਸ ਦਿੰਦਾ ਇਹ ਭਾਈ ਸਾਹਿਬ ਜੋ ਮੁੰਡਾ ਲਾਭ ਇਹ ਦੋਨੇ ਰਾਤ ਨੂੰ ਮੇਰੇ ਘਰ ਗਏ ਸੀ ਮੈਂ ਜਿੱਦਾਂ ਲਾਤਾ ਸੀਗਾ ਮੈਂ ਨਿਕਲਿਆ ਮੈਂ ਦੱਸੋ ਮੈਂ ਅੰਦਰ ਲੈ ਕੇ ਆ ਰਿਹਾ ਇਹ ਕਹਿੰਦੇ ਵੀ ਜਿਹੜਾ ਗੁਰਦੁਆਰਾ ਲਿਖਤ ਰਿਹਾ ਤੇ ਸਵੇਰ ਨੂੰ ਤੁਸੀਂ ਗੁਰਦੁਆਰੇ ਆਓ ਤੇ ਆਪਾਂ ਕਮੇਟੀ ਪੁਰਾਣੀ ਬਣਾ ਕੇ ਜਿਹੜੀ ਬਣਾਈ ਹੈਗੀ ਆ ਬਣਾ ਕੇ ਤੁਹਾਨੂੰ ਵਿੱਚ ਪਾ ਕੇ ਪੈਸੇ ਜਿਹੜੇ ਆ ਬੈਂਕ ਚੋਂ ਕਢਾ ਕੇ ਤੇ ਲੈਕਚਰ ਪਵਾ ਦੀ ਮੈਂ ਕਿਹਾ ਆਪਾਂ ਸਵੇਰ ਆ ਜਾ ਕੋਈ ਦਿੱਤਾ ਨਹੀਂ ਮੈਂ ਇਹਨਾਂ ਨਾਲ ਗੱਲ ਕੀਤੀ ਇਹ ਵੀ ਆ ਗਿਆ ਤੇ ਭਜਨ ਸਿੰਘ ਵੀ ਆ ਗਿਆ ਜੋ ਇੱਥੇ ਹੋਇਆ ਮੈਂ ਇਹਨਾਂ ਨੂੰ ਜੋ ਜੋ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਹਾਂਜੀ ਤੁਹਾਨੂੰ ਦੱਸਿਆ ਵੀ ਪਹਿਲਾਂ ਮੇਰੇ ਘਰ ਇਹ ਨਾਲ ਸੀਗਾ ਇਹ ਡਾਕਟਰ ਸਾਹਿਬ ਸੀਗਾ ਜੀ ਇਹ ਬਾਦ ਸਿੰਘ ਸੀਗਾ ਜੀ 13-14 ਬੀਬੀਆਂ ਸੀਗੀਆਂ ਜਿਹੜੇ ਮੇਰੇ ਘਰ ਦੇ ਮੋਹਰੇ ਖੜੀਆਂ ਸੀਗੀਆਂ ਉਹ ਮੈਨੂੰ ਦਬਾ ਮਾਰਨ ਗਈਆਂ ਸੀ ਮੈਨੂੰ ਪੈਸੇ ਦੋ ਸਮ ਚੱਕ ਕੇ ਸਾਈਨ ਕਰਕੇ ਜਦ ਕਿ ਮੈਂ ਇਹਨਾਂ ਦੀ ਕਮੇਟੀ ਦਾ ਹਿੱਸਾ ਹੀ ਤੇ ਮੈਂ ਸਾਈਨ ਕਰਤੇ ਕਰਾਂ ਔਰ ਮੇਰੇ ਘਰ ਮੈਨੂੰ ਦਾਦੂਆਂ ਦੇ ਉੱਤੇ ਪੈਸੇ ਦਿੱਤੇ ਲੱਗਣ ਵਾਸਤੇ ਦੀ ਅਰਦਾਸ ਕਰ ਦੇਣੀਆਂ ਔਰ ਜਦ ਕਿ ਹਾਂਜੀ ਇਹਨਾਂ ਗੱਲ ਕੀ ਇਹ ਬੀਬੀਆਂ ਤੇ ਗਈ ਸਾਰੀ ਗੱਲ ਇਹ ਵੀ ਵਿੱਚੇ ਸੀ ਗੱਲ ਸਰਦਾਰ ਕਮਲ ਜੀ ਸੀ ਵਿੱਚੇ ਸੀ ਇਹ ਬਾਦ ਸਿੰਘ ਵੀ ਬਾਅਦ ਚ ਗਾਲਾਂ ਕੱਢਦਾ ਰਿਹਾ ਜਿਹੜੇ ਪੁਰਾਣੀ ਗੱਲ ਦੀ ਮੈਂ ਸਮਝਦਾ ਕਿ ਮੈਂ ਤੇਰੀ ਇੱਕ ਵੀ ਗੱਲ ਕੱਢੀ ਹੋ ਚਲੋ ਤੂੰ ਸੌਂ ਆਪਣੇ ਅੱਛਾ ਗੱਲ ਨਹੀਂ ਪਹਿਲੇ ਉੱਥੇ ਬਾਕੀਆਂ ਸਾਰਿਆਂ ਪ੍ਰਧਾਨ ਨੇ ਆਪਣੀ ਵੀ ਕਹਿ ਦੂਜਿਆਂ ਨੇ ਵੀ ਕਹਿ ਸੈਕਟਰੀ ਨੇ ਵੀ ਕਹਿ ਮੇਰੀ ਕਿਸੇ ਨੇ ਗੱਲ ਨਹੀਂ ਮੈਨੂੰ ਤੇਲ ਹੀ ਲੈ ਕੇ ਗਿਆ ਮੈਂ ਐਸਿਡ ਲੈਣ ਗਿਆ ਸੀ ਉਹ 5 ਵਜੇ ਆ ਕੇ ਦਿੱਤਾ 150 ਰੁਪਇਆ ਫੋਨ ਵੀ ਖਰਚਿਆ ਉਹ ਬਦਨਾਮੀ ਲਈ ਮੈਂ ਐਸਿਡ ਮੈਂ ਗੁਰਦੁਆਰੇ ਬਣਾ ਦਿੱਤਾ ਮੈਂ ਗੁਰਦੁਆਰੇ 10 ਸਾਲ ਹੋ ਗਏ ਇੱਥੇ ਸੇਵਾ ਕਰਦੇ ਹਾਂ ਬਾਹਰ ਬੂਟੇ ਲਾਏ ਹੋ ਸੀਗੇ ਉਹ ਸਾਰੇ ਨੇ ਆਪਣੇ ਗ੍ਰੰਥੀ ਸਾਹਿਬ ਨੇ ਬਣਾ ਦਿੱਤੇ ਕਿਉਂ ਬਣਾਏ ਆ ਫਾਲੂ ਬੂਟੇ ਸੀਗੇ ਇਹ ਮੈਨੂੰ ਨਹੀਂ ਪਤਾ ਗ੍ਰਾਂਤੀ ਸਾਹਿਬ ਕੋਲ ਕੀ ਅਧਿਕਾਰ ਬੜਾ ਮੈਨੂੰ ਕੋਈ ਨਹੀਂ ਮੈਂ ਮੈਨੂੰ ਗੱਲ ਕਰਨਾ ਮੈਂ ਇਹਨਾਂ ਨਾਲ ਗੱਲ ਕਰਨੀ ਆ ਹਾਂਜੀ ਹਾਂਜੀ ਜੇ ਤਾਂ ਗ੍ਰੰਥੀ ਸਿੰਘ ਤੁਸੀਂ ਸਾਬਤ ਕਰ ਸਕਦੇ ਹੋ ਗ੍ਰੰਥੀ ਨੇ ਬਣਾਇਆ ਜਾਂ ਮੰਨ ਲਿਆ ਜਾਂ ਕੋਈ ਕਮੇਟੀ ਵਾਲਾ ਨੇ ਸਾਨੂੰ ਗ੍ਰੰਥੀ ਨੇ ਕਿਆ ਪਤਾ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਕੋਈ ਗੱਲ ਨਹੀਂ ਬਰਮਤ ਦੇ ਅਨੁਸਾਰ ਗੱਲ ਲੱਗ ਜਾਵਾਂਗੇ ਨਹੀਂ ਮੈਂ ਤਾਂ ਛੱਡ ਦਿੱਤਾ ਉਸ ਗੱਲ ਹੀ ਨਹੀਂ ਛੱਡ ਦਿੱਤੀ ਮੈਂ ਮੇਰੀ ਗੱਲ ਇੱਕ ਸੰਗਤ ਨਹੀਂ ਸੁਣੀ ਮੈਂ ਉਸ ਤੋਂ ਬਾਅਦ ਮਾਤਾ ਆਉਣਾ ਛੱਡ ਦਿੱਤਾ ਸੰਗਤ ਦੇ ਵਿੱਚ ਆਉਣਾ ਸ਼ਾਮ ਨੂੰ ਫਿਰ ਮੱਥਾ ਟੇਕਣ ਆਉਂਦਾ ਇਹ ਤਾਂ ਫਿਰ ਕੱਲ ਮੈਨੂੰ ਇਹਨਾਂ ਨੇ ਬੁਲਾਇਆ ਜਦ ਤੋਂ ਦੱਸੀ ਹਟੇ ਵੀ ਕਿਉਂ ਬੁਲਾਇਆ ਇਹਨੇ ਬਾਬਾ ਜੀ ਪੌੜੇ ਚ ਆਉਣਾ ਹੀ ਨਹੀਂ ਸਾਨੂੰ ਵੀ ਪਤਾ ਹੀ ਸਾਨੂੰ ਕੀ ਪਤਾ ਕਿਆ ਕੰਮ ਕੀਤੀ ਨਹੀਂ ਇਹਨੇ। ਇੱਥੇ ਬੁਲਾਇਆ ਇਹਨਾਂ ਨੇ ਅਸੀਂ ਸੋਚਿਆ ਇਹਦੇ ਨਾਲ ਗੱਲ ਕੀਤੀ ਹੋਈ ਇਹਨੇ ਕਮੇਟੀ ਨਾਲ ਤਾਂ ਹੀ ਸੱਦਣ ਮੈਂ ਜਿਹੜੀ ਇਹ ਕਹਿੰਦਾ ਗਾਲੀ ਨਹੀਂ ਕੱਢੀ ਮੈਂ ਸਿੱਧੀ ਜਿਹੜੀ ਕਹਿੰਦਾ ਫਿਰ ਸੱਪ ਮਿਲ ਰਿਹਾ ਤਾਂ ਬਾਬਾ ਮਿਲ ਰਿਹਾ ਬਾਬੇ ਨੂੰ ਮਾਰ ਦਿਓ ਸੱਪ ਨੂੰ ਛੱਡ ਦੇ ਮੈਂ ਇਹ ਜੀ ਗੱਲ ਕਹੀ ਆ ਕੁੱਤਾ ਹੁੰਦਾ ਕਿਹਾ ਔਰ ਇੱਥੇ ਵੀ ਸਾਹਮਣੇ ਵੀ ਕਹਿੰਦਾ ਲੋਕ ਚੁੱਪ ਯਾਰ ਇੱਥੇ ਵੀ ਮਾਰ ਸਾਹਮਣੇ ਕਹਿੰਦਾ ਇਸ ਕਰਕੇ ਜੂਰੀ ਦੇ ਵਿੱਚ ਜਿਹੜੀ ਵੀ ਕਰ ਸਕੋ ਮੈਂ ਆਪਣੇ ਬੱਚੇ ਦੇ ਸਾਹਮਣੇ ਨਹੀਂ ਤੁਸੀਂ ਇਹ ਗੱਲ ਨਹੀਂ ਮੈਨੂੰ ਉਸ ਚੀਜ਼ ਦਾ ਗੁੱਸਾ ਕਿਉਂਕਿ ਜਿਹੜਾ ਤੇਲ ਚੋਰ ਦੀ ਗੱਲ ਸੀ ਨਾ ਮੇਰੀ ਗੱਲ ਵੀ ਗੱਲ ਸੁਣ ਮੈਂ ਥੋੜੋ ਕਹੀ ਮੈਂ ਸਮਝਦਾ ਮੈਂ ਕਹੀ ਤੇਲ ਚੋਰ ਦੀ ਗੱਲ ਮੈਂ ਤੁਹਾਡੀ ਕਹਿੰਦੀ ਦੀ ਗੱਲ ਥੋੜਾ ਮੈਂ ਸਾਰਾ ਨੂੰ ਜੋੜ ਕਰ ਲਿਆ ਦਿਮਾਗ ਮੇਰੇ ਬਣ ਗਿਆ
ਮੈਨੂੰ ਤੇਲ ਦਿੰਦਾ ਗੁੱਸਾ, ਉਹਦਾ ਗਵਾਹ ਇਹ ਸੀ ਵੀ ਤੇਲ ਇਹਨਾਂ ਨੇ ਦਿੱਤਾ ਸੀ ਪੁਰਾਣਾ ਕਿਸੇ ਨੂੰ, ਮਤਲਬ ਇਸ ਕਰਕੇ ਮੈਨੂੰ ਕਿਉਂ ਚੋਰ ਬਣਾਇਆ ਗਿਆ? ਨਹੀਂ ਮੈਂ ਕਿਹਾ ਸੀ ਤੂੰ ਤੇਲ ਲੈ ਕੇ ਗਿਆ। ਜਦੋਂ ਅਸੀਂ ਚੰਗੇ ਕੰਮ ਲਈ ਤੁਰਨਾ ਨਾ ਹਾਂਜੀ ਹਾਂਜੀ ਕੋਈ ਗੱਲ ਨਹੀਂ। ਜਦੋਂ ਅਸੀਂ ਚੰਗੇ ਕੰਮ ਲਈ ਜੀ, ਤੁਰਨਾ ਨਾ, ਬਾਬਾ ਜੀ ਗੁਰੂ ਨਾਨਕ ਪਾਤਸ਼ਾਹ ਨੂੰ ਲੋਕਾਂ ਨੇ ਨਹੀਂ ਬਖਸ਼ਿਆ, ਸਾਡੇ ਲੋਕਾਂ ਨੇ। ਬੰਦ ਤੁਹਾਡੀ ਤੇ ਜੇ ਹੁਣ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਗੱਲ ਸੁਣ ਕੇ ਘਰੇ ਪੈ ਜਾਂਦੇ ਤੇ ਨਾ ਤਾਂ ਸੱਜਣ ਠੱਗ ਦਾ ਹੁੰਦਾ ਆਧਾਰ, ਨਾ ਕੋਈ ਡਰਾਵੇ ਦਾ। ਸਹੀ ਗੱਲ ਹੈ। ਸੁਣੋ ਮੇਰੀ, ਠੀਕ ਹੈ ਕੋਈ ਗੱਲ। ਸੱਚ ਦੇ ਰਸਤੇ ਤੇ ਤੁਰਾਂਗੇ, ਬਦਨਾਮੀਆਂ ਵੀ ਲੱਗਣੀਆਂ, ਬੜਾ ਕੁਝ ਹੋਣਾ, ਲੱਭਣਾ ਕੁਝ ਨਹੀਂ, ਪਰ ਇਹ ਆ ਵੀ ਕਿਸੇ ਨਾ ਕਿਸੇ ਮੰਦਰ ਤੇ ਤੁਸੀਂ ਪਹੁੰਚ ਜਾਓਗੇ। ਸੱਚ ਦੇ ਰਸਤੇ ਤੁਰਨਾ ਫਾਇਦਾ ਇਹ ਹੈ, ਝੂਠ ਦੇ ਰਸਤੇ ਤੁਰ ਜਾਓ, ਤੁਹਾਡੇ ਮੂੰਹ 100 ਬੰਦਾ ਖੜਾ ਹੋਊਗਾ। ਇਹਦੀ ਤੇ ਗੱਲ ਤੁਹਾਡੀ ਗਲਤੀ ਇਹ ਆ ਵੀ ਤੁਸੀਂ ਕਿਸੇ ਪਿੱਛੇ ਲਾ ਕੇ ਗੁਰੂ ਘਰ ਖਾਂਦੇ ਪਏ। ਇਹਨਾਂ ਨੂੰ ਨਹੀਂ ਬਣਦੀ, ਨਾ ਬੁਲਾਓ, ਮੱਥਾ ਟੇਕੋ। ਨਹੀਂ ਹੁੰਦਾ ਸ਼ਾਮ ਨੂੰ। ਠੀਕ ਹੈ, ਹਾਂਜੀ ਚਲੋ ਠੀਕ ਹੈ। ਕਿਉਂਕਿ ਜਿਹੜੇ ਆ ਤੇਲ ਵਾਲੀ ਗੱਲ ਆ, ਇਹ ਤੁਸੀਂ ਕਰ ਸਕਦੇ ਹੋ ਆਪਣੀ ਪ੍ਰਬੰਧਕ ਕਮੇਟੀ ਨਾਲ ਜਾਂ ਨਗਰ ਪੰਚਾਇਤ ਨਾਲ। ਇਹ ਨਾਲ ਜੋ ਆਪਾਂ ਇਕੱਠੇ ਨਹੀਂ ਹੋਏ, ਅਸੀਂ ਜਿਹੜੀ ਗੱਲ ਵਾਸਤੇ ਇਕੱਠੇ ਹੋਏ ਆ ਵੀ ਹਾਂ ਤੁਸੀਂ ਚਾਹੁੰਦੇ ਆ ਤੁਸੀਂ ਦਰਖਤਾਂ ਦਾ ਹਿਸਾਬ ਕਿਤਾਬ ਲੈਣਾ, ਤੁਸੀਂ ਉਹ ਦਰਖਤ ਨੂੰ ਗ੍ਰਾਂਤੀ ਨੂੰ ਪੁੱਛਾਂਗੇ, ਕਮੇਟੀ ਨੂੰ ਪੁੱਛਾਂਗੇ ਕਿਉਂ ਬਣਾਇਆ ਜੀ। ਇਹ ਕਮੇਟੀ ਵੀ ਜਵਾਬ ਦੇ ਤੇ ਗ੍ਰੰਥੀ ਵੀ ਜਵਾਬ ਦੇ ਬੈਠਾ ਵਾ। ਜੇ ਤੁਹਾਡੇ ਕੋਲ ਸਬੂਤ ਹੈਗਾ ਵੀ ਗ੍ਰੰਥੀ ਨੇ ਬਣਾਇਆ, ਆਪਾਂ ਹੁਣ ਦੱਸੋ ਜੀ। ਨਹੀਂ ਮੇਰੇ ਕੋਲ ਕੋਈ ਸਬੂਤ ਤੇ ਬਾਬਾ ਜੀ ਵੱਡੇ ਵੱਡੇ ਗਏ, ਬਸ ਇੰਨਾ ਮੈਨੂੰ ਪਤਾ। ਤੇ ਬਾਬਾ ਜੀ ਕੀ ਪਤਾ ਹੈ ਬਾਬਾ ਜੀ ਲੰਗਰ ਆ ਤਾਂ ਹੀ ਸ਼ਾਇਦ ਹੁੰਦੇ ਜੀ। ਉਹ ਤੇ ਚਲੋ ਜੇ ਬੂਟੇ ਜਿਹੜੇ ਵੱਢਦੇ ਬੂਟੇ ਤਾਂ ਨਹੀਂ ਬਣੋ, ਉਹਦੀ ਗੱਲ ਚੂਤਾਂ ਦੇ ਵਿੱਚ ਗੱਲ ਹੀ ਕੋਈ ਨਹੀਂ। ਨਹੀਂ ਮੈਂ ਬੁੱਢੇ ਬੁੱਢੇ ਲੰਗਰਾਂ ਸ਼ੁਰੂ ਕੀਤਾ ਜਿਹੜੀ ਮੈਂ ਉਹ ਗੱਲ ਕਹੀ ਮੈਂ ਗਲਤ ਜਿਹੜੀ ਮੈਂ ਕਹੀ ਉਸ ਚੀਜ਼ ਤੇ ਮੈਂ ਮੰਨ। ਤੁਸੀਂ ਕਹਿੰਦੇ ਮੈਨੂੰ ਪਤਾ ਹੀ ਨਹੀਂ, ਕੋਈ ਗਵਾਹ ਨਹੀਂ, ਕੋਈ ਕੁਛ ਨਹੀਂ ਕੀਤਾ, ਪਰ ਤੁਸੀਂ ਜਿਹੜੇ ਨਾਰੇ ਲਾਏ ਆ ਉਹਦਾ ਕੀ? ਮੈਂ ਕੋਈ ਨਾਰਾ ਨਹੀਂ ਲਾਇਆ। ਇਹ ਉਹ ਕਹਿੰਦੇ ਇਹਨਾਂ ਦੇ ਕਹਿਣਾ ਹੀ ਮੈਡਮ ਜੀ ਆ ਵੀ ਤਾਂ ਇਹਨਾਂ ਕਹਿੰਦਾ ਮੈਂ ਉੱਥੇ ਜੋ ਮੈਂ ਤੁਸੀਂ ਇਹਨਾਂ ਨੇ ਕੱਢੀਆਂ, ਕਹਿੰਦਾ ਗ੍ਰਾਂਤੀ ਕੁੱਤਾ, ਗੁਰੂ ਦਾ ਵਜ਼ੀਰ ਹਰਾਮ ਦਾ। ਨਹੀਂ ਹੋਈ ਸੱਪ ਦੀ ਤੇ ਗ੍ਰਾਂਤੀ ਦੀ ਉਹ ਮੈਂ ਕਹੀ ਜਿਹੜੀ ਮੈਂ ਗੱਲ ਕਹੀ ਮਾਮੂ ਸਾਹਿਬ ਦੇ ਨਾਲ ਉਸੇ ਨਾਲ ਮੁੰਡ ਕਰਿਆ ਮੈਂ ਤਾਂ ਠੀਕ ਆ ਉੱਥੇ ਅਰਦਾਸ ਕਰੂੰ, ਉੱਥੇ ਮੈਂ ਸਾਹਮਣੇ ਕਹਿੰਦਾ ਮੈਂ ਤਾਂ ਮੈਂ ਕਿਹਾ ਚੱਲ ਆ ਮੇਰਾ ਵੀ ਇੱਕ ਵਾਰ ਤੇਰੇ ਦੋ ਵਾਲ ਆਇਆ ਹਾਂ ਕੋਈ ਨਹੀਂ। ਮੈਂ ਸਿਰਫ ਗੱਲ ਵਾਲੀ ਤੁਸੀਂ ਚੁੱਪ ਕਰ ਲਓ। ਹਾਂਜੀ ਠੀਕ ਹੈ, ਦੇਖੋ ਇਹ ਤੁਸੀਂ ਆਪਸ ਵਿੱਚ ਨਹੀਂ ਬੋਲਦੇ ਸੀ, ਮੈਂ ਤੁਹਾਨੂੰ ਬੁਲਾਉਂਦੀ ਸੀ। ਅਸੀਂ ਕੀ ਸਕਦੇ ਕਿਹਾ ਕਿ ਨਹੀਂ ਠੀਕ ਹੈ ਨਾ, ਬੁਲਾਉਂਦੀ ਸੀ। ਹਾਂਜੀ ਹਾਂਜੀ ਕਦੀ ਮੈਂ ਮਨ ਚ ਇਦਾਂ ਤਾਂ ਨਹੀਂ ਰੱਖਿਆ ਵੀ ਮੇਰੇ ਬੰਦੇ ਨੂੰ ਨਹੀਂ ਬੁਲਾਉਂਦੇ, ਮੈਂ ਕਿਉਂ ਬੁਲਾਵਾਂ। ਠੀਕ ਆ, ਪਰਿਵਾਰ ਦੀ ਗੱਲ ਕੁਝ ਪੁੱਛਣੀ। ਅੱਛਾ ਚਲੋ, ਇਹਨਾਂ ਨੇ ਤਾਂ ਅੰਕਲ ਹੁਣੀ ਕੱਢ ਦਿੱਤੀਆਂ ਹਨਾ। ਮੇਰੀ 13 ਸਾਲ ਦੀ ਬੇਟੀ, ਇਹਨੂੰ ਇੰਨਾ ਗੰਦ ਬੋਲਿਆ, ਮੇਰਾ ਵੀ ਉਹਲੇ ਕਾਲਜ ਨਾ ਟੱਕ ਪੈਂਦਾ ਸੀ। ਤੁਹਾਡਾ ਫਰਜ਼ ਬਣਦਾ ਹੀ ਭਾਈ ਸਾਹਿਬ, ਇਦਾਂ ਨਾ ਬੋਲੋ। ਤੁਸੀਂ ਉੱਪਰੋਂ ਕੀ ਕਿਹਾ, ਗ੍ਰਾਂਥੀ ਹਰਾਮ ਦਾ, ਗ੍ਰਾਂਥੀ ਕੁੱਤਾ। ਦੇਖੋ ਮੇਰੀ ਗੱਲ ਮੈਨੂੰ ਕੋਈ ਹੱਕ ਨਹੀਂ ਜੀ ਕਹਿਣ ਤੇ ਫਿਰ ਕਿਉਂ ਗਿਆ ਤੁਸੀਂ? ਮੈਂ ਨਹੀਂ ਕਿਹਾ ਇਹ ਕਦੀ ਕਹੀ ਮੈਂ ਨਹੀਂ ਕਿਹਾ ਸਾਹਮਣੇ ਕਿਹਾ ਨੇ ਤੁਹਾਡੇ? ਕਿਹਾ ਚਲੋ ਮਾਤਾ ਦਾ ਕਿੱਥੇ ਕਿਉਂ ਨਹੀਂ ਕਿਹਾ? ਜਦੋਂ ਉਸ ਤੋਂ ਬਾਅਦ ਇਹ ਵੀ ਸ਼ੁਰੂ ਹੋਵੇ। ਇਹਨਾਂ ਨੂੰ ਜੇ 10 ਬੰਦੇ ਕਹਿ ਰਹੇ ਮੈਂ ਮੰਨ ਸੰਗਤ ਸਾਰੀ ਕਹਿ ਦੇ ਮੈਂ ਮੰਨ ਉੱਤੇ ਹੀ ਮੰਨ ਲੂ। ਗੱਲ ਸੁਣ ਬਹੁਤ ਨੇੜੇ ਤੇ ਬੈਠਾ, ਤੁਹਾਡੇ ਕੈਮਰੇ ਲੱਗੇ ਹਾਂਜੀ ਹਾਂਜੀ ਉਹਨਾਂ ਦੀ ਵੋਲੀਅਮ ਨਹੀਂ ਹੈਗੀ, ਉਹਦਾ ਵੀਡੀਓ ਦਾ ਪਤਾ ਲੱਗਣੇ ਕਿੱਥੇ ਸੀਗੇ? ਹਾਂਜੀ, ਇਹ ਅੰਕਲ ਕੁਰਸੀ ਤੇ ਬੈਠੇ ਸੀ, ਇਹ ਵੀਡੀਓ ਬਣੀ ਹੋਈ। ਵੀਡੀਓ ਪਤਾ ਲੱਗ ਜਾਣਾ। ਇਹ ਸਿਰਫ ਇੱਥੇ ਨਹੀਂ, ਉਹ ਬਾਹਰ ਦੇ ਬਾਹਰ ਵਿੱਚ ਖੜੇ ਰਹੇ, ਉੱਥੇ ਵੀ ਨਹੀਂ ਕਿਹਾ। ਹਾਂ ਬਿਲਕੁਲ, ਇਦਾਂ ਕਹਿੰਦੀ ਮੈਂ ਕਹਿੰਦਾ ਸ਼ਰੇਆਮ ਕਹਿੰਦਾ ਇਹਦਾ ਤਿੰਨਾਂ ਸ਼ਰੇਆਮ ਕਹਿੰਦਾ ਸਾਨੂੰ ਸਮਝਦਾ ਕੀ ਗ੍ਰਾਂਥੀ ਦਾ। ਸੁਣ ਲਓ ਬੂਟਾ ਸਾਹਿਬ ਗ੍ਰੰਥੀ ਬਣਾ ਦੇ ਤੁਸੀਂ ਕਿਹਾ ਤਾਂ ਮੈਂ ਦੱਸਦਾ ਯਾਰ। ਇਹਨਾਂ ਕਹਿਤਾ ਇਹਨੂੰ ਬੋਲਣ ਦੀ ਬੜਾ ਇਹਨਾਂ ਨੂੰ ਕਹਿ ਤੁਹਾਡੇ ਕੋਲ ਸਿੱਖਣੀ ਹੈ ਕਲੋਨੀ। ਨਹੀਂ ਬਾਬਾ ਤੂੰ ਉਹਨੂੰ ਕਹਿਣਾ ਅਕਲ ਹੈ, ਸਾਹਿਬ ਨਾਲ ਗੱਲ ਉਹਨੂੰ ਕਰੋ। ਕਹਿਣਾ ਅਕਲ ਹੈ ਕਿ ਤੈਨੂੰ ਵੀ ਅਕਲ ਹੈ? ਨਹੀਂ ਮੈਨੂੰ ਇਹ ਨਹੀਂ ਤੇ ਫਿਰ ਉਹਨੂੰ ਮੈਂ ਇਹ ਤੂੰ ਬਿਨਾਂ ਹੀ ਸਾਰੇ ਸਮਝ ਕੇ ਤੂੰ ਨਹੀਂ ਅਸੀਂ ਅਗਲ ਤੂੰ ਬਿਨਾਂ ਹੀ ਇਹ ਕੰਮ ਕਰਨ ਡਿਆ, ਅਗਲ ਤੂੰ ਸਾਡੇ ਅਗਲ ਤੱਕ ਗੁਰੂ ਘਰ ਨੂੰ ਬੰਦਾ ਨਾ ਗੁਰੂ ਘਰ ਅਸੀਂ ਕਹਿੰਦੇ ਆ ਗ੍ਰੰਥੀ ਨੂੰ ਵੀ ਕਹੋਣਾ ਵੀ ਤਰੀਕੇ ਨਾਲ ਬੋਲ। ਬੋਲਣ ਤੁਹਾਡੇ ਮੈਂਬਰ ਨੂੰ ਝੂਠ ਬੋਲਣ ਤੇ ਯਾਰ ਗ੍ਰੰਥੀ ਨੂੰ ਵੀ ਕਹੋਣਾ ਵੀ ਤਰੀਕੇ ਨਾਲ ਬੋਲ। ਭਾਈ ਗੁਰੂ ਸਿੰਘ ਜੀ ਬੇਨਤੀ ਸੁਣੋ। ਗ੍ਰੰਥੀ ਸਿੰਘ ਨੂੰ ਨਾ 2 ਟਾਈਮ ਤੁਹਾਡੇ ਨਗਰ ਦੀ ਸੱਤ ਮੰਗਦਾ ਕਿ ਨਹੀਂ ਮੰਗਦਾ? ਮੰਗਦਾ 2 ਟਾਈਮ ਕੋਈ ਬੰਦਾ ਇਹ ਨਹੀਂ ਅੱਜ ਤੱਕ ਗ੍ਰੰਥੀ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ? ਗਾਲਾਂ ਹੀ ਸੁਣਨੀ ਪੈਂਦੀ ਹੈ। ਉਹ ਵੀ ਗੰਦਾ ਗਾਲਾਂ ਹੀ ਮਾਂ ਚੋਦ ਭੈਣ ਦਾ ਲੋਕ ਕੀ ਤੁਸੀਂ 10,000 ਦਿੰਦੇ ਹੋਵੋਗੇ, 15 ਦਿੰਦੇ ਹੋਵੋਗੇ, ਖਰੀਦ ਲਿਆ ਗ੍ਰੰਥੀ ਸਿੰਘ ਤੁਸੀਂ? 6000 ਰੁਪਏ ਦਿੰਦੇ ਕਾਹ 7,000। ਕੱਢਿਆ ਦਾ ਕਿਵੇਂ 100 ਅੱਛਾ ਬਾਬਾ ਗੱਲ ਸੁਣੋ, ਇਹ ਆਈ ਇੱਕ ਜਥੇਬੰਦੀ ਐਦਾਂ ਮੰਨ ਲਓ ਗੱਲ ਇਹ ਜਥੇਬੰਦੀ ਆਈ ਹੈ, ਇਹ ਕਰਨਾਟਕ ਤੋਂ ਆਏ ਆ, ਅਸੀਂ ਇਹ ਟੱਗਾਂ ਤੋਂ। ਜਦੋਂ ਜਥੇਬੰਦੀ ਆਉਣ ਲੱਗ ਗਏ, ਜਦੋਂ ਤੁਸੀਂ ਗੁਰੂ ਘਰ ਦੇ ਵਜ਼ੀਰ ਨੂੰ ਕਿਹਾ ਵਜ਼ੀਰ ਕੁੱਤਾ ਬਹੁਤ ਉੱਤੇ ਗੱਲ ਤੇ ਜਦੋਂ ਇਹ ਤੁਹਾਡੇ ਬੈਠਣ ਜਗ੍ਹਾ ਨਹੀਂ ਮੈਂ ਤਾਂ ਮੈਂ ਕਹਿੰਦਾ 10 ਬੰਦੇ ਕਰਨ ਨਾਲ ਉੱਤੇ ਬਣ ਜਾਂਦਾ ਮੈਂ ਤਾਂ ਵੈਸੇ ਹੀ ਬੰਦਾ ਕੱਲੀ ਗੱਲ। ਤੁਹਾਨੂੰ ਕਿਸੇ ਨੇ ਬੋਲਾ ਇਹ 4 ਬੰਦੇ ਉੱਪਰ ਬੋਲ 4 ਉੱਪਰ ਬੋਲ ਬੜਾ ਕੋਈ ਗੱਲ ਕੱਢੀ ਆ, 2 ਨਾਲ ਗੱਲ ਕੱਢੀ ਆ।
ਉਸ ਤੋਂ ਬਾਅਦ ਤੁਸੀਂ ਆਪਣਾ ਭਾਈ ਸੰਧੂ ਦਾ ਬਾਜ਼ਾਰ ਦੇ ਅਸੀਂ ਯਾਰ ਨੈਟ ਤੋਂ ਫੋਨ ਹੀ ਕਰ ਅਸੀਂ ਸਿਰਫ ਤੁਹਾਡੇ ਕੋਲ ਮੈਂਬਰ ਆਏ ਕਿ ਜਿੱਦਾਂ ਤੁਹਾਡੀ ਜਿਹੜੀ ਗਲਤੀ ਤੁਸੀਂ ਕੀਤੀ ਆ ਤੁਹਾਨੂੰ ਮਾਫੀ ਤਾਂ ਮੰਗਣੀ ਪੈਣੀ ਹੈ ਜੀ ਹਾਂ ਪਹਿਲਾਂ ਤੁਸੀਂ ਗ੍ਰੰਥੀ ਮੰਗੇ ਮਾਫੀ ਮੰਗਣੀ ਮੰਗਣੀ ਜਾਂ ਮੈਂ ਵੋਟ ਤੁਹਾਡਾ ਪਾ ਦੋ ਫੈਸਲਾ ਵਾਰੀ ਮਾਫੀ ਮੰਗਦਾ ਮੈਂ 2 ਵਾਰੀ ਮੰਗਦਾ ਪਹਿਲਾਂ ਗ੍ਰੰਥੀ ਮੰਗੇ ਕਿਉਂ ਨਹੀਂ ਕਿਹਾ ਬਕਵਾਸ ਕਰਨਾ ਔਰ ਇਹ ਬਕਵਾਸ ਕਰਨਾ ਵੀ ਗਾਲ ਥੋੜਾ ਯਾਰ ਹੱਦ ਕਰ ਤੁਸੀਂ ਸੰਤ ਜੀ ਤੁਸੀਂ ਝਗੀ ਕੁੱਤੇ ਸਾਡੀ ਮੇਰੀ ਤੁਸੀਂ ਕਰਾਉਣ ਲੱਗੇ ਸਾਨੂੰ ਕਹਿ ਦੇਵੇ ਬਕਵਾਸ ਨਾ ਕਰੋ ਬਕਵਾਸ ਨਾ ਕਰ ਬਈ ਇੱਥੇ ਆਉਣਾ ਮੇਰੇ ਗੱਲ ਨੂੰ ਉਹ ਨਹੀਂ ਪਾਪਾ ਇੱਦਾਂ ਕਿ ਬੋਲਣਾ ਤੁਸੀਂ ਕਿਉਂ ਬੋਲਣ ਲੱਗਾ ਮੈਂ ਤੁਸੀਂ ਬੁਲਾਇਆ ਉਹਨੂੰ ਤਾਂ ਬੋਲਿਆ ਉਦੋਂ ਮੈਂ ਬਿਲਕੁਲ ਕੁਝ ਨਹੀਂ ਕਿਹਾ ਉਹਦੇ ਹੀ ਕਹਿਤਾ ਹਾਂ ਉਤਰੇ ਕਹਿ ਤਾ ਮੈਂ ਸਿਰਫ ਇੰਨੀ ਗੱਲ ਕਹੀ ਜਾ ਗਿਆ ਬਾਬਾ ਜੀ ਸਾਰਾ ਅਸੀਂ ਵੀ ਬੈਠੇ ਆ ਸੁਣਨੇ ਨਹੀਂ ਕਿਹਾ ਉਹ ਅਸੀਂ ਜਾਂ ਇਹਨਾਂ ਦਾ ਹੱਸਣਾ ਕੰਮ ਹੋਰ ਕਾਹਦਾ ਕੰਮ ਇਹਨਾਂ ਦਾ ਬਾਬੇ ਤੁਹਾਡੀ ਅੱਜ ਇਹ ਹੱਸਦੇ ਬਾਰੇ ਕੱਲ ਹੋਈ ਹੱਸਲਾਂਗੇ ਇਹਦਾ ਕੀ ਉਹ ਤੇ ਹੱਸੀ ਜਾਣ ਨਹੀਂ ਭਾਈ ਤੁਸੀਂ ਇੱਥੇ ਗੁਰੂ ਘਰ ਕਿਸੇ ਤਮਾਸ਼ਾ ਨਹੀਂ ਬਣਾਉਂਦੇ ਪਏ ਐਵੇਂ ਹੱਸਣ ਦੀ ਗੱਲ ਨਹੀਂ ਹੈ ਜਿਹੜਾ ਨਿਰਣਾ ਕਰਨਾ ਗੱਲ ਕਰਦੇ ਪਏ ਨਾ ਇੱਕ ਬਾਤ ਮਹਾਰਾਜ ਹਾਜ਼ਰ ਨਾਜ਼ਰ ਹਾਂ ਬਿਲਕੁਲ ਅਸੀਂ ਹੱਦ ਨਾਲ ਨਹੀਂ ਸਮਝਦੇ ਹਾਂ ਜੇ ਗ੍ਰੰਥੀ ਸਮਝਦਾ ਨਾ ਇਹਨੂੰ ਹਾਜ਼ਰ ਨਾਲ ਨਹੀਂ ਪੈਦਾ ਕਰੋ ਜੇ ਤੁਸੀਂ ਕਹਿੰਦੇ ਆ ਗ੍ਰੰਥੀ ਦਾ ਕਸੂਰ ਆ ਗ੍ਰੰਥੀ ਦਾ ਤੁਹਾਡਾ ਕਸੂਰ ਆ ਤੁਹਾਡੀ ਨਹੀਂ ਹੌਸਲੇ ਤੇ ਪੜਦੀ ਦੇਖ ਬਣਾਵਾ ਕੋਈ ਅਰਦਾਸ ਮੈਂ ਪੜਾਉਣਾ ਜੀ ਮੈਂ ਕਿਹਾ ਮੈਂ ਨਾ ਤੁਹਾਡੇ ਕੋਲੋਂ ਅਰਦਾਸ ਸੁਣੀਆ ਨਾ ਇਹਨਾਂ ਕੋਲੋਂ ਬਾਬਾ ਮਾਲਕ ਅਰਦਾਸ ਸਿੱਧੀ ਕਰਾਂਗੇ ਤੁਸੀਂ ਇਹ ਕਲਾਸ ਸੱਚਾ ਬਾਬਾ ਸਾਰਾ ਨਾ ਸਮਝੋ ਕਰਦੇ ਇੱਕ ਮਹੀਨੇ ਜਦੋਂ ਇਹਦਾ ਤਾਂ ਕੱਲ ਪੂਰਾ ਪਰਿਵਾਰ ਹੀ ਸਹੀ ਹੈ ਪੂਰਾ ਪਰਿਵਾਰ ਯਾਰ ਚੱਲ ਬਾਤ ਕਰਨੀ ਇਹਦਾ ਅਰਦਾਸ ਤੱਕ ਗੱਲ ਜਾਣੀ ਆ ਅਰਦਾਸ ਤੁਸੀਂ ਮੇਰੇ ਕੋਲ ਹੋਣੀ ਆ ਬੈਠਾ ਮੇਰਾ ਪਾਸ਼ਾ ਮੇਰੀ ਗੱਲ ਸੁਣੋ ਅਸੀਂ ਤੇ ਦੇਖੋ ਜੇ ਮੈਂ ਪਹਿਲਾਂ ਨਜਾਇਜ਼ ਕੀਤੀ ਹੋਵੇ ਇਹਦੇ ਨਾਲ ਤੁਸੀਂ ਸਾਡੇ ਤੇ ਮੈਂ ਮੈਨੂੰ ਮਹਾਰਾਜ ਪਛਾਣੇਗਾ ਤੇ ਜੇ ਇਹਨੇ ਮੈਂ ਨਾਲ ਨਜਾਇਜ਼ ਕੀਤੀ ਤੇ ਇਹਨੂੰ ਰੱਬ ਪਛਾਣੇਗਾ ਇੱਥੇ ਬਾਬੀ ਨੂੰ ਮੁਕਰ ਚੜ੍ਹਦਾ ਬੈਠ ਕੇ ਕਰਨ ਗੱਲ ਕਰ ਅਸੀਂ ਤੁਹਾਡੇ ਹੱਕ 'ਚ ਇਹ ਗੱਲ ਕਰ ਸਕਦੇ ਆ ਭਾਈ ਜਿਹੜਾ ਹੁਣ ਤੁਸੀਂ ਮਾੜੀ ਮਾਫੀ ਮੰਗ ਲਓ ਇਹ ਤੁਹਾਡੇ ਹੱਕ 'ਚ ਵੀ ਗੱਲ ਕਰਦੇ ਆ ਭਾਈ ਦਿਦਾਰ ਸਿੰਘ ਤੁਸੀਂ ਜੀ ਜਿੱਦ ਕਰਦੇ ਆ ਫਿਰ ਸਾਡੇ ਹੱਕ 'ਚ ਵੀ ਗੱਲ ਨਹੀਂ ਬਾਬਾ ਜੀ ਗੱਲ ਸੁਣੋ ਕਿਸੇ ਬੰਦੇ ਕੋਲ ਨਹੀਂ ਮਾਫੀ ਮੰਗੋ ਮਹਾਰਾਜ ਕੋਲ ਰੋਜ਼ ਹੀ ਮੰਗਨੇ ਅਸੀਂ ਉਥੋਂ ਤੁਰੇ ਆਨੇ ਨਾ ਘਰੋਂ ਕਹਿੰਦੇ ਹਮਾਰੇ ਭੁੱਲ ਦੀ ਖਿਮਾ ਭੁੱਲ ਚੁੱਕ ਦੀ ਖਿਮਾ ਆਪਾਂ ਮੰਗ ਲਈਏ ਕੋਈ ਹੱਲ ਨਹੀਂ ਮੈਂ ਮੰਗਾ ਮਾਫੀ ਕੀ ਕਰਾਂ ਮੈਂ ਕੀ ਕਹਿਣਾ ਮੈਂ ਮਹਾਰਾਜ ਨੂੰ ਕੀ ਕਹਿਣਾ ਮੈਂ ਮਹਾਰਾਜ ਨੂੰ ਜੇ ਮੈਂ ਕਹਿੰਦੇ ਆ ਪਹਿਲਾਂ ਇਹਨੇ ਮੈਨੂੰ ਕਿਹਾ ਕੋਈ ਗੱਲ ਨਹੀਂ ਆ ਬਕਵਾਸ ਨਾ ਕਰ ਮੇਰੇ ਗਰਮੇ ਨੂੰ ਭੱਜ ਕੇ ਪਿਆ ਮੋੜ ਕੇ ਮੈਂ ਗਾਲਾਂ ਕੱਢੀਆਂ ਮੈਂ ਤਾਂ ਹੁਣ ਕੀ ਕਹਿਣ ਦੇ ਇਹ ਤਾਂ ਗੱਲ ਹੁੰਦੀ ਆ ਵਾਹਿਗੁਰੂ ਇਹ ਤਾਂ ਮੇਰੀ ਗੱਲ ਸੁਣੋ ਆਪਾਂ ਹੁਣ ਮੇਰੀ ਗੱਲ ਸੁਣੋ ਦਾਰ ਸਾਹਿਬ ਉਹਨਾਂ ਬੋਲਿਆ ਕੋਈ ਤੁਹਾਡੇ ਗੱਲ ਮੈਨੂੰ ਕਿਹਾ ਭੱਜ ਕੇ ਹਾਂ ਤੁਸੀਂ ਪਏ ਭਾਈ ਸਾਹਿਬ ਮੈਂ ਨਹੀਂ ਪਿਆ ਜੀ ਕੈਮਰੇ ਲੱਗੇ ਆਪਾਂ ਦੇਖ ਲੈਂਦੇ ਤੇ ਹਾਂਜੀ ਆਇਓ ਪਤਾ ਲੱਗ ਜੂ ਜੇ ਇਹ ਨਾ ਪਏ ਹੋਏ ਭਾਈ ਸਾਹਿਬ ਅਸੀਂ ਇੱਥੇ ਬਹਿ ਕੇ ਪਾ ਕੇ ਹਾਂਜੀ। ਨਾ ਮੈਂ ਇੱਥੇ ਖਲੋ ਕੇ ਕਹਿ ਦੇਣਾ ਮੈਂ ਪਿਆਰ ਨਹੀਂ ਗਿਆ ਮੈਂ ਇੱਥੇ ਮੈਨੂੰ ਛੱਡੋ ਛੱਡੋ ਕੈਮਰੇ ਚ ਕਰਵਾਇਆ ਛੱਡੋ ਤੁਸੀਂ ਨਹੀਂ ਜਾਣਾ ਭਾਈ ਸਾਹਿਬ ਨਾਲ ਛੱਡੋ ਇੱਕ ਮਿੰਟ ਜਿਹਨੇ ਪਾਸਪੋਰਟ ਆਉਂ ਉਹਦਾ ਨਾਲ ਜਾਓ ਮੈਂ ਚੱਲਦਾ ਮੈਂ ਕਿਹਾ ਨਹੀਂ ਪਾਸਪੋਰਟ ਉਹਦੇ ਕੰਨ ਤੇ ਲਾ ਦਿੰਦੀ ਆ ਨਾਲ ਉਹ ਹਾਲਾ ਵੀਰ ਤੁਸੀਂ ਆਪਣਾ ਕਿਸੇ ਜਿਹਨੂੰ ਮਰਜ਼ੀ ਭੇਜ ਦੋ ਨਾ ਦਲੇਰ ਸਿੰਘ ਜੀ ਚੱਲ ਤੁਸੀਂ ਭੇਜ ਇਹ ਬਾਬਾ ਜੀ ਕੰਮ ਉਹ ਕੰਮ ਮੈਂ ਕੰਮ ਅਸੀਂ ਤਾਂ ਬਣਾਉਂਦੇ ਹੀ ਨਹੀਂ ਪਏ ਅਸੀਂ ਕੰਮ ਕਾਹਦਾ ਬਣਾਉਂਦੇ ਪਏ ਨਹੀਂ ਫਿਰ ਅਸੀਂ ਵਧਾਉਣਾ ਜੀ ਅਸੀਂ ਦੇਖੋ ਜੀ ਮੇਰਾ ਅਸੀਂ ਤਾਂ ਇਹ ਬਾਬਾ ਮੀਟਰ ਸਿੰਘ ਸਮਝ ਲੱਗੇ ਨਾ ਪਾਣਾ ਜਿਹੜੇ ਜਾਤੀ ਸੂਰੀ ਤੁਸੀਂ ਸ਼ਬਦ ਬੋਲਦੇ ਨਾ ਜਮਾਤ ਫਲਾਣ 6 ਮਹੀਨੇ ਦੀ ਸਜ਼ਾ ਦੀ ਜਮਾਤ ਨਹੀਂ ਹੈਗੀ ਉਹਦਾ ਚੰਗਾ ਇੱਥੇ ਉਹਨੂੰ ਪੁੱਛ ਜਿਹੜੇ ਗੱਲ ਕਰਦਾ ਮੈਨੂੰ ਕੀ ਕਰਨਾ ਚਾਹੀਦਾ ਪ੍ਰਧਾਨ ਮੰਤਰੀ ਨੂੰ ਬੋਲ ਸਕਦਾ ਚਾਹੇ ਮੌਜੂਦਾ ਹੋਵੇ ਅਸੀਂ ਫਿਰ ਸਾਰਾ ਦੀ ਬਾਣੀ ਸਾਰੀਆਂ ਚੀਜ਼ਾਂ ਦਾ ਖੰਡਨ ਕਰਦੀ ਆ ਆਪਣੇ ਪਾ ਕੇ ਵਿੱਚ ਮਾਰ ਨੂੰ ਅਸੀਂ ਤੇ ਤੁਹਾਡੇ ਸਾਹਮਣੇ ਕਹਿੰਦੇ ਜਿਹੜੀ ਗੱਲ ਸੱਚੀ ਗੱਲ ਕਹਿੰਦੇ ਕੋਈ ਦੋ ਰਵਾਂ ਤੇ ਖੜੀ ਨਹੀਂ ਪਹਿਲਾਂ ਇਹਦਾ ਮਿਲ ਗਿਆ ਫਿਰ ਮੈਂ ਇਹਨੂੰ ਗਾਲਾਂ ਕੱਢੀ ਮੈਂ ਤਾਂ ਕਹਿਣ ਡਿਆ ਮੈਂ ਮਹਾਰਾਜ ਦੇ ਅੱਗੇ ਖਲੋ ਕੇ ਕਹਿ ਨਹੀਂ ਬਾਬਾ ਜੀ ਕਿਹਾ ਵੀ ਨਾ ਤੁਹਾਡਾ ਗਾਲਾਂ ਕੱਢਣ ਦਾ ਹੱਕ ਨਹੀਂ ਬਣਦੀ ਤੁਸੀਂ ਬਹਿ ਕੇ ਬੰਦਿਆਂ ਦੀ ਗੱਲ ਕਰਦੇ ਕਿ ਪੈਸਾ ਦੀ ਗਾਲ ਵੀ ਉਹ ਕੱਢੀ ਆ ਯਾਰ ਮੇਰੀ ਦਾੜੀ ਨਹੀਂ ਫੜ ਲੈਂਦੀ ਜੈਦਾ ਸਾਹਿਬ ਮੇਰੀ ਦਾੜੀ ਫੜ ਲੈਂਦੀ 13 ਸਾਲ ਦੀ ਬੱਚੀ ਅੱਜ ਤੱਕ ਇਹਨਾਂ ਦੀਆਂ ਗੰਦੀਆਂ ਗਾਲਾਂ ਨਹੀਂ ਕੱਢੀਆਂ 13 ਸਾਲ ਦੀ ਬੱਚੀ ਆਪ ਸਮਝਦੇ ਸੀ ਗੁਲਾਮ ਹੈ ਸਾਡਾ ਮੰਗਣੀ ਬਾਬਾ ਬਾਬਾ ਜੀ ਨੂੰ ਸਾਰੇ ਅਸੀਂ ਉਹ ਝੁਕਣਾ ਹੀ ਉਹਨਾਂ ਦੇ ਅੱਗੇ ਮੈਂ ਕਾਰਵਾਈ ਕਰਾਉਣੀ ਤੇ ਅਸੀਂ ਤਾਂ ਝੁਕਦੇ ਹੀ ਰਹਿਣਾ ਅਸੀਂ ਤਾਂ ਬਾਬਾ ਜੀ ਪੀ ਰਹੇ ਰਹਿਣਾ ਮੈਂ ਤਾਂ ਉਹ ਕਹਿੰਦਾ ਨਾਲ ਗ੍ਰੰਥੀ ਮੰਗੇ ਨਾਲ ਉਹਦੇ ਮੰਗਣਾ ਕੋਈ ਗੱਲ ਨਹੀਂ ਸਾਰੇ ਅਸੀਂ ਜਾਣੇ ਮਹਾਰਾਜ ਤੋਂ ਥੱਲੇ ਹੀ ਆਣੀ ਉਹ ਤੋਂ ਝੁਕਣਾ ਹੀ ਰਹਿਣਾ ਸਾਡਾ ਹੀ ਝੁਕਣਾ ਮਹਾਰਾਜ ਮਹਾਰਾਜ ਕੋਈ ਗੱਲ ਨਹੀਂ ਮਹਾਰਾਜ ਕੋਈ ਤੇਰੇ ਨਾਲ ਕਈ ਗੱਲਾਂ ਹੁੰਦੀਆਂ ਜਾਣੀਆਂ ਮੈਂ ਗ੍ਰੰਥੀ ਮੰਗੇ ਨਹੀਂ ਮੰਗ ਲਓ ਨਹੀਂ ਅਸੀਂ ਤਾਂ ਲੈਣੇ ਆਉਂਦਾ ਅਸੀਂ ਤਾਂ ਮਾਫੀ ਮੰਗਣ ਨੂੰ ਬਾਬਾ ਜੀ ਤਿਆਰ ਆ ਪਰ ਮੈਨੂੰ ਮੈਂ ਕਿਉਂ ਗਾਲਾਂ ਕੱਢੀਆਂ ਕਿਸੇ ਮੈਨੂੰ ਨਹੀਂ ਪਤਾ ਕੋਈ ਗੱਲ ਨਹੀਂ ਉਹ ਦੇਖ ਸਭ ਕੁਝ ਕੋਈ ਗੱਲ ਅਸੀਂ ਮਾਫੀ ਮੰਗਦੇ ਆ ਉਹ
ਬਸ ਠੀਕ ਹੈ ਬਾਬਾ ਜੀ ਠੀਕ ਆ ਨਹੀਂ ਕੋਈ ਗੱਲ ਨਹੀਂ ਠੀਕ ਹੈ ਅਸੀਂ ਤਾਂ ਕਿਹਾ ਗੱਲ ਕਰ ਨਹੀਂ ਕੋਈ ਗੱਲ ਨਹੀਂ ਤੁਹਾਡਾ ਦੇਸ਼ ਜਾਣਾ ਅਸੀਂ ਮਾਰੇ ਦੱਸਦੇ ਕੋਈ ਬਾਬਾ ਸਰ ਸਰਕਾਰ ਨੂੰ ਤੁਸੀਂ ਬੰਦੇ ਆ ਜੀ ਸਰ ਨਹੀਂ ਧਿਆਨ ਰੱਖਣਾ ਅਸੀਂ ਕੀ ਲੈਣਾ ਮਾਰੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਮੇਰੇ ਕੋਲ ਕੋਲ ਕੋਈ ਬਿਲਕੁਲ ਸਹੀ ਗੱਲ ਨਹੀਂ ਆਪਾਂ ਜਾਣਦਾ ਰੱਖੀ ਮਗਰ ਕੋਈ ਗੱਲ ਨਹੀਂ ਕੋਈ ਨਾ ਇਹਦੇ ਦੀਵੇ ਕੋਈ ਵੱਡੀ ਗੱਲ ਵੈਸੇ ਬੈਂਕ ਚ ਹੈ ਪਤਾ ਪੈ ਕੇ ਉੱਤੇ ਸੈਂਡ ਜਾਂਦੇ ਉਹ ਵੀ ਜਾਂਦੇ ਹੋਣੇ ਇਹ ਪਤਾ ਪਾ ਕੇ ਸੈਂਡ ਚੇਂਜ ਹੁੰਦੇ ਆ ਮੇਰੀ ਗੱਲ ਹਾਂ ਇਹ ਨਹੀਂ ਜੇ ਆਣਾ ਕੋਈ ਗੁਰੂ ਘਰ ਦੇ ਪੈਸੇ ਤਾਂ ਮੈਂ ਕੋਈ ਹੱਕਦਾਰ ਨਹੀਂ ਜਿੱਥੇ ਮੈਨੂੰ ਕੋਈ ਸੈਰ ਕਰ ਰਿਹਾ ਉਹ ਕਰ ਦਿੱਤੇ ਜਾਣ ਮੇਰਾ ਗੁਰੂ ਘਰ ਦੇ ਪੈਸੇ ਨਾਲ ਜਾਂ ਨਹੀਂ ਹੈਗਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਜਸਦਾ ਸਾਹਿਬ ਨੂੰ ਤੁਹਾਡੇ ਲਾਗਿਆਂ ਨੇ ਗੱਲ ਕਰਨ ਲੱਗਾ ਪਰ ਤੁਸੀਂ ਜਿਹੜੇ ਬੰਦੇ ਪਹਿਲੀ ਨਾ ਕਮੇਟੀ ਦੇ ਉਹਨੂੰ ਕਰ ਲਓ ਸਟੈਂਡ ਜਿਹੜਾ 6 ਲੱਖ ਰੁਪਈਆ ਕਢਾ ਛੱਡਿਆ ਇਹ ਕਢਾ ਕੇ ਤੁਸੀਂ ਆਪਣਾ ਲਾ ਲਓ 4 ਮਹੀਨੇ ਐਕਟਿਵ ਕਮੇਟੀ ਚੱਲਣ ਦੇ ਚਲਦੀ ਨਹੀਂ ਚੱਲਦੀ ਮੁੜ ਕੇ ਸੰਗਤ ਆਪਣੀ ਕਮੇਟੀ ਬਣਾ ਇਸੇ ਮਾਰੇ ਤੇ ਆਏ ਸੀ ਤੇ ਇਸ ਕੰਮ ਤੇ ਸਿਆਪਾ ਤਲਾਕ ਕਰਾਓ ਕੋਈ ਗੱਲ ਨਹੀਂ ਭਾਜੀ ਸੀਨਾ ਜੀਰੋ ਦਾ ਜਦੋਂ ਮੇਰੀ 13 ਸਾਲ ਦੀ ਭਤੀਜੀ ਨੂੰ ਗੰਦੀਆਂ ਗਾਲਾਂ ਨਹੀਂ ਕੱਢੀਆਂ ਇਹ ਮਾਫੀ ਮੰਗਣੀ ਮੈਂ ਬਾਬਾ ਜੀ ਮਸਲਾ ਹੀ ਕੋਈ ਲੈ ਕੇ ਨਹੀਂ ਦਿੰਦਾ ਹੈ ਕੋਈ ਸਾਡੇ ਨਾਲ ਚੱਲ ਜਾਓ ਪੰਜਾਬੀ ਦੋਨੋਂ ਜਾਓ ਕੋਈ ਰੌਲਾ ਹੀ ਨਹੀਂ ਅਸੀਂ ਪਹਿਲਾਂ ਕਿਸੇ ਨੂੰ ਕੁਝ ਕਿਹਾ ਉਹ ਰੌਲਾ ਹੀ ਕੋਈ ਨਹੀਂ ਇਹ ਹੁਣ ਆਪ ਦੇ ਕੇ ਮਾਤਾ ਜੀ ਕੋਈ ਗੱਲ ਨਹੀਂ ਜਿਹੜਾ ਹੈ ਉਹ ਟੈਂਡਰ ਬਗੈਰ ਬਤੋ ਤੋਂ ਗ੍ਰੰਥੀ ਦੇ ਨਾਮ ਆਪਣੇ ਗੁਰਦੁਆਰਾ ਸਾਹਿਬ ਲਾ ਕੇ ਪੈਸੇ ਲੈ ਕੇ ਜਾਓ ਪਤਾ ਨਹੀਂ ਕਿਹੜੇ ਕੋਲ ਠੀਕ ਹੈ ਬਾਬਾ ਜੀ ਮੈਂ ਸੁਣੋ ਗੱਲ ਲੈ ਕੇ ਦੇਣ ਮੈਂ ਤੁਸੀਂ ਮੱਥਾ ਟੇਕੋ ਕੁਮਾਰੇ ਦੇ ਵਿੱਚ ਬਾਬਾ ਜੀ ਦੇਖੋ ਮੇਰੀ ਸੁਣ ਗੱਲ ਆ ਬਾਬਾ ਜੀ ਮੈਂ ਤੇਰੀ ਗੱਲ ਨਹੀਂ ਸੁਣੀ ਮੈਂ ਤੂੰ ਮੈਂ ਤੇਰੀ ਗੱਲ ਨਹੀਂ ਸੁਣੀ ਦੇਖੋ ਜੀ ਜਦ ਇਹਨਾਂ ਨੇ ਪਹਿਲੀ ਕਮੇਟੀ ਨਹੀਂ ਭੱਗ ਰਜਿਸਟਰ ਕਢਾ ਲਓ ਨਹੀਂ ਭੱਗ ਗਈ ਇਹਨਾਂ ਨੇ ਕਮੇਟੀ ਤੇ ਇੱਕ ਕਮੇਟੀ ਬਣਾ ਆਪਣੀ ਮਰਜ਼ੀ ਨਾਲ ਸਾਨੂੰ ਨਹੀਂ ਕਿਸੇ ਨੇ ਕਿਹਾ ਸਿੱਧੀ ਜਿਹੜੀ ਗੱਲ ਹੈ ਹੁਣ ਦੱਸੋ ਮੈਂ ਜਦ ਮੈਂ ਕਮੇਟੀ ਦਾ ਮੈਂਬਰ ਨਹੀਂ ਪਹਿਲੀ ਕਮੇਟੀ ਦੇ ਕਿੰਨੇ ਮੈਂਬਰ ਸੀ ਪਹਿਲੀ ਕਮੇਟੀ ਦੇ ਆਪਣੇ ਸਰਦਾਰ ਨੂਰ ਸਿੰਘ ਪ੍ਰਧਾਨ ਸੀਗੇ ਮੈਂ ਜਨਰਲ ਸੈਕਟਰੀ ਸੀਗਾ ਜੀ ਇੱਕ ਖਜ਼ਾਨਚੀ ਸੀਗੇ ਬਾਦ ਸਿੰਘ ਮੈਂਬਰ ਸੀਗਾ ਹਰਜੀਤ ਸਿੰਘ ਮੈਂਬਰ ਸੀਗਾ ਜੀ ਬੀਬੀ ਅਮਰਜੀਤ ਕੌਰ ਮੈਂਬਰ ਸੀ ਉਹ ਬਾਹਰ ਚਲ ਗਈ ਅੱਛਾ ਇਹ ਅਸਤੀਫਾ ਦੇ ਕੇ ਕਮੇਟੀ 4-5 ਸਾਲ ਚੱਲਦੀ ਰਹੀ ਕੋਈ ਟੈਨਸ਼ਨ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਇਹਨਾਂ ਨੇ ਅਸਤੀਫਾ ਦੇ ਦਿੱਤਾ ਭਾਈ ਸਿੰਘ ਕੋਈ ਸੀਨੀਅਰ ਮੀਤ ਪ੍ਰਧਾਨ ਸੀ ਉਹ ਵੀ ਅਸਤੀਫਾ ਦੇ ਗਿਆ ਤੇ ਮੈਂ ਰਹਿ ਗਿਆ ਉਹਦੇ ਖਾਣਾ ਤੋਂ ਹੀ ਦੇਖ ਹੀ ਨਾ ਜਦੋਂ ਪ੍ਰਧਾਨ ਨੇ ਅਸਤੀਫਾ ਦੇ ਦਿੱਤਾ ਕਮੇਟੀ ਭੰਗ ਹੋ ਗਈ ਸਾਰੀ ਸੁਣ ਲਓ ਹੁਣ ਤੁਸੀਂ ਤੁਹਾਨੂੰ ਦੱਸ ਦਿੱਤੀ ਅਸੀਂ 2-3 ਮਹੀਨੇ ਬੋਲੇ ਨਹੀਂ ਸਾਡਾ ਕੰਮ ਚੱਲਦਾ ਰਿਹਾ ਠੀਕ ਹੈ ਜੀ ਇਹਨਾਂ ਨੂੰ ਸਰਟੀਫਿਕੇਟ ਸਾਈਨ ਕਰਾਉਂਦੇ ਰਹੇ ਤੇ ਸਾਡਾ ਕੰਮ ਚੱਲਦਾ ਰਿਹਾ ਇਹ ਕਹਿਣ ਲੱਗੇ ਵੀ ਆਪਾਂ ਕਮੇਟੀ ਬਣਾ ਲਈਏ ਇਹਨਾਂ ਨੂੰ ਸੇਵਾਦਾਰ ਜੋ ਪਹਿਲਾਂ ਤੋਂ ਦੱਸ ਦਿੱਤਾ ਸੇਵਾਦਾਰ ਬਣਾ ਦਿੱਤਾ ਬਾਕੀ ਮੈਂਬਰ ਇਹ ਕੰਮ ਚੱਲਦਾ ਰਿਹਾ ਸਾਡਾ ਜੀ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਕਮੇਟੀ ਵੱਖਰੀ ਬਣਾ ਲਈ ਮੈਨੂੰ ਵਿੱਚੋਂ ਮੈਨੂੰ ਵੀ ਡਾਂਟ ਦਿੱਤਾ ਹੁਣ ਮੇਰਾ ਦੱਸੋ ਮੈਂ ਇਹਨਾਂ ਦੀ ਕਮੇਟੀ ਤੇ ਮੈਂ ਹੈ ਨਹੀਂ ਗਾ ਹੁਣ ਮੈਂ ਚੈੱਕ ਤੇ ਸਾਈਨ ਕਰਦਾ ਕੱਲ ਨੂੰ ਮੈਨੂੰ ਜਦੋਂ ਮਰਜ਼ੀ 420 ਮੈਨੂੰ ਸਾਰਨ ਅੰਦਰ ਤਾਂ ਮੈਂ ਤਾਂ ਹੋ ਗਿਆ ਜੇਲ੍ਹ ਚ ਮੇਰਾ ਤਾਂ ਟੱਬਰ ਮਰ ਗਿਆ ਇਹਨਾਂ ਦੇ ਪਿੱਛੇ ਲੱਗ ਕੇ ਮੈਂ 6 ਲੱਖ ਦਾ ਹੀ ਕਰਨਾ ਮੈਂ ਤੁਹਾਡਾ ਵਧੀਆ ਤੁਹਾਨੂੰ ਵਿਸ਼ਵਾਸ ਨਹੀਂ ਉਹਨਾਂ ਦਾ 420 ਨਹੀਂ ਮੈਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਮੇਰੀ ਗੱਲ ਤੁਹਾਨੂੰ ਵਿਸ਼ਵਾਸ ਨਹੀਂ ਮੇਰੀ ਗੱਲ ਸੁਣੋ ਜੀ ਭਰਾ ਜੀ ਤੁਸੀਂ ਗੱਲ ਸੁਣੋ ਆਪਣਾ ਅਸਤੀਫਾ ਦਿਓ ਤੇ ਆਪਣੇ ਲੈ ਕੇ ਦੇ ਦਿਓ ਮੈਂ ਮੇਰਾ ਅਸਤੀਫਾ ਤੇ ਆਪਣੇ ਆਪ ਹੋ ਗਿਆ ਤੁਸੀਂ ਆਪਣੀ ਕਮੇਟੀ ਦੇ ਮੈਂਬਰ ਠੀਕ ਆ ਆਪਣੇ ਮੈਂਬਰ ਲੈ ਜਾਣਗੇ ਪੈਸੇ ਆਪਣੇ ਮੈਂ ਤਾਂ ਕਿਹਾ ਤੁਸੀਂ ਜੋ ਪੈਸੇ ਨਹੀਂ ਕਰਦੇ ਜਿਹੜੇ ਕੇਸ ਪੈਸੇ ਲੈਣ ਜੋ ਕਾਨੂੰਨ ਵਿੱਚ ਮੈਂ ਤੁਹਾਨੂੰ ਦੱਸ ਦਿੱਤੀ ਕਾਨੂੰਨੀ ਬਾਈ ਦਾ ਆਪਣਾ ਇਹ ਕਹਿੰਦੇ ਤੁਸੀਂ ਹੈਡ ਓਵਰ ਕਰਦੇ ਗੱਲ ਖਤਮ ਲਿਖ ਕੇ ਦੇ ਦੇ ਹੈਡ ਓਵਰ ਕਰਦੇ ਤੁਸੀਂ ਯਾਰ ਜਾ ਕੇ ਮਤਾ ਪਾਸ ਕਰੋ ਤੇ ਆਪਣਾ ਬੈਂਕ ਦੇ ਆਪੇ ਕਰਾਉਣ ਦਾ ਮਤਾ ਕੌਣ ਨਾ ਕਰੋ ਤੁਸੀਂ ਆਪਣਾ ਹੈਡ ਓਵਰ ਤੁਸੀਂ ਆਪਣਾ ਲਿਖ ਕੇ ਦਿਓ ਹੈਡ ਓਵਰ ਕਰੋ ਜੀ ਮੈਂ ਇੱਥੇ ਛੱਡਿਆ ਨਹੀਂ ਆ ਲਓ ਦੀਨਾ ਦਾ ਰਿਸ਼ਤੇਦਾਰੀ ਤੁਹਾਡੀ ਇਹਦੀ ਘਰੇ ਇੱਕ ਰਿਸ਼ਤੇਦਾਰੀ ਬਿਲਕੁਲ
ਜਿਹੜੀ ਪਹਿਲੀ ਕਮੇਟੀ ਆ ਭਾਈ ਸਾਹਿਬ ਨੇ ਇਹ ਤੁਹਾਨੂੰ ਬਰਦਾਸ਼ਤ ਕਰਦੇ ਜਾਂ ਪਤਾ ਤੁਸੀਂ ਇਹਨਾਂ ਨੂੰ ਬਰਦਾਸ਼ਤ ਇਹ ਜਿਹੜਾ ਤੁਹਾਡਾ ਕਲੇਸ਼ ਹੈ ਇਹ ਰਹਿਣਾ ਜਾਣਾ ਅੱਛਾ ਇਹ ਇਹਨਾਂ ਨੂੰ ਰਹਿਣਾ ਜਾਣਾ ਠੀਕ ਆ ਇਹਦਾ ਕੋਈ ਆਪਾਂ ਸਾਂਝੇ ਦਾ ਹੱਲ ਲੱਗੀ ਜਿਹਦੇ ਵਿੱਚ ਨਾ ਉਹ ਬੋਲੇ ਹੋਣ ਨਾ ਜੇ ਤੁਸੀਂ ਕਲੇਸ਼ ਬਟਾਉਣਾ ਨਹੀਂ ਤੇ ਤੁਹਾਡਾ ਇੱਕ ਬੰਦਾ ਜਾਊਗਾ ਇੱਥੇ ਫਿਰ ਤੁਸੀਂ ਜਾਣ ਤੋਂ ਬੈਠਾ ਤੁਹਾਡਾ ਬੰਦਾ ਮਰੂਗਾ ਫਿਰ ਤੁਸੀਂ ਜਾਣ ਤੋਂ ਆਏ ਬਾਬਾ ਜੀ ਬੇਨਤੀ ਸੁਣ ਲਓ ਮੈਂ ਇਹਨਾਂ ਨੂੰ ਅਸੀਂ ਪਹਿਲੀ ਕਮੇਟੀ ਸਟੈਂਡ ਕਰਦੇ ਆ ਦਿੱਤੀ ਮੇਨ ਟਾਈਮ ਤੁਸੀਂ ਪੈਸੇ ਬੈਂਕ ਚੋਂ ਕਢਾ ਲਓ ਆਪਣੇ ਲੈਕਟਰ ਪਾਓ ਜਿੱਥੇ ਮਰਜ਼ੀ ਵਰਤੋ ਜੋ ਤੁਹਾਨੂੰ ਪੈਸੇ ਲੈ ਲਓ ਸਾਨੂੰ ਸਾਨੂੰ ਤਰਾ ਨਹੀਂ ਪਹਿਲਾਂ ਵੀ ਤਰਾਜ ਨਹੀਂ ਕੀਤਾ ਇਹਨਾਂ ਨਾ ਕਿ ਮੈਨੂੰ ਕਿਤਾ ਨਾ ਕਹਿੰਦਾ ਤੂੰ ਬੋਲੇ ਨਹੀਂ ਮੈਂ ਕਿਹਾ ਭਾਈ ਮੈਂ ਨਹੀਂ ਬੋਲਣਾ ਇੱਕ ਜਦ ਤੂੰ ਸਭ ਕਰਦਾ ਰਜਿਸਟਰ ਹੈ ਤੁਹਾਡੀ ਬਣਾਈ ਆ ਉਹਦੇ ਵਿੱਚ ਪੈਸਾ ਦਾ ਨਾਮ ਬੋਲਦਾ ਜਿਹੜੀ ਹੁਣ ਦੀ ਕਮੇਟੀ ਹੈ ਇਹ ਰਜਿਸਟਰ ਕਰ ਰਹੀ ਹੈ ਉਹਦੇ ਤੋਂ ਜਿਹੜੀ ਪਹਿਲੀ ਹੋ ਗਈ ਜਿਹੜੀ ਉਹ ਚੱਲੀ ਨਹੀਂ ਉਹ ਨਹੀਂ ਮੈਂ ਦੇ ਸਕਦੇ ਉਹ ਪ੍ਰਾਣ ਕੋਈ ਹਾਂ ਜੀ ਦੋ ਮੈਂਬਰ ਜਿਹੜੇ ਹੋਏ ਉਹ ਜਿਹੜੀ ਰਜਿਸਟਰ ਹੈ ਬੈਂਕ ਆਫ ਬਰੋਦਾ ਇਹਦਾ ਪਹਿਲਾਂ ਦੇ ਡਾਕੂਮੈਂਟ ਪੂਰੇ ਨਹੀਂ ਕੀਤੇ ਜਿਹੜੇ ਸੋਸਾਇਟੀ ਦਾ ਜਿਹੜਾ ਅਕਾਊਂਟ ਹੁੰਦਾ ਉਹਦੇ ਡਾਕੂਮੈਂਟ ਪੂਰੇ ਨਹੀਂ ਹੈ ਉਹ ਡਾਕੂਮੈਂਟ ਪੂਰੇ ਹੋ ਵੀ ਨਹੀਂ ਸਕਦੇ ਖਾਤਾ ਨਹੀਂ ਕੋਈ ਖੋਲਦਾ ਬੈਂਕ ਵਾਲਾ ਮੈਂ ਤੁਹਾਨੂੰ ਦੱਸਣ ਲੱਗਾ ਇਹ ਗੁਰਦੁਆਰਾ ਜਿਹੜਾ ਨਾ ਦੋ ਲੰਗਰ ਦੇ ਨਾਂ ਤੇ ਅੰਮ੍ਰਿਤ ਸੰਚਾਰ ਦੇ ਨਾਂ ਤੇ ਅਸੀਂ ਇਹਦਾ ਨਾਂ ਰੱਖਤਾ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਨੌਵੀਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਨੇ ਕਿ ਸਾਰਾ ਤੁਹਾਨੂੰ ਪਹਿਲਾਂ ਜਿਹੜਾ ਉਹਦੇ ਤੇ ਤੁਸੀਂ ਖਾਤਾ ਖੁਲਾ ਸਕਦੇ ਹੋ ਤੁਹਾਡਾ ਖਾਤਾ ਨਹੀਂ ਖੁੱਲ ਸਕਦਾ ਕਿਸੇ ਬੈਂਕ ਨੇ ਖਾਤਾ ਨਹੀਂ ਖੁੱਲਿਆ ਜੇ ਅਸੀਂ ਐਕਸ ਬੈਂਕ 'ਚ ਖੁਲਾਇਆ ਤਾਂ ਕਹਿੰਦੇ ਕਿ ਤੁਹਾਨੂੰ ਵਿਆਜ ਨਹੀਂ ਮਿਲਣਾ ਤੁਹਾਨੂੰ ਆਹ ਨਹੀਂ ਹੋਣਾ ਤਾਂ ਤੁਸੀਂ ਪੈਸੇ ਜਮ੍ਹਾਂ ਕਰਾ ਸਕਦੇ ਫਿਰ ਅਸੀਂ ਕਰਾਇਆ ਕੈਪੀਟਲ ਮੰਗਦੇ ਨੇ ਸਾਨੂੰ ਉਹਦਾ ਉਸੇ ਚੀਜ਼ ਦਾ ਸਾਨੂੰ ਯਕੀਨ ਦਿਓ ਉਸੇ ਚੀਜ਼ ਦਾ ਸਨਵਾਦ ਦਿਓ ਉਸੇ ਤੇ ਤੋਂ ਨਹੀਂ ਬਣਦੇ ਇਹਦਾ ਖਾਤਾ ਜਿਹੜਾ ਰੀਜਨਲ ਖਾਤਾ ਕੋਈ ਨਹੀਂ ਕਿਤੇ ਨਹੀਂ ਮੈਂ ਕਮੈਂਟ ਕਹਿੰਦੇ ਬਾਬਾ ਜੀ ਇੱਕ ਵਾਰੀ ਛੱਡ ਕੇ 5 ਵਾਰੀ ਮਾਫੀ ਮੰਗਾ ਪਹਿਲਾਂ ਨਾਲ ਗ੍ਰੰਥੀ ਨੂੰ ਬੁਲਾ ਲਓ ਨਾਲ ਮੈਂ ਖਲੋ ਕਿਉਂ ਮੰਗੇਗਾ 5 ਬਾਬੇ ਗੱਲ ਸੁਣੋ ਤੁਸੀਂ ਉਹ ਕਿਉਂ ਮੰਗਦਾ ਉਹ ਨਹੀਂ ਮੈਂ ਵੀ ਨਹੀਂ ਮੰਗਦਾ ਚਲੋ ਫਿਰ ਠੀਕ ਹੋ ਗਿਆ ਦੇਖੋ ਬਾਬਾ ਜੀ ਪਰਚਾ ਕੱਢੋ ਲੈ ਕੇ ਕਾਲ ਤੇ ਠੀਕ ਤੁਹਾਡੀ ਮਰਜ਼ੀ ਮੈਂ ਜਦੋਂ ਜੇ ਉਹ ਜਿੱਦ ਕਰੋ ਮੈਨੂੰ ਨਹੀਂ ਕਿਹਾ ਨਾ ਬਕਵਾਸ ਕਰ ਮੇਰੇ ਕੋਲ ਇੱਕ ਵਾਰੀ ਸਾਡੀ ਦੋ ਵਾਰੀ ਮੰਗਾ ਲਓ ਮੈਂ ਕਹਿੰਦਾ ਕੋਈ ਬੇਨਤੀ ਕਰਦਾ ਇੱਕ ਬੰਦਾ ਉਹ ਹੁੰਦਾ ਪਰਿਵਾਰ ਦੇ ਵਿੱਚ ਜਿਹੜਾ ਨਾਮ ਚਮਕਾ ਦਿੰਦਾ ਪੂਰੇ ਖਾਨਦਾਨ ਦਾ ਇੱਕ ਉਹ ਹੁੰਦਾ ਜਿਹੜਾ ਡਬੋ ਬੰਦਾ ਬਣਿਆ ਹੋਇਆ ਜੀ ਤੁਹਾਡੀ ਵੀਡੀਓ ਜਾਂ ਲੈਕਚਰ ਨੂੰ ਅਸੀਂ ਅਕਾਲ ਤਖਤ ਦੇ ਦੇਵਤਾ ਨਾ ਆਉਣ ਵਾਲੀਆਂ ਸਾਰੀਆਂ ਪਰਤਾਂ ਤੁਹਾਨੂੰ ਨਾ ਯਾਦ ਕਰਕੇ ਆਂਦਾ ਵੀ ਰੋਸ਼ਨ ਹੋਇਆ ਕੱਟਿਆ ਕਰਨਗੀਆਂ ਵੀ ਸਾਡੇ ਘਰ 'ਚ ਪੈਦਾ ਕਦੇ ਹੋਇਆ ਤੁਹਾਡਾ ਗੁਰੂ ਘਰ ਮੁੰਡਾ ਆ ਰਿਹਾ ਜੀ ਤੁਹਾਨੂੰ ਵੀਡੀਓ ਕੱਢ ਕੇ ਦੇ ਦੇਣੀ ਆਪਾਂ ਆਪਣੀ ਨਹੀਂ ਬਾਬਾ ਜੀ ਤੁਸੀਂ ਇੱਕ ਮਿੰਟ ਮੇਰੀ ਗੱਲ ਅਕਾਊਂਟ ਸਾਡੇ ਕੋਲ ਆ ਮੈਂ ਤਾਂ ਕਹਿਣ ਡਿਆ ਮੇਰੇ ਤੋਂ ਗਲਤੀ ਹੋਈ ਹੋਵੇ ਮੈਂ ਕਮੈਂਟ ਲਾਵਾਂ ਮੈਂ ਮਾਰਨ ਨੂੰ ਕਹਾਂ ਮਹਾਰਾਜ ਮੈਂ ਤੇਰਾ ਕੁੱਤਾ ਮੇਰੇ ਮੂੰਹ ਤੋਂ ਜ਼ੁਬਾਨ ਤੋਂ ਨਿਕਲ ਗਿਆ ਮੈਂ ਤੇ ਤੁਹਾਨੂੰ ਪਹਿਲਾਂ ਕਹਿਣ ਡਿਆ ਪਹਿਲਾਂ ਮੈਨੂੰ ਗ੍ਰੰਥੀ ਨੇ ਨਹੀਂ ਗੱਲ ਕਹੀ ਮਗਰ ਮੈਂ ਗਾਲਾਂ ਕੱਢੀਆਂ ਮੈਂ ਉਹਦੀ ਮਾਫੀ ਮੰਗ ਲੈਣਾ ਪਰ ਉਹ ਵੀ ਆਪਣਾ ਸਾਥ ਕਰੇ ਨਾ ਤੇ ਮੈਂ ਵੀ ਕਿਹਾ ਉਹ ਵੀ ਉਹਨੂੰ ਵੀ ਕਰਵਾ ਹੋਣਾ ਪਹਿਲਾਂ ਤੁਸੀਂ ਮੰਗੋ ਫਿਰ ਉਹ ਮੰਗੇਗਾ ਚਲਾਓ ਖਿਲਾ ਦਿਓ ਆਪ ਖਿਲਾਓ ਭਾਈ ਗੱਲ ਖਤਮ ਹੋ ਗਈ ਬਾਤ ਖਾਲਸਾ ਜੀ ਨਹੀਂ ਤੁਸੀਂ ਲਿਖੋ ਖਾਲਸਾ ਜੀ ਨਹੀਂ ਖਾਲਸਾ ਨਹੀਂ ਰਹਿਣ ਤੁਸੀਂ ਆਪਣੀ ਮਰਜ਼ੀ ਮੈਂ ਤੁਹਾਡੇ ਕੋਲ ਇਨਸਾਫ ਮੈਨੂੰ ਚਾਹੀਦਾ 4 ਸਾਲ ਹੋ ਗਏ ਚਮਾਰ ਕਹਿੰਦੇ ਨੂੰ ਚਮਾਰਾ ਭੈਣ ਚੋਦਾ ਕੁੱਤਿਆ 4 ਸਾਲ ਅਸੀਂ ਨਹੀਂ ਕਿਹਾ ਮੈਂ ਅਸੀਂ ਇੰਨੀ ਰਿਸਪੈਕਟ ਕਰਦੇ ਕਿਉਂ ਨਹੀਂ ਆ ਮੈਂ ਕੀਰਤਨ ਕਰਨ ਲਈ ਕਿੱਥੇ ਆ ਅਸੀਂ ਇਹਦੀ ਰਿਸਪੈਕਟ ਅਸੀਂ ਰਿਸਪੈਕਟ ਕਰਦੇ ਹਾਂ ਮੈਂ ਕਿਹਾ ਯਾਰ ਅਸੀਂ ਪ੍ਰਧਾਨ ਦੀ ਗੱਲ ਇਹ ਕਿਹਾ ਐਵੇਂ ਪਤਾ ਕੀ ਡਰ ਲੱਗਦਾ ਪਸੰਦ ਅਸੀਂ ਬੱਚੇ ਪਾਲਣੇ ਭਾਜੀ ਸੱਚੀ ਗੱਲ ਦੱਸਾਂ ਅਸੀਂ ਆਏ ਆ ਗਾਲਾਂ ਕੱਢੀ ਨਾ ਕੋਈ ਜਾਤੀ ਸੂਝ ਪਿਛੋੜਦਾ ਮਾਰ ਹਾਂਜੀ ਇਹਦੇ ਵਾਸਤੇ ਤੁਸੀਂ ਕਰ ਸਕਦੇ ਆ ਲਿਖ ਕੇ ਮੈਂ ਨਹੀਂ ਆਪਣੀ ਦੇਣੀ ਮੈਂ ਦੇਣੀ ਮੈਂ ਇਹ ਤਾਂ ਦਾਅਵੇ ਕਰਾਉਣੀ ਮੈਂ ਪੂਰੀ ਉਹ ਤੁਹਾਡਾ ਅਲੱਗ ਮੈਟਰ ਹੈ ਸਾਡੇ ਕੋਲ ਰਿਕਾਰਡਿੰਗਾਂ ਆ ਰਿਕਾਰਡਿੰਗਾਂ ਸਾਡੇ ਕੋਲ ਪਈਆਂ ਵੀਡੀਓ ਬਣੀਆਂ ਪਈਆਂ ਸੀਸੀਟੀਵੀ ਕੈਮਰੇ ਲੱਗੇ ਪਏ ਗੁਰੂ ਘਰ ਦੇ ਵਿੱਚ ਜੇ ਭਾਈ ਸਾਹਿਬ ਜੇ ਇੱਥੇ ਫੈਸਲਾ ਹੁੰਦਾ ਨਾ ਜਿਹੜੀ ਪੁਰਾਣੀਆਂ ਗੱਲਾਂ ਇਸੇ ਅਸੀਂ ਖਤਮ ਕਰ ਸਕਦੇ ਆ ਜੇ ਫੈਸਲਾ ਹੁੰਦਾ ਜੇ ਨਹੀਂ ਹੁੰਦਾ ਨਾ ਪਰ ਜੇ ਤੁਹਾਡੀ ਮਰਜ਼ੀ ਜੋ ਮਰਜ਼ੀ ਕਰ ਸਕਦੇ ਫਿਰ ਬੇਨਤੀ ਭਾਈ ਸਾਹਿਬ ਜੀ ਇਹ ਵੀ ਸੁਣ ਲਓ ਹਾਂਜੀ ਖਾਲਸਾ ਜੀ ਜੇ ਮਤਲਬ ਅੱਜ ਫੈਸਲਾ ਹੁੰਦਾ ਰਿਕਾਰਡਿੰਗਾਂ ਸਾਰੀਆਂ ਤੁਹਾਨੂੰ ਕੱਟਣੀਆਂ ਪੈਣੀਆਂ ਕੱਲ ਨੂੰ ਲੀਕ ਹੋ ਗਿਆ ਗਰੀਬ ਮਾਰਿਆ ਜਾਣਾ ਇਹ ਤੁਹਾਨੂੰ ਵੀ ਬੇਨਤੀ ਮੰਨਣੀ ਪੈਣੀ ਹੈ ਉਹਨਾਂ ਦੀ ਵਕਤ ਦੀ ਗੱਲ ਇੱਥੇ ਸਤਿਗੁਰ ਦੇ ਹਜ਼ੂਰੀ ਦੇ ਵਿੱਚ
ਕਿਸੇ ਨੂੰ ਜਾਤ ਮੇਰਾ ਖਿਆਲ ਤੇ ਕੋਈ ਜਾਤ ਪਾਤ ਵਾਲਾ ਤਾਂ ਕੰਮ ਹੈ ਹੀ ਨਹੀਂ ਦੁਨੀਆ ਵਿੱਚ। ਮਾਰੇ ਸਾਨੂੰ ਕੱਢ ਕੇ ਗਏ ਆ ਇਹ ਗੁਰੂ ਘਰ ਦੀ ਬਿਲਕੁਲ ਨਾ ਹੀ ਐਸੇ ਕਰੋ ਉਹ ਤਾਂ ਕੋਈ ਦਾਜ ਨਹੀਂ ਲੈਂਦਾ ਇਹ ਤਾਂ ਸਾਡੀ ਦੀ ਸੋਚ ਆ ਸਾਡੀ ਇੱਕ ਕਰਾਓ ਕਿਆ ਮੰਨ ਨਹੀਂ ਮਾਰੇ ਸਾਰੇ ਮੰਗਦੇ ਆ ਗੱਲ ਖਤਮ ਹੋ ਗਈ ਹਜੂਰ ਜੀ ਬੈਠੇ ਜੋ ਕੋਈ ਬੰਦ ਕਰ ਸਾਨੂੰ ਸ਼ਬਦ ਬੋਲੇ ਸਾਰੇ ਗੱਲ ਤਾਂ ਇੰਨੀ ਆ ਬਸ ਉਹ ਅਸੀਂ ਕਹਿ ਤਾਂ ਰਹੇ ਹਾਂ। ਮੰਗਦੇ ਆ ਬਾਬਾ ਜੀ ਵਾਹਿਗੁਰੂ ਜੀ ਗੱਲ ਸੁਣੋ ਭਾਈ ਗੁਰੂ ਸਿੰਘ ਜੀ ਗੁਰੂ ਸਿੰਘ ਜੀ ਭਾਈ ਭਜਨ ਜੀ ਔਰ ਗ੍ਰੰਥੀ ਸਿੰਘ ਹੋਰ ਕੋਲੋਂ ਬਈ ਸਾਡਾ ਸਿੰਘ ਅਰਦਾਸ ਕਰੇਗਾ ਮਹਾਰਾਜ ਨੂੰ ਅਰਦਾਸ ਕਰੇਗਾ ਠੀਕ ਹੈ ਜੀ ਮਹਾਰਾਜ ਦੋਹਾਂ ਧਿਰਾਂ ਨੂੰ ਠੀਕ ਹੈ ਜੋ ਗੁਨਾਹ ਹੋਇਆ ਠੀਕ ਹੈ ਜਾਣੇ ਅਣਜਾਣੇ ਸੀ ਠੀਕ ਹੈ ਜੀ ਮਹਾਰਾਜ ਬਖਸ਼ੋ ਠੀਕ ਹੈ ਠੀਕ ਹੈ ਬਾਬਾ ਜੀ ਤੇ ਹੋਰ ਕੋਈ ਗੱਲ ਬਹੁਤ ਤੇ ਮਾਫੀ ਦਾ ਆਪ ਹੀ ਮੰਗਣੀ ਪੈਂਦੀ ਇੱਕ ਲਿਖਤੀ ਰੂਪ ਚ ਬਾਬਾ ਜੀ ਪਹਿਲਾਂ ਮੰਗ ਲਿਆ ਨਾ ਫਿਰ ਅਰਦਾਸ ਕਰ ਦਿੰਦੇ ਹਾਂ ਨਹੀਂ ਪਹਿਲਾਂ ਲਿਖਤੀ ਰੂਪ ਕਰ ਲਓ ਬਾਬਾ ਜੀ ਲਿਖਤੀ ਰੂਪ ਕਰੋ ਗੱਲ ਤਾਂ ਲਿਖਤੀ ਨਹੀਂ ਲਿਖਤੀ ਵੀ ਕਰਨਾ ਲਿਖਤੀ ਕਰਕੇ ਮਾਫੀ ਮੰਗ ਲੈਣਾ ਉਸ ਤੋਂ ਬਾਅਦ ਅਰਦਾਸ ਕਰ ਦਾਂਗੇ ਬਾਬਾ ਜੀ ਮੈਨੂੰ ਸੇਵਾ ਬਹੁਤ ਕਰੋ ਵੀ ਮੈਂ ਬੈਂਕ ਦੇ ਪੈਸੇ ਵੀ ਇਹ ਆਪਣੇ ਪੈਸੇ ਕਢਾਉਣ ਜਿੱਦਾਂ ਮਰਜ਼ੀ ਤੁਸੀਂ ਬਾਬਾ ਜੀ ਬੈਂਕ ਦੇ ਲਿਖ ਕੇ ਦੇ ਦਿਓ ਬਾਬਾ ਜੀ ਬਹੁਤ ਸਿਆਣੀ ਗੱਲ ਹੈ ਬਾਬਾ ਜੀ ਤੁਸੀਂ ਇਦਾਂ ਕਰ ਸਕਦੇ ਹੋ ਬਾਬਾ ਲਿਖਣਾ ਪਵੇ ਜੀ ਖਰਚਾ ਤਾਂ ਅਸੀਂ ਦੇ ਦਾਂਗੇ ਤੁਸੀਂ ਇੱਕ ਸਟਾਮ ਲਓ 50 ਲੱਖ 100 ਰੁਪਏ ਦਾ 500 ਦਾ ਉਹਦੇ ਵਿੱਚ ਲਿਖੋ ਕਿ ਮੈਂ ਪਹਿਲੀ ਕਮੇਟੀ ਦੇ ਵਿੱਚ ਸੀ ਮੌਜੂਦਾ ਕਮੇਟੀ ਦੇ ਵਿੱਚ ਮੈਂ ਨਹੀਂ ਹਾਂ ਠੀਕ ਹੈ ਜੀ ਗੁਰੂ ਘਰ ਦਾ ਜਿਹੜਾ ਮੇਰੇ ਨਾਂ ਦੇ ਉੱਪਰ ਅਕਾਊਂਟ ਖੁੱਲਿਆ ਹੋਇਆ ਉਹਦੇ ਵਿੱਚ ਮੇਰਾ ਪੈਸੇ ਦਾ ਕੋਈ ਹੱਕ ਨਹੀਂ ਬਿਲਕੁਲ ਉਹਦੇ ਵਿੱਚੋਂ ਮੇਰਾ ਨਾਂ ਕੱਢ ਦਿੱਤਾ ਜਾਵੇ ਮੈਂ ਲੈ ਦੂੰ ਬੈਂਕ ਨੂੰ ਲਿਖ ਦੋਗੇ ਠੀਕ ਹੈ ਬਹੁਤ ਸਿਆਣੀ ਗੱਲ ਹੈ ਬਿਲਕੁਲ ਠੀਕ ਆ ਤੁਸੀਂ ਆਇਓ ਸੱਚੀ ਕੁਝ ਕਰਕੇ ਜਾਓ ਮੈਂ ਤਾਂ ਉਹ ਨਹੀਂ ਨਹੀਂ ਉਹਦੇ ਦੇਖੋ ਇਹ ਜੇ ਕਹਿੰਦੇ ਨਾ ਬਾਬਾ ਜੀ ਮੈਨੂੰ ਪਤਾ ਉਹ ਸਹੀ ਆ ਮੇਰੀ ਬੇਨਤੀ ਸੁਣੋ ਸਹੀ ਆ ਮੇਰੀ ਬੇਨਤੀ ਸੁਣੋ ਦੂਸਰਾ ਬੰਦਾ ਕੋਈ ਵੀ ਕਰ ਸਕਦਾ ਮੇਰੀ ਬੇਨਤੀ ਸੁਣੋ ਕਿ ਮੈਂ ਸਾਨੂੰ ਫੋਨ ਆਣਾ ਇੱਥੇ ਬੁਲਾਓ ਕੈਪਟਨ ਬੈਂਕ ਵਾਲੇ ਬਿਲਕੁਲ ਸਹੀ ਗੱਲ ਹੈ, ਸਭ ਤੋਂ ਵਧੀਆ ਗੱਲ ਹੈ। ਮੈਂ ਮਤਾ ਲੈ ਕੇ ਨਹੀਂ ਦੇਣਾ ਤੇ ਬਾਈ ਨੂੰ ਲੈ ਕੇ ਗਏ ਨੇ ਤਾਂ ਫੋਨ ਚੱਕਣਗੇ ਫੋਨ ਨੰਬਰ ਬਾਬਾ ਜੀ ਲਾਓ ਗੱਲ ਕਰ ਲੈਣਗੇ ਨਾ ਮੈਂ ਜਦੋਂ ਤੁਸੀਂ ਤੇ ਗੱਲ ਕਰ ਲੈਣਗੇ ਆਪਾਂ ਲਿਖ ਕੇ ਦੇ ਦੇਣੇ ਲੈ ਵੀ ਲਾਓ ਦੋ ਨੰਬਰ ਮੇਰੀ ਕਮੇਟੀ ਸਟੈਂਡ ਕਰਕੇ ਥਾਂ ਦੇ ਵੀ ਸਦਾ ਹੀ ਰਹਿਣਾ ਕਮੇਟੀ ਦੀ ਜਿਹੜੀ ਬਾਬਾ ਜੀ ਗਾਲਾਂ ਵਾਲਾ ਮਸਲਾ ਹੱਲ ਕਰੋ ਬੈਂਕ ਵਾਲਾ ਮਸਲਾ ਬਾਅਦ ਚ ਹੱਲ ਕਰੋ ਇਸ ਮਸਲੇ ਦੀ ਮੈਂ ਉਹੀ ਕਹਿੰਦਾ ਜੇ ਤੁਸੀਂ ਬਾਬਾ ਜੀ ਜੈਸ ਨਾ ਕਰੋ ਤੁਸੀਂ ਹੋ ਗਿਆ ਹੋ ਗਿਆ ਦੇਖਣਾ ਹੁਣ ਕੀ ਜਦੋਂ ਉੱਥੇ ਮਹਾਰਾਜ ਜਾਂਦੇ ਸਾਰਾ ਨਹੀਂ ਅਸੀਂ ਉੱਥੇ ਵੀਡੀਓ ਡਿਲੀਟ ਕਰਦੇ ਬੰਦਾ ਲਾਣਗੇ ਬਾਬਾ ਜੀ ਜਿੰਨੇ ਬੰਦੇ ਜ਼ਿੰਮੇਵਾਰ ਹੋਣਗੇ ਕਿਉਂਕਿ ਉਹਦਾ ਬੜਾ ਪੁਲਿਸ ਵਿੱਚ ਮੈਂ ਗਰੀਬ ਆ 6000 ਰੁਪਏ ਲੈਣ ਵਾਲਾ ਕੋਈ ਨਹੀਂ ਗੱਲ ਹੈਗੀ ਯਾਰ ਤੂੰ ਦੱਸ ਅਸੀਂ ਬੈਠੇ ਆ ਮੇਰਾ ਮੁੰਡੇ ਨੇ ਅੱਜ ਤੱਕ ਕਦੀ ਮੇਰੇ ਮੁੰਡੇ ਦਾ ਰਿਕਾਰਡ ਪੁੱਛ ਜਾ ਕੇ ਪਹਿਲਾਂ ਥਾਣੇ ਕਿਸੇ ਥਾਣੇ ਚ ਤਾਈਓ ਗਾਲਾਂ ਕੱਢੀਆਂ ਰਿਕਾਰਡ ਵਧੀਆ ਆ ਤਾਈਓ ਗਾਲਾਂ ਕੱਢੀਆਂ ਉਹ ਕਾਕਾ ਪੁੱਛੇ ਜਾਂਦੀ ਸਾਰਾ ਗੁੱਸੇ ਦੀ ਗੱਲ ਨਹੀਂ ਕੀ ਗੱਲ ਜੀ ਬਹਿ ਜਾਓ ਗੱਲ ਹੋਣੀ ਹੋ ਅਰਦਾਸ ਦੇ ਨਾਲ ਨਿਕਲ ਕੇ ਸਭ ਤੋਂ ਵੱਡੀ ਟੱਕ ਪੈਂਦਾ ਹੈ ਸਾਡੀ 13 ਸਾਲ ਦੀ ਸਾਡੀ ਮੇਰੀ ਬੱਚੇ ਦਾ ਕੀ ਆ 10 ਸਾਲ ਦੀ ਟੱਕ ਪੈਦਾ ਮੇਰੇ ਇੱਥੇ ਬਾਬਾ ਜੀ ਇੱਥੇ ਪੈਦਾ ਟੱਕ ਮੇਰੇ ਇਹ ਮੇਰਾ ਇਹ ਕਹਿੰਦਾ ਤੇਰੇ ਖੜਾ ਕਰਕੇ ਦਊਂਗਾ ਮੈਨੂੰ ਤਾਂ ਕਹਿੰਦਾ ਤੁਹਾਨੂੰ ਤਾਂ ਕਹਿ ਨਹੀਂ ਤੁਹਾਨੂੰ ਤਾਂ ਕਹਿ ਨਹੀਂ ਤੁਹਾਨੂੰ ਤਾਂ ਕਹਿ ਨਹੀਂ ਮੈਂ ਤਾਂ ਸੁਣਾਉਣਾ ਕਾਹਦੇ ਵਾਸਤੇ ਤੁਹਾਨੂੰ ਸੁਣਾਉਣਾ ਨਹੀਂ ਗੱਲ ਕਰੂੰ ਬੈਠੋ ਕੰਨਾਂ ਕਰੂੰ ਦੇ ਲੋ ਹੌਸਲੇ ਚੁੱਪ ਕਿਉਂ ਨਹੀਂ ਕਰਾਇਆ ਇਹਨੂੰ ਕਿਉਂ ਨਹੀਂ ਚੁੱਪ ਕਰਾਇਆ ਉਧਰ ਬਾਬਾ ਜੀ ਕਹਿੰਦਾ ਯਾਰ ਲਿਖਾਣ ਤੇ ਲੱਗੇ ਆ ਉਹੀ ਗੱਲ ਕਹੀ ਸਾਡੇ ਘਰ ਗੁਆਂਢੀ ਹੈ ਜੀ ਦਾ ਗ੍ਰੰਥੀ ਜੀ ਦੀ ਵੀਡੀਓ ਬਣਾਓ ਗ੍ਰੰਥੀ ਜੀ ਦੀ ਵੀਡੀਓ ਬਣਾਓ ਮੈਂ ਦੇਣਾ ਮੈਂ ਦੱਸ ਕੇ ਦੇਣਾ ਮੈਂ ਕਰਦਾ ਪਹਿਲਾਂ ਮੁੱਕ ਗਿਆ ਯਾਰ ਭਾਜੀ ਵੀਡੀਓ ਬਣਾਓ ਵੀਡੀਓ ਬਣਾ ਯਾਰ ਪੈਸਾ ਆ ਕੰਮ ਨਾ ਕਰੇ ਯਾਰ ਮਾਫੀ ਮੰਗੇ ਤੇ ਲਿਓ ਗਲਤੀ ਕੋ ਮਾਫੀ ਮੰਗਾ ਰਹੇ ਕਿਹੜਾ ਮਾਫੀ ਮੰਗਾ ਰਹੇ ਕਿਹੜਾ ਮਾਫੀ ਮੰਗ ਰਿਹਾ ਯਾਰ ਉਹਨਾਂ ਕਹਿੰਦੇ ਸਾਡੇ ਅਸੀਂ ਕਿਹਾ ਬੈਠੋ ਤੁਸੀਂ ਇਹ ਕਹਿੰਦੇ ਅਗਲੇ ਮਾਫੀ ਲਿਖ ਰਹੇ ਹੋ ਤੂੰ ਹੀ ਕਰਦੇ ਹੋ
ਵੇਖਣ ਆਇਓ ਸਾਰਾ ਕੁਝ ਕਰ ਰਹੇ ਜੀ ਮਾਫੀ ਮੰਗਾਂਗੇ ਹੋਰ ਤੁਹਾਨੂੰ ਕੀ ਚਾਹੀਦਾ ਭਾਈ ਸਾਹਿਬ ਥਾਣੇ ਜਾ ਕੇ ਮਾਫੀ ਮੰਗੋ ਭੈਣ ਜੀ ਪੈਸਾ ਸਮਝਾਓ ਲਾਸਟ ਹੈ ਸਭੀ ਕਹਿੰਦੇ ਖਤਮ ਕਰ ਦਿਓ ਬਸ ਜਦੋਂ ਉਹਨੇ ਮਾਫੀ ਮੰਗੀ ਮੇਰੇ ਬਹਿਸ ਕਰਦੇ ਕਿ ਭਾਈ ਸਾਹਿਬ ਮਾਫੀ ਨਹੀਂ ਪਵਾਉਣੀ ਗੁਰੂ ਘਰ ਇਹਨਾਂ ਦਾ ਆ ਫੜਿਆ ਮਾਰ ਗੁਰੂ ਘਰ ਨਹੀਂ ਬੰਦਾ ਹੋਰ ਕੀ ਕਰਨਾ ਦੱਸ ਗੱਲਾਂ ਮਾਰ ਕੇ 20000 ਲਿਖੋ ਬਾਬਾ ਜੀ ਹੋ ਗਿਆ ਗਲਤੀ ਹੋ ਜਾਂਦੀ ਹਰ ਕਿਸੇ ਕੋਲ ਤੁਹਾਡੇ ਕੋਲ ਵੀ ਹੋ ਜਾਂਦੀ ਆ ਜਿਹੜੀਆਂ ਵੱਡੀਆਂ ਗੱਲਾਂ ਦੇ ਹੱਲ ਹੋ ਜਾਂਦੇ 4 ਸਾਲ ਹੋ ਗਏ ਗਲਤੀ ਕਰਦੇ 4 ਸਾਲ ਤਾਂ ਹੀ ਆਏ ਆ ਮਾਫੀ ਦੇ ਤਾਂ ਹੀ ਮੰਗ ਰਹੇ ਆ ਚਲੋ ਗਿਆ ਨਾ ਤਾਂ ਹੀ ਮਾਫੀ ਮੰਗ ਰਹੇ ਆ ਕਿ ਜੋ ਕੋਈ ਗਲਤੀ ਹੋਈ ਹੈ ਸਭ ਕੁਝ ਲਿਖਣਾ ਉਹ ਸਭ ਕੁਝ ਲਿਖਾ ਕੱਲ ਨੂੰ ਮੈਨੂੰ ਦਿੱਤੀ ਹੋਵੇ ਕੋਈ ਹੋਵੇ ਯਾਰ ਸਾਨੂੰ ਫੋਨ ਆਣਾ ਹੈ ਇਹ ਤਾਂ ਨਾਂ ਲਿਖਣੇ ਆ ਭਜਨ ਸਿੰਘ ਮਲੂਕ ਸਿੰਘ ਤੇ ਹੁੰਦੇ ਹੀ ਆਏ ਆ ਦੇਖੋ ਜੀ ਨਾਂ ਲਿਖਣੇ ਹੱਥ ਜੋੜਨ ਵਾਸਤੇ ਹਾਂਜੀ ਇਹਦਾ ਸਾਡੇ ਤੋਂ ਸਾਰੇ ਢੰਗ ਹੈਗੇ ਗੁਰੂ ਘਰ ਦਾ ਮਸਲਾ ਪਤਾ ਕੀ ਹੈ ਅਸੀਂ ਤਾਂ ਕਹਿੰਦੇ ਕਿ ਬਾਹਰ ਨਾ ਜਾਣ ਨਿਕਲੇ ਗੁਰੂ ਘਰ ਦੀ ਗੱਲ ਕੱਢੀ ਨਾ ਤਾਂ ਗੁਰੂ ਮਹਾਰਾਜ ਪਾਤਸ਼ਾਹ ਬੈਠਾ ਆਪ ਹੀ ਨਿਰਣੇ ਕਰੇਗਾ ਉਹਦਾ ये तो कुछ नहीं बाबा बड़े बड़े तगड़े मसले देखे ਚਲੋ ਫੇਰ ਵੀ ਗੁਰੂ ਮਹਾਰਾਜ ਦੀ ਕਿਰਪਾ ਕਹਿੰਦੇ ਚਲ ਮਾਫੀ ਮੰਗ ਲੈਣੇ ਕਈ ਇੰਨੀ ਚੰਗੇ ਕਹਿੰਦੇ ਮੈਂ ਮਾਫੀ ਮੰਗਣੀ ਉੱਥੇ ਕਰੋਗੇ ਇਹ ਵੀ ਆਪਣੇ ਬੰਦੇ ਉਹੀ ਮੰਗਣ ਦੂਜੇ ਦਾ ਨਹੀਂ रहना तुम फिर ਜੇ ਚਾਰ ਦਿਨ ਚੰਗੇ ਨਹੀਂ ਰਹੇ ਆ ਜੇ ਕੋਈ ਭੋਗ ਹੋ ਗਿਆ ਤਾਂ ਕਿਹੜੀ ਗੱਲ ਮੈਂ ਬੈਠੇ ਤੇ ਲੈ ਕੇ ਇਹਨਾਂ ਦੇ ਦਈਏ ਵੀ ਮੈਂ ਕਮੇਟੀ ਦਾ ਮੈਂਬਰ ਹੀ ਉਹ ਆਪਣੇ ਬੈਂਕ ਦੇ ਪੈਸੇ ਦੇ ਪ੍ਰਧਾਨ ਦਾ ਕੋਈ ਜਿਹੜਾ ਆਪਣੇ ਪੈਸੇ ਕਢਾਓ ਇਹਨਾਂ ਨੂੰ ਲਿਖ ਕੇ ਬੈਂਕ ਦੇ ਦੇਣਾ ਬੰਦ ਕਰ ਦਿੱਤੇ ਯਾਰ ਇਹ ਕੰਮ ਨਿਕਲੇ ਡਾਲ ਕੱਢੀ ਗਏ ਇਹਦੀ ਕਰਦੀਆਂ ਹੈਗੀਆਂ ਬਾਬਾ ਰੀਤ ਸਿੰਘ ਵੀਰ ਜੀ ਜਿਹੜਾ ਸਿਆਣਾ ਬੰਦਾ ਨਾ ਉਹ ਕਦੀ ਜ਼ਿੰਦਗੀ ਚ ਗਾਲ ਨਹੀਂ ਕੱਢਦਾ ਧੀ ਭੈਣ ਦੀ ਜਿਹੜਾ ਸਮਝਦਾਰ ਸਿਆਣਾ ਹੈ ਠੀਕ ਹੈ ਸਮਝਦਾਰ ਬੰਦਾ ਤਾਂ ਵੀਰ ਜੀ ਗਾਲ ਕੱਢਦਾ ਹੀ ਨਹੀਂ ਅਵੇਲ ਜੇ ਜਿੱਥੇ ਜੇ ਹੁਣ ਸਮਝੀ ਤਾਂ ਗੱਲ ਸਾਨੂੰ ਸਾਡਾ ਹੀ ਵਿੱਚ ਲੈ ਰਹੇ ਸਾਨੂੰ ਕਦੇ ਬਾਹਰ ਨਹੀਂ ਮਾਰਦੇ ਫਿਰ ਉਹਨਾਂ ਫਿਰਾਂ ਦਾ ਕੋਈ ਇੱਕ ਦੂਜੇ ਦਾ ਨੁਕਸਾਨ ਕਰੇ ਨਾ ਆਹੋ ਸਾਡਾ ਵੀ ਲੈ ਦਿਓ 5 ਲੱਖ ਦਾ ਡੰਗ ਗੱਲਾਂ ਬਾਜੀ ਕਰਦੇ ਹੈ 500 ਰੁਪਏ ਘਟਾ ਦਿੰਦੇ ਸੀ ਕੀਤੀਆਂ ਨੂੰ ਦੱਸੋ ਕੀ ਕਰਦੇ ਗ੍ਰੰਥੀਆਂ ਨਾਲ ਪੈਸਾ ਵੱਖਰੇ ਯਾਰ ਆ ਨਵੀਂ ਕਮੇਟੀ ਬਣੀ ਆ 3100 ਰੁਪਏ 2100 ਰੁਪਏ ਘਟਾ ਦੇਣ ਲੱਗੇ ਇਹ ਆ ਕੁੱਤੇ ਸਮਝਣ ਵਾਲੇ 1500 ਰੁਪਏ ਕਿੰਨੀ ਭੇਟਾ ਦਿੰਦੇ ਸੀ 1500 ਰੁਪਏ ਕੋਈ ਲੈਣਾ ਨਹੀਂ ਮਾਮਾ ਜੀ ਨਹੀਂ 1500 ਤਾਂ ਲੱਗ ਰਿਹਾ ਉਹ ਨਾਲ ਲੈ ਕੇ 500 ਵਾਲੇ ਜਿਹੜੇ ਤੁਸੀਂ 500 ਦੇ ਲੈ ਜਿਹੜੇ ਮੈਂ ਕਹੀਦਾ ਨਹੀਂ ਭਾਜੀ ਨਹੀਂ ਆਉਂਦਾ ਕੋਈ ਮੇਰਾ ਕੀ 500 ਰੁਪਏ ਦਿੰਦੇ ਉਹ ਮੇਰਾ ਕਮੇਟੀ ਬਣੀ ਆ ਮੈਂ ਅਗਲੇ ਭੇਟਾ ਦੇਣ ਲੱਗੇ ਆ ਨਵੀਂ ਕਮੇਟੀ ਨੇ ਭੇਟਾ ਬਣਾਈ ਬਾਬਾ ਜੀ ਇੱਥੇ ਮਸ਼ਹੂਰ ਪਤਾ ਕੀ ਆਪਣਾ ਜੇ 500 ਰੁਪਏ ਤੁਸੀਂ ਨਾ ਹੋਵੇ 1500 ਦਿੰਦੇ ਨੇ ਜਨਾਬ ਕੋਈ 15 ਦਿੰਦੇ ਮੈਂ 500 ਵਾਲੇ ਰੱਖ ਦੇ ਕਹੂੰਗਾ ਮਹਾਰਾਜ ਲੈ ਕੇ ਹੋਰ ਕੋਈ ਗੱਲ 1500 ਰੁਪਏ ਨਾਲ ਲਾਵਾ ਪਹਿਲਾਂ ਦਾ ਦਿੰਦੇ ਨੇ ਉਹਨਾਂ ਨੇ ਕਿੰਨੇ ਦਿੰਦੇ ਜਿਹੜੇ ਉਦੋਂ ਇਹ ਤਾਂ ਹੋਏ 200 ਰੁਪਏ 1000 ਰੁਪਏ ਉਹਦੇ ਭਾਜੀ 1000 ਰੁਪਏ ਦਿੰਦੇ ਸੀ ਕੰਮ ਉਦੋਂ ਹੀ ਸਾਡੇ ਬਾਜੇ ਹੋ ਗਿਆ ਉਹਨਾਂ ਨੇ ਸਾਡਾ ਭੇਟਾ ਦੀ ਸਾਡੀ ਮੈਂ ਅਸੀਂ 500 ਦਿੰਦੇ ਨੇ 1000 ਦਿੰਦੇ ਭਾਜੀ ਤਾਂ ਗੱਲ ਕਰਦਾ ਮੈਂ ਕਿ ਇਹ ਗ੍ਰੰਥੀਆਂ ਨੂੰ ਮੁੱਲ ਖਰੀਦ ਲੈਂਦੇ ਆ 500 ਚ ਮੁੱਲ ਖਰੀਦਦੇ ਹੈ ਯਾਰ 1500 ਦੇ ਦੇਣਾ ਤੈਨੂੰ 500 ਦੀ ਮੈਂ ਜਾਵਾਂ ਰਾਗੀ ਲੈ ਕੇ ਆਵਾਂ ਯਾਰ ਵਾਲੇ 500 ਕਹਿੰਦੇ 500 ਸਮਝਦੇ ਨੇ ਤੁਸੀਂ ਮੈਂ ਲੈ ਕੇ ਆਵਾਂ ਰਾਗੀ ਸਾਰੇ ਨਹੀਂ ਪਤਾ ਕੋਈ ਨਵਾਂ ਰਾਗੀ ਨਹੀਂ ਹੁੰਦਾ ਦਿੰਦਾ ਰਹੇ 1500 ਮੈਂ ਲੈ ਕੇ ਆਉਂਗਾ ਹਾਂਜੀ ਮੈਂ ਇਹ ਸਹੀ ਮਿਲ ਰਹੀ ਹੁਣ ਸਹੀ ਹੈ ਨਾ ਇਹ ਮੈਂ ਤਾਂ ਇਹੋ ਜਿਹਾ ਮੈਂ ਪੈਸਾ ਸਹੀ ਹੈ ਪਰ ਇੰਨੇ ਬੰਦੇ ਸੱਦੇ ਅਸੀਂ ਕੋਈ ਇੱਜ਼ਤ ਮਾਣੀ ਸਾਨੂੰ ਮੈਂ ਤਾਂ ਤੁਹਾਡੀ ਗੱਲ ਕਰਦਾ ਮੈਂ ਤੁਹਾਡੀ ਗੱਲ ਮੰਨਦਾ ਮੈਂ ਤਾਂ ਕੋਈ ਬੋਲਦਾ ਨਹੀਂ ਮੈਂ ਕਹਿੰਦਾ ਇੰਨੇ ਬੰਦੇ ਬੱਚੇ ਆ ਅਸੀਂ ਉਹਨਾਂ ਦੀ ਇੱਜ਼ਤ ਨਹੀਂ ਕਰਦੇ ਅਸੀਂ ਕਿਹਦੀ ਇੱਜ਼ਤ ਮਾਣਦੇ ਕੀ ਇੱਜ਼ਤ ਮਾਣਾ ਹੀ ਕਰਕੇ ਮੈਂ ਕਹਿੰਦਾ ਜੋ ਹੋ ਗਿਆ ਸੋ ਦਰਕਾਰ ਕਰਨਾ ਜਿਹੜੇ ਸਾਰੇ ਕਹਿੰਦੇ ਜੋ ਹੋ ਗਿਆ ਸੋ ਉਹਨੂੰ ਛੋੜ ਦੋ ਬਰਦਾਰੀ ਕਰਦੇ ਸਹੀ ਰਸਤਾ ਹੋ ਗਿਆ ਮੈਂ ਤਾਂ ਦਿਲ ਰੋੜੀ ਕਰਦਾ 10 ਮਿੰਟ ਰੁਕ ਕੇ ਕਹਿੰਦਾ ਚੌਕੀ ਨਹੀਂ ਮਾਰਦੇ 10 ਮਿੰਟ ਤੱਕ ਸੋਚਦੇ ਬੰਦੇ ਦੋਸਤ ਪਰ ਇਧਰ ਬੈਠ ਜਾਈਏ ਫਿਰ ਪਤਾ ਸੰਗਤ ਕਹਿ ਦੇ ਹਾਂ ਤੂੰ ਸੂਰਤ ਮੰਨਣਾ ਨਹੀਂ ਨਹੀਂ ਮੇਰੀ ਕਹਿ ਸਿੱਧੀ ਗੱਲ ਕਰ ਚਾ ਸਾਰੇ ਸਿੱਧੀਆਂ ਕਰਦੇ ਆ ਮਤ ਲੋ ਤੁਸੀਂ ਨਾ ਸ਼ਾਂਤੀ ਨਾਲ ਬਿਲਕੁਲ ਸਾਰਾ ਕੰਮ ਕਰੋ
ਪ੍ਰਸ਼ਾਦ ਬਣਾਓ ਤੇ ਨਾਲ ਸਾਹਿਬ ਪਾਸ ਕਰੋ ਤੇ ਨਾਲ ਆਪਣਾ ਲਵੋ ਤੇ ਪ੍ਰਸ਼ਾਦ ਦਿਓ ਸਭ ਨੂੰ ਬਸ ਤੇ ਸ਼ਾਂਤੀ ਆਵੇ। ਸਾਨੂੰ ਜੋ ਮਰਜ਼ੀ ਜੋ ਮਰਜ਼ੀ ਲਿਖਾ ਉਹਦੀ ਸਾਨੂੰ ਕੰਪਲੇਂਟ ਨਹੀਂ ਪਾਓ ਕੇਸ ਵਿੱਚ ਸਹੀ ਗੱਲ ਮਾਰ ਨੂੰ ਡਰਦਾ ਇਸ ਹੱਥ ਨਹੀਂ ਲੱਗਦਾ ਇਹਨਾਂ ਦਿੱਤੀ ਇਹਨਾਂ ਨੂੰ ਰੱਖੀ ਇਹਨਾਂ ਦਿੱਤੀ ਇਹਨਾਂ ਦੇ ਮੈਂ ਆਇਆ ਵੀ ਨਹੀਂ ਕਰਾਉਂਦਾ ਮੈਂ ਸਾਨੂੰ ਖੜਾ ਕਰਦਾ ਵੀ ਮੈਂ ਤੁਸੀਂ ਫੜ ਲਓ ਮੈਂ ਨਹੀਂ ਹੈਗੀ ਇਹ ਮੰਗੇ ਖਾਤਾ ਕਰਾਇਆ हमने सभी नदी में पता कि मैं बंद ਮਾਇਆ ਤੂੰ ਨਾ ਪੜੀ ਉਹ ਤੂੰ ਸਾਨੂੰ ਦੇ ਦੇ ਮਾਇਆ ਤੇ ਜਿਹੜੀ ਵੜਦੀ ਹੈ ਮਾਇਆ ਸਾਨੂੰ ਦੇ ਦੇ ਆਪੇ ਕਹਿੰਦਾ ਤੇਰਾ ਨਾਮ ਇਹਦਾ ਦੇ ਨਾਮ ਮੇਰਾ ਵੀ ਤਾਂ ਐਜੂਕੇਸ਼ਨ ਨਾਮ ਇਹਦੀ ਬੇਬੀ ਤੇ ਗਿਆ ਨਾ ਕੋਈ ਆਇਆ ਉਹਦਾ ਜੁੜੀ ਇਹਨਾਂ ਜੁੜੀ ਇਹਨਾਂ ਦੀ ਬਾਤ ਨਹੀਂ ਪਤਾ ਹੁਣ ਆਪਾਂ ਅਸੀਂ ਤੇ ਇੱਥੇ ਰਹਿਣਾ ਅਸੀਂ ਤੇ ਇੱਥੇ ਰਹਿਣਾ ਅਸੀਂ ਤਾਂ ਤੁਹਾਡੀ ਗੱਲ ਮੰਨ ਲਈ ਬਸ ਬਸ ਠੀਕ ਆ ਬਸ ਠੀਕ ਆ ਠੀਕ ਆ ਅਸੀਂ ਤੇ ਉਸਦੀ ਕਹਿੰਦੇ ਜੇ ਬਾਤ ਕਰਨਾ ਬਾਹਰੋਂ ਜੇ ਤੁਹਾਡੀਆਂ ਬਾਦਸ਼ਾਹ ਤੇ ਅਸੀਂ ਕਹਿੰਦੇ ਜਾਨ ਜਿਹੜੀ ਤੇ ਸਾਡਾ ਜੋ ਮਰਜ਼ੀ ਕਰ ਸਾਡੇ ਕੋਲ ਨਾ ਜਾਇ ਸਾਡੇ ਕੋਲ ਕਰ ਦਿੱਤਾ ਆ ਬਾਬਾ ਜੀ 15 ਲੱਖ ਰੁਪਇਆ ਲੱਗ ਗਿਆ ਜੱਸਿਆਂ ਨੇ ਸਾਰਾ ਹੀ ਸੇਵਾ ਹੀ ਕਰਦੇ ਥੱਲਿਆਂ ਦੀ ਗਰਾਈ ਕਰਾ ਕੇ ਲਿਆਂਦੀ ਹੈ ਸਾਰੀ ਕੀਤਾ ਉਹ ਲੈਂਟਰ ਬਾਅਦ ਦੇਣਾ ਦੀ ਮੈਂ ਤਾਂ ਕਹਿੰਦਾ ਵੀ ਤੁਸੀਂ ਇੰਨੇ ਕਰੋ ਬਾਹਰ ਰਹਿਣ ਦੇ ਨਹੀਂ ਇਸੇ ਮਾਰੇ ਆਈ ਕੋਈ ਕਰਮਾ ਤੇ ਪਰਸੂ ਸਾਨੂੰ ਤਾਂ ਦੱਸਿਆ ਨਹੀਂ ਅਗਲਾ ਉਹਦੇ ਨਾਲ ਗੱਲ ਮੈਂ ਕਹਿੰਦਾ ਗੱਲ ਆ ਗਿਆ ਪੁੱਛਾ ਡਾਕਟਰ ਤੋਂ ਪਹਿਲਾਂ ਕਿ ਦੱਸਿਆ ਨਹੀਂ ਗੱਲ ਆਤੇ ਆਏ ਗੱਲ ਕੰਮ ਕਰਕੇ ਗੱਲ ਆਤੇ ਡਾਕਟਰ ਨੂੰ ਲੱਗ ਦੱਸਿਆ ਨਾ ਇਹ ਡਾਕ ਕਿਸੇ ਨੂੰ ਇਹ ਉਹਦੀ ਤੋਂ ਜਾ ਕੇ ਪੁੱਛ ਰਹੇ ਤੂੰ ਆਵੇਂ ਕਾਕਾ ਆ ਗਿਆ ਮੈਂ ਉਹਦੇ ਨਾਲ ਪੁੱਛਿਆ ਮੈਂ ਕਿਹਾ ਤੁਸੀਂ ਮੇਰੇ ਨਾਲ ਗੱਲ ਕੀਤੀ ਡਾਕਟਰ ਨੂੰ ਪਤਾ ਹੈ ਕਿ ਕਰ ਆਤੇ ਆ ਤੇ ਮੈਂ ਤਾਂ ਪੁੱਛਿਆ ਕਿ ਤੱਕ ਤੂੰ ਆਏ ਇਹ ਭਾਜੀ ਇੱਕ ਮੈਂ ਤਾਂ ਇਹ ਸੇਵਾ ਦੇ ਕੇ ਚਲੇ ਜਾਣਾ ਮੈਂ ਤਾਂ ਇਹ ਜਿਹੜੇ ਬਣਾਉਣੇ ਤੇਰੇ ਜਿੰਨੇ ਦੇ ਕੰਮ ਗੁਰਦੁਆਰਾ ਸਾਹਿਬ ਦਾ ਨਹੀਂ ਉਹ ਤਾਂ ਇਹਦਾ ਮਸਲਾ ਪੈਸੇ ਦਾ ਰਹਿ ਗਿਆ ਨਾਲ ਸ਼੍ਰੋਮਣੀ ਪਾਣੀ ਆ ਤੁਹਾਡਾ ਭਰਾ ਹੋਣਾ ਉੱਥੇ ਕਹਿੰਦੇ ਇਹਨੇ 1500 ਰੁਪਏ ਮੰਗ ਲਏ ਇਹ ਸਾਡੀ ਕਹਿੰਦੇ ਇੱਕ ਸੋਚ ਹੀ ਇੱਥੇ ਖੜ ਗਈ ਵੀ ਅਸੀਂ ਹਰੇਕ ਕੰਮ ਨੂੰ ਪੈਸੇ ਨਾਲ ਜੋੜਨ ਲੱਗ ਗਏ ਸ਼ਾਇਦ ਤੁਸੀਂ ਸ਼ਾਇਦ ਤੁਹਾਨੂੰ ਨਹੀਂ ਪਤਾ ਸ਼ਾਇਦ ਪਤਾ ਵੀ ਹੋਵੇ ਤੁਸੀਂ ਕਹੋਗੇ ਕਿ ਭਾਈ ਗੋਪਾਲਾ ਜੀ ਨੂੰ ਮਹਾਰਾਜ ਛੇਵੇਂ ਪਾਸੇ ਦਸਵੇਂ ਪਾਤਸ਼ਾਹ ਨੇ ਕਿਹਾ ਕਹਿੰਦੇ ਬਾਣੀ ਸਾਡੀ ਸੱਧ ਜਪਜੀ ਸਾਹਿਬ ਦਾ ਪਾਠ ਸੁਣਾ ਮਹਾਰਾਜ ਨੇ ਆਪਣੇ ਤੋਂ ਵੱਡਾ ਤਖਤ ਲਾਇਆ ਉੱਪਰ ਭਾਈ ਗੋਪਾਲ ਜੀ ਦਾ ਠੀਕ ਹੈ ਉਹ ਜਿਉਂ ਨੇ ਬਾਣੀ ਪੜ੍ਹ ਰਹੇ ਆ ਜਪਜੀ ਸਾਹਿਬ ਦੀ ਸਮਾਪਤੀ ਵੱਲ ਜਾ ਰਹੀ ਮਹਾਰਾਜ ਆਪਣਾ ਗੁਰਗੱਦੀ ਛੱਡ ਰਹੇ ਆ ਆਪਣੀ ਗੱਦੀ ਤੇ ਬੈਠੇ ਉਹ ਤਖਤ ਛੱਡ ਰਹੇ ਆ ਇੱਥੇ ਤੱਕ ਮਹਾਰਾਜ ਨੇ ਸੋਚਦੇ ਸੀ ਬਾਣੀ ਪੜ੍ਹਨ ਵਾਲੇ ਸਿੰਘ ਵਾਸਤੇ ਵੀ ਇਸ ਗੱਦੀ ਦਾ ਵਾਰਸ ਭਾਈ ਗੋਪਾਲ ਨੂੰ ਬਣਾ ਦੇਣਾ ਇਹਨਾਂ ਬਾਣੀ ਦਾ ਸਰਕਾਰ ਸੀ ਉਹਨਾਂ ਦੀ ਤੇ ਸਾਡਾ ਅਸੀਂ ਕਹਿੰਦੇ ਗ੍ਰੰਥੀ ਥੋੜ੍ਹਾ ਇਹਦਾ ਪੈਸੇ ਰੱਖਿਆ ਦੂਜਾ ਇੱਥੇ ਨੌਕਰ ਰੱਖਿਆ ਉਹਦੇ ਨੂੰ ਚਾਹ ਵੀ ਨੌਕਰੀ ਕਹਿੰਦੇ ਆ ਜੀ ਇਹ ਨੌਕਰ ਕਹਿੰਦੇ ਇਹ ਕਿਹਾ ਇਹ ਗੱਲ ਅੱਜ ਤੇ ਚਾਦਰ ਵਿੰਗੀ ਆ ਚੱਲ ਗ੍ਰੰਥੀ ਨੂੰ ਰਮਾਲਾ ਸਾਹਿਬ ਵਿੰਗਾ ਚੱਲ ਗ੍ਰੰਥੀ ਨੂੰ ਝਾੜੂ ਲੱਗਾ ਚੱਲ ਗ੍ਰੰਥੀ ਨੂੰ ਚਾਦਰ ਤੇ ਬਲ ਪਿਆ ਹੋਵੇ ਗ੍ਰੰਥੀ ਨੂੰ ਸੁੱਤੇ ਮੈਨੂੰ ਉਠਾ ਕੇ ਡੁੱਬਿਆ ਕਿਹਨੇ ਕੱਢਣਾ ਤੇ ਜੇ ਤਨਖਾਹ ਮੰਗ ਲੈ ਤੇ ਫਿਰ ਕਹਿ ਸਕਦੇ ਆ ਕਿ ਬਾਬਾ ਤੂੰ ਤੇ ਲਾਲਚ ਕਰਦਾ ਦੇਖੋ ਹੁਣ ਆਪਾਂ ਜਿੱਦਾਂ ਮਰਜ਼ੀ ਕਹੀਏ ਜੋ ਗ੍ਰੰਥੀ ਕਹੀ ਗਿਆ ਉਹ ਅਸੀਂ ਕਰੀ ਗਏ ਜੋ ਇਹਨੇ ਮੂੰਹ ਚ ਕੱਢਿਆ ਉਹ ਕਰੀ ਗਏ ਜੋ ਮੇਰੀ ਬੇਨਤੀ ਸੁਣੋ ਸਾਰੀ ਸੰਗਤ ਅੱਛਾ ਜਿਹੜਾ ਚਾਹ ਵੀ ਪੁੱਛਦਾ ਇੱਕ ਮਿੰਟ ਸਾਰੀ ਸੰਗਤ ਮੇਰੇ ਮੇਰੀ ਬੇਨਤੀ ਸੁਣੋ ਇਹ ਭਾਈ ਸਾਹਿਬ ਦਾ ਲੜਕਾ ਪੁਲਿਸ ਦੇ ਪੁਲਿਸ ਦੇ ਜੀ ਤੇ ਪੁਲਿਸ ਵਾਲੇ ਥੋੜੇ ਜਿਹਾ ਉਦਾਂ ਬਦਨਾਮ ਹੁੰਦੇ ਉੱਪਰੋਂ ਪੈਸੇ ਕਮਾਉਣ ਕਰਕੇ ਹੁੰਦੇ ਆ ਨਾ ਹੁੰਦੇ ਬਦਨਾਮ ਕਈ ਨਹੀਂ ਵੀ ਦਿੰਦੇ ਸਾਰੇ ਇੱਕੋ ਜਿਹੇ ਨਹੀਂ ਅੱਛਾ ਮੇਰਾ ਖਿਆਲ ਕਹਿੰਦਾ ਵੀ ਮੈਂ ਅੰਦਾਜ਼ਾ ਲਾ ਰਿਹਾ ਵੀ ਭਾਈ ਸਾਹਿਬ ਦੀ ਤਨਖਾਹ 60 ਤੋਂ 65,000 ਹੋਊ ਪਰ ਜਿੰਨੀ ਵੀ ਆਪਾਂ ਤਾਂ ਕਦੇ ਪੁੱਛਿਆ ਹੀ ਨਹੀਂ ਹੈਗੀ ਇੰਨੀ ਕੁ ਹੋਏ ਹੈਗੀ ਆ ਅੱਛਾ ਉਹਦੀ 70,000 ਤਨਖਾਹ ਤੇ ਗ੍ਰੰਥੀ 7,000 ਦੇ ਕਿੰਨਾ ਗੁਜ਼ਾਰਾ ਕਰਦਾ ਉਹਨਾਂ ਦਾ 70,000 ਨਾਲ ਨਹੀਂ ਸਰਦਾ ਤੇ ਗ੍ਰੰਥੀ ਨੂੰ ਅਸੀਂ ਕਹਿੰਦੇ ਆ ਜਿੰਨਾ ਸਸਤਾ ਮਿਲ ਜੇ ਗ੍ਰੰਥੀ ਜਿੰਨਾ ਸਸਤਾ ਮਿਲ ਜੇ ਗ੍ਰੰਥੀ ਸਿੰਘ ਦੀ ਤਨਖਾਹ 15,000 ਹੋਣੀ ਚਾਹੀਦੀ ਕਮ ਸੇ ਕਮ ਤੇ ਜੇ ਉਹ ਵਿਚਾਰਾ ਦੋਨਾਂ ਕੋਲ ਭੇਟਾ ਲੈ ਲੈਂਦਾ ਕੁਛ ਨਹੀਂ ਹੈਗੀ ਤੇ ਫਿਰ ਕਹਿੰਦੇ ਗ੍ਰੰਥੀ ਲਾਲਚ ਕਰਦਾ ਅੱਛਾ ਇੱਕ ਭਈਆ ਰੱਖ ਲਓ ਘਰ ਦੇ ਵਿੱਚ
ਜੇ ਤੁਸੀਂ ਉਹਨੂੰ ਕਿਹਾ ਨਾ ਪੱਠੇ ਪਾਉਣੇ ਆ ਜਾਂ ਤੂੰ ਬਾਹਰੋਂ ਪੱਠੇ ਵੱਢ ਕੇ ਲਿਆ ਕੇ ਕੁਦਰ ਕੇ ਪਾਉਣੇ ਆ, ਤੇਰਾ ਇੰਨੇ ਕੰਮ ਆ, ਜਾਂ ਮੱਝਾਂ ਨੂੰ ਪਾਣੀ ਪਿਲਾਉਣਾ ਇੰਨੇ ਕੰਮ ਆ, ਉਹ ਤੁਹਾਡੇ ਘਰੇ ਕਦੇ ਵਿਹੜੇ 'ਚ ਝਾੜੂ ਨਹੀਂ ਮਾਰੂ। ਹੁਣ ਕਹਿਣਾ ਮੇਰਾ ਕੰਮ ਇਹ ਆ, ਮੈਂ ਇਹਦੇ ਪੈਸੇ ਲੈਣਾ, ਹੋਰ ਨਹੀਂ ਮੈਂ ਕਿਸੇ ਦੇ ਕੋਲ ਲੈਣਾ, ਹੋਰ ਮੈਂ ਕੁਛ ਨਹੀਂ ਕਰਨਾ। ਤੇ ਭਈਆ ਵੀ ਘਰ ਦੇ ਵਿੱਚ 8-10,000 12,000 ਤੋਂ ਥੱਲੇ ਨਹੀਂ ਆਉਂਦਾ। ਗ੍ਰੰਥੀ ਸਮਝਾਉਂਦੇ ਆ ਪਾਣੀ ਵਾਸਤੇ ਗ੍ਰੰਥੀ ਜਦੋਂ ਮਹੀਨਾ ਹੋਏਗਾ ਫਿਰ ਚੱਲ ਵੀ ਗ੍ਰੰਥੀ ਸੇ ਝਾੜੂ ਵੀ ਫੇਰ ਤੇ ਜੋ ਉੱਥੇ ਨਜ਼ਰ ਆਉਂਦਾ ਬਸ ਤੂੰ ਕਰ ਦੇਣਾ। ਬਿਲਡਿੰਗਾਂ ਬਣਾ ਦੇਣੀਆਂ ਬੜੀਆਂ ਸੌਖੀਆਂ। ਅੱਜ ਤੱਕ ਮੈਂ ਬੇਨਤੀ ਕਰਨ ਲੱਗਾ, ਗੁੱਸਾ ਨਾ ਕਰੇ, ਦੋਨੇ ਪ੍ਰਧਾਨ ਬੈਠੇ ਆ, ਅੱਜ ਤੱਕ ਮੈਂ ਪ੍ਰਧਾਨ ਨੂੰ ਗੁਰੂ ਘਰ 'ਚ ਝਾੜੂ ਮਾਰਦੇ ਨਹੀਂ ਵੇਖਿਆ। ਇਹ ਮੇਰਾ ਤਜਰਬਾ ਹੈ। ਇਹ ਸਾਡੇ ਜਿਹੜੇ ਨਵੇਂ ਪ੍ਰੈਜ਼ੀਡੈਂਟ ਪ੍ਰਧਾਨ ਹੈਗੇ ਨੇ ਸੇਵਾ ਕਰਦੇ, ਸਾਡੇ ਹੱਥੀਂ ਸੇਵਾ ਕਰਦੇ, ਨਾਲ ਸਾਡੇ ਬਹੁਤ ਸੇਵਾ ਕਰਦੇ। ਅਸੀਂ ਇਹਨਾਂ ਦਾ ਸਾਰੇ ਕਰਦੇ, ਸਾਰੇ ਨਹੀਂ ਕਰਦੇ। ਤੁਸੀਂ ਜਿੱਥੇ ਮਰਜ਼ੀ ਪੁੱਛ ਲਓ ਇਹਨਾਂ ਦਾ। ਇੱਕ ਭਾਈ ਸਾਹਿਬ ਦੀ ਬੇਨਤੀ ਸਾਨੂੰ ਕਰਕੇ ਚੱਲੇ ਆ, ਜਿਹੜਾ ਸੀ ਸਾਹਿਬ ਦਾ 5-6,000 ਨਾਲ ਕੀ ਬਣਦਾ? ਮੇਰੇ ਬ੍ਰਦਰ ਦੀ ਵੀ ਬੇਨਤੀ ਸੁਣੀ ਹੈ ਬੜੀ। ਆਇਆ ਸੀ ਸਭ ਰੌਲੇ ਪਾਉਂਦੇ ਨਾਲ ਮੋਬਾਈਲ ਨੂੰ ਨਹੀਂ ਦੇਖੋ, ਮੇਰੀ ਬੇਨਤੀ ਸੁਣੋ। ਤੁਸੀਂ ਡਾਕਟਰ ਕੋਲ ਜਾਓ, ਇੱਕ ਵਾਰੀ ਜਾਓ ਡਾਕਟਰ ਕੋਲ, ਬਾਬਾ ਜੀ ਪਹਿਲਾਂ 6 ਹੀ ਹੁਣ 7 ਕਰਤੀ। ਪਹਿਲਾਂ ਇਹ ਆਟਾ ਮਤਲਬ ਸਰਫ ਵੀ ਲੈਂਦੇ ਉਹ ਵਿੱਚ ਪਾਉਂਦੇ, ਉਹੀ ਵੱਖਰੇ ਕਰਦਾ। 7,000 ਚ ਮਤਲਬ ਸਰਫ ਵੀ ਲੈਣਾ, ਦੁੱਧ ਵੀ ਲੈਣਾ, ਉਹੀ ਵੱਖਰੇ ਕਰਦਾ। 7,000 ਤਨਖਾਹ ਕਰਤੀ, ਅੱਗੇ ਵੇਖਾਂ ਵਿਚਾਰ ਕਰਕੇ ਤਨਖਾਹ ਵਧਾ ਰਿਹਾ। ਹਾਂ, ਪ੍ਰਧਾਨ ਦਾ ਅਹੁਦਾ ਪਾ ਜਿਹੜਾ ਮਰਜ਼ੀ ਵੱਡਾ, ਗੁਰੂ ਘਰ ਦਾ ਵਜ਼ੀਰ ਤੋਂ ਨੀਵਾਂ ਜੀ। ਪ੍ਰਬੰਧਕ ਰੱਖੀ ਆ ਗੁਰੂ ਘਰ ਚਲਾਉਣ ਵਾਸਤੇ, ਪ੍ਰਬੰਧਕ ਰੱਖੇ। ਉਹ ਕੋਈ ਨਾਮ ਮੈਨੂੰ ਆਇਓ ਹਾਂਜੀ ਪ੍ਰਧਾਨ ਕਹਿਣਾ ਹੀ ਨਹੀਂ ਗਏ ਝਾੜੂਦਾਰ ਕਰੋ, ਮੈਂ ਤਾਂ ਸੇਵਾ ਕਰਦਾ। ਇਹ ਬਾਬਾ ਜੀ ਆਪਾਂ ਇਹ ਜੇ ਫਿਰ ਵੀ ਖੁਸ਼ੀ ਮਿਲਦੀ ਨਾ ਮੈਂ ਬਿਲਕੁਲ ਭਾਜੀ ਨੂੰ ਕਿਹਾ ਅਦਾਲਤ ਵਿੱਚ ਕਿਸੇ ਜੱਜ ਨੂੰ ਗੱਲ ਕਹਿਣੀ ਹੋਵੇ ਨਾ ਤਾਂ ਉਹਦੇ ਨਿੱਕਾ ਸਟੈਨੋ ਫੜਾ, ਉਹਨੂੰ ਗੱਲ ਕਹੋਗੇ, ਉਹ ਚੱਕ ਜੱਜ ਨੂੰ ਕਹਿੰਦਾ। ਤੁਸੀਂ ਗੁਰੂ ਘਰ ਦੇ ਵਜ਼ੀਰ ਤੋਂ ਅਰਦਾਸ ਕਰਾਓਗੇ ਨਾ, ਗੁਰੂ ਘਰ ਦੇ ਵਜ਼ੀਰ ਤੇ ਗੁਰੂ ਮਹਾਰਾਜ ਨੇ ਅਰਦਾਸ ਸੁਣਨੀ ਆ। 500 ਹੁਣ 1100 ਜੇ ਘਰ 'ਚ ਕਰਨਾ ਜਾ ਕੇ ਹੁਣ 1100 ਕੀਤੀ ਹੈ। ਜੇ ਗੁਰਦੁਆਰੇ ਕਰਨਾ ਤਾਂ ਹੁਣ ਜੀ ਇੱਥੇ ਨਹੀਂ ਹੁਣ 1100 ਕਰਤੀ ਹੈ ਗੁਰਦੁਆਰੇ ਚ। ਪਹਿਲੇ ਤੁਹਾਨੂੰ ਦੱਸਦੇ ਆ, ਮੈਂ ਅਸੀਂ ਨਾ ਇੱਥੇ ਮਹੱਲੇ ਜਗ੍ਹਾ ਮੇਰੀ ਪਾਠ ਕਰੀਦਾ ਸੁਣੀਦਾ ਦਾ, ਉਹ ਘਰ ਦੇ ਨਾ ਭੇਟਾ ਸਾਡੀ ਜੇਬ 'ਚ ਚੋਰੀ ਪਾਉਂਦੇ ਸੀ, ਇਹਨਾਂ ਤੋਂ ਪੁੱਛ ਕੇ ਦਿੰਦਾ। ਪਤਾ ਕਦੋਂ ਇਹ 600 ਰੁਪਏ ਕੱਢ ਦਿੰਦੇ, ਵਿੱਚੋਂ 500 ਦਿੰਦੇ ਗ੍ਰਾਂਤੀ ਨੂੰ। ਉਹ ਕਿੱਦਾਂ ਕੱਢੀ ਯਾਰ ਫਿਰ ਤੁਹਾਡਾ ਸਭ ਕੁਝ ਕਹਿੰਦੇ ਬਲਦੇਵ ਸਿੰਘ ਉਹਦਾ ਬਲਦੇਵ ਸਿੰਘ ਜਿਹਨਾਂ ਨੇ 1100 ਰੁਪਇਆ ਭੇਟਾ ਰੱਖੀ, ਇਹਨਾਂ ਨੇ 500 ਰੁਪਏ ਦਿੱਤਾ, 600 ਰੁਪਇਆ ਆਪਣੀ ਬਹਾਦਰੀਆਂ ਚੱਲਦੀਆਂ। ਕੋਈ ਗੱਲ ਨਹੀਂ, ਇਹ ਜਿਹੜੀ ਭੇਟਾ ਚੱਲਦੀ ਆ ਨਾ, ਫਿਰ ਹੋਰ ਸੁਣੋ, ਇੱਥੇ ਨੰਬਰ ਸੀਗਾ ਇਹ ਬਾਣੀ ਦੀ ਭੇਟਾ ਨਹੀਂ ਹੁੰਦੀ, ਇਹ ਹੁੰਦੀ ਆ ਗ੍ਰੰਥੀ ਸਾਹਿਬ ਦੇ ਸਾਹਮਣੇ ਦੀ ਭੇਟਾ। ਬਾਣੀ ਦਾ ਇੱਕ ਅੱਖਰ ਦਾ ਮੁੱਲ ਨਹੀਂ ਤਾਰ ਸਕਦੇ, ਦੇ ਨਹੀਂ ਸਕਦੇ। ਇਹਦਾ ਗ੍ਰੰਥੀ ਸਾਹਿਬ ਨੇ ਆਪਣਾ ਟਾਈਮ ਕੱਢ ਕੇ ਸਾਨੂੰ ਬਾਣੀ ਸੁਣਾਉਣੀ ਆ, ਇਹ ਉਹਦਾ ਟਾਈਮ ਦਾ ਮੁੱਲ ਆ, ਬਾਣੀ ਦਾ ਨਹੀਂ। ਹਾਂ, ਪਰ ਅਸੀਂ ਹੁਣ ਜੋੜਦਾ ਬਾਣੀ ਨਾਲ, ਬਾਣੀ ਨਾਲ ਜੋੜਦੇ ਆ। ਤੇ ਸਾਡੀ ਜਿਹੜੀ ਇਹ ਸੋਚ ਆ, ਇਹ ਪੈਸੇ ਪ੍ਰਤੀ ਹੋ ਗਈ। ਅੱਜ ਤੋਂ ਸਿਆਣੇ ਬਜ਼ੁਰਗ ਬੈਠੇ ਆ, 25-30 ਸਾਲ ਪਹਿਲਾਂ ਨਾ ਗੁਰੂ ਘਰ ਸਾਡੇ ਗੋਲਕਾਂ ਨਹੀਂ ਸੀ ਹੁੰਦੀਆਂ। ਖਾਲਸਾ ਜੀ ਇੱਕ ਮਿੰਟ ਬਾਬਾ ਜੀ, ਗੋਲਕਾਂ ਨਹੀਂ ਸੀ ਹੁੰਦੀਆਂ ਗੁਰੂ ਘਰ ਨਹੀਂ ਹੁੰਦੀਆਂ, ਉਦੋਂ ਪ੍ਰਧਾਨਗੀ ਦਾ ਰੌਲਾ ਨਹੀਂ ਸੀ ਹੁੰਦਾ। ਉਦੋਂ ਸਭ ਕੁਝ ਜੋ ਬਣ ਗਿਆ ਜੁੜ ਗਿਆ ਗ੍ਰੰਥੀ ਦਾ ਨਹੀਂ। ਗ੍ਰੰਥੀ ਵੀ ਪੂਰੇ ਇਮਾਨਦਾਰ ਹੁੰਦੇ ਸੀ, ਠੀਕ ਆ। ਪ੍ਰਧਾਨਗੀ ਕਿਸੇ ਨੂੰ ਕਹਿੰਦੀ ਚਾਬੀ ਲਗਾ ਤੂੰ, ਜਦੋਂ ਭਰਾ ਕਾਹਨੂੰ ਕਿਸੇ ਕੰਮ ਤੋਂ ਛੱਡ ਦੇ। ਤੇ ਹੁਣ ਮਾਫ ਕਰਿਓ, ਗੱਲ ਕਹਿਣ ਲੱਗਾ, ਅਕਾਲ ਤਖਤ ਵੀ ਪ੍ਰਧਾਨ ਦੀਆਂ ਵੋਟਾਂ ਪੈਂਦੀਆਂ, ਕਿਉਂ ਵੋਟਾਂ ਪੈਂਦੀਆਂ, ਪੈਸਾ ਵੰਡ ਹੁੰਦਾ ਜਾਂ ਕੁਝ ਹੋਰ ਪਦਾਰਥ ਵੰਡ ਹੁੰਦੇ ਆ, ਉਹ ਪੈਸੇ ਕਰਕੇ ਵੰਡ ਹੁੰਦੇ ਆ, ਨਾ ਕਿ ਸੇਵਾ ਵਾਸਤੇ ਵੰਡ ਹੁੰਦੇ ਆ। ਜਿਹਨੂੰ ਸੇਵਾ ਕਰਦੀ ਨਾ ਉਹਦੀ ਲੋੜ ਨਹੀਂ ਹੈ। ਖਾਲਸਾ ਜੀ ਇੱਕ ਵਾਰ ਆਨੰਦਗਾਰ ਸੀ, ਇੱਥੇ ਬਹੁਤ ਗਰੀਬ ਸੀ, ਓੜਕੋਟ ਤੋਂ ਇਹ ਮੇਰੇ ਬ੍ਰਦਰ ਆ ਜੀ। ਚਲੋ ਕੋਈ ਇੱਕ ਗੱਲ ਬਾਜੀ ਅਸੀਂ ਨਾ ਬਾਬਾ ਜੀ ਕੋਲੋਂ 1100 ਰੁਪਏ ਪਤਾ ਕਿਤੇ ਆਪਾਂ ਗਰੀਬ ਭਾਜੀ ਗਰੀਬ ਪਰਿਵਾਰ ਸੀਗਾ ਉਹ, ਤੇ ਆਪਾਂ ਕਿਹਾ ਚਲੋ ਅਸੀਂ ਪੈਸੇ ਲੈ ਕੇ ਨਹੀਂ ਆਨੰਦਗਾਰ ਕਰਦੇ, ਕੋਈ ਨਹੀਂ ਤੁਹਾਡਾ ਸੇਵਾ ਕਰਦਾ, ਅਸੀਂ ਨਹੀਂ ਸਾਰੇ ਪੈਸੇ ਕਮਾਈਦੇ ਸੀ ਨਾ, ਦੇਈਦੇ ਹੀ ਆ। ਜਿੱਥੇ ਲੈਣੇ ਗਰੀਬ ਸੀ ਵਿਚਾਰੇ, ਉਹਨੇ 10 ਬੰਦੇ ਨੇ ਆਉਣਾ ਸੀਗਾ ਜੀ। ਕੁੜੀ ਦਾ ਮੇਰੇ ਖਿਆਲ 'ਚ ਦੂਜਾ ਕਿ ਤੀਜਾ ਵਿਆਹ ਸੀਗਾ, ਬਹੁਤ ਜ਼ਿਆਦਾ ਗਰੀਬ ਸੀਗਾ ਭਾਜੀ, ਪਹਿਲਾਂ ਕਰਨਾ ਲੱਗ ਗਿਆ ਸੀ ਉਹਨਾਂ ਦਾ।
ਤੇ ਉਹ ਆਏ ਇੱਥੇ ਤੇ ਏੜੀਏ ਕਹਿੰਦੇ ਅਸੀਂ ਨਹੀਂ ਕਰਨਾ, ਸਾਨੂੰ ਗੁਰਦੁਆਰੇ ਕਹਿੰਦੇ ਕੀ ਫਾਇਦਾ ਹੁਣ, ਅਸੀਂ ਨਹੀਂ ਕਿਸੇ ਆਨੰਦ ਕਰਨਾ। ਤਾਂ 10 ਵਾਰੀ ਅੱਗੇ ਸੁਣਿਓ, ਅੱਗੇ ਸੁਣਿਓ ਕਹਿੰਦੇ ਨਹੀਂ ਕਰਨਾ ਭਾਜੀ ਅਸੀਂ ਆਪਾਂ ਕੀ ਕਰਨਾ ਹੈ, ਕੋਲੋਂ 1100 ਰੁਪਏ ਉਹਨਾਂ ਦਿੱਤਾ, ਇਹਨਾਂ ਨੂੰ ਢੇਡਾ 1100 ਰੁਪਏ ਆਪਾਂ ਤੁਹਾਨੂੰ ਭੇਜੂਗੀ, ਤੁਸੀਂ ਪਰ ਆਨੰਦ ਕਰਨ ਦਾ ਫੋਨ ਦਿਓ ਗਰੀਬ ਪਰਿਵਾਰ ਆ। ਬਈ ਤੁਹਾਨੂੰ ਪਤਾ ਹੋਵੇਗਾ ਮਹਾਰਾਜ ਤੇਗ ਬਹਾਦਰ ਸਾਹਿਬ ਤੁਹਾਨੂੰ ਭਰਾਵਾਂ ਨੂੰ ਪਤਾ ਨਹੀਂ ਆਪਾਂ ਨੂੰ ਨਹੀਂ ਪਤਾ ਹੋਇਆ ਨਵੇਂ ਸ਼ਹਿਰ ਨੂੰ ਅਸੀਂ ਕਿਹੜੇ ਪਰਿਵਾਰ ਨੂੰ ਕੋਈ ਨਹੀਂ ਮੈਂਬਰ ਹੈ ਆ ਸਿੰਘਾਂ ਦੀ ਸ਼ਰਮ ਕਰ ਲਾ ਕੋਈ ਤੇਰਾ ਤਰੀਕੇ ਨਾਲ ਬੋਲਣਾ ਤੇ ਸ਼ਰਮ ਕਰ ਲਓ, ਤੁਸੀਂ ਵੀ ਕਰ ਲਓ ਸਾਨੂੰ ਕੋਲ ਨਹੀਂ ਕਈ ਕੰਮ ਨਿਬੜਦਾ ਕਿ ਤੂੰ ਤਰੀਕੇ ਨਾਲ ਬੋਲ ਨਾ ਜ਼ਿਆਦਾ ਸਾਡੇ ਨਾਲ ਲੋਕਡਾਊਨ ਹੋਇਆ ਜਦੋਂ ਪਿੱਛੇ ਦੇ ਬਹੁਤ ਜ਼ਿਆਦਾ ਕੰਮ ਆ ਰਹੇ ਸੀ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨਵੇਂ ਸ਼ਹਿਰ ਦੇ ਗੱਲ ਲੱਗਿਆ ਤੇ ਉਹਨੂੰ ਨਿਬੜਦੇ ਹੀ ਨਹੀਂ ਸਭ ਤੋਂ ਪਹਿਲਾਂ ਅੱਛਾ ਸਾਡੇ ਡੇਲੀਆਂ ਮੈਨੂੰ ਨਾ ਕੱਢ ਦੱਸ ਡੇਲੀਆਂ ਤੋਂ ਤੁਸੀਂ ਕੱਢਦੇ ਮੈਨੂੰ ਮੈਂ ਵੀ ਤੈਨੂੰ ਬੋਲੇ ਮੈਂ ਤੈਨੂੰ ਕਹਿੰਦਾ ਇਹਨਾਂ ਦੀ ਸੁਣ ਮੈਂ ਬੋਲਿਆ ਨਹੀਂ ਇੱਧਰ ਹੁਣ ਆ ਇੱਧਰ ਕਰ ਛੱਡ ਦੇ ਕਰ ਛੱਡ ਆਪਾਂ ਵਾਹਿਗੁਰੂ ਜੀ ਗੁਰੂ ਘਰ ਇਸੇ ਕਰਕੇ ਬਿਠਾਈਦਾ ਆ ਕਿ ਆਪਣੇ ਖੂਨ ਥੋੜਾ ਸਿੱਧਾ ਰੱਖ ਲਓ। ਅਬੂ ਸਾਰੇ ਚੁੱਪ ਕੀਤੇ ਚੁੱਪ ਕਰੋ ਬੇਨਤੀ ਸੁਣਿਓ। ਲੋਕਡਾਊਨ ਲੱਗਾ ਜੀ ਬਹੁਤ ਹੀ ਜ਼ਿਆਦਾ ਜਿਹੜੇ ਗਰੀਬ ਪਰਿਵਾਰ ਆ ਤੇ ਜਿਨ੍ਹਾਂ ਕੋਲ 4 ਪੈਸੇ ਬੈਂਕ ਚ ਪਏ ਆ ਉਹਨਾਂ ਦਾ ਗੁਜ਼ਾਰਾ ਹੋ ਰਿਹਾ, ਪਰ ਜਿਹੜੇ ਬੰਦੇ ਨੇ ਰੋਜ਼ ਖੂਹ ਕੱਢਣਾ ਰੋਜ਼ ਪਾਣੀ ਪੀਣਾ ਉਹਦੇ ਵਾਸਤੇ ਬੜਾ ਔਖਾ ਹੋਇਆ। ਜੀ ਮੈਂ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਾਂ ਠੀਕ ਆ ਜੋ ਵੀ ਗਰੀਬ ਬੰਦੇ ਦਾ ਭਲਾ ਕਰਨਾ ਚਾਹੀਦਾ ਨਾ। ਇਹ ਸਾਡੀ ਸੰਸਥਾ ਹੁਣ ਵੀ ਜੀ ਜਿੱਦਾਂ ਤੁਹਾਡੇ ਘਰ ਕੱਪੜੇ ਪਏ ਪੁਰਾਣੇ, ਸਾਡੇ ਵਾਸਤੇ ਤਾਂ ਪੁਰਾਣੇ ਹੈ ਜੀ, ਗਰੀਬ ਬੰਦੇ ਵਾਸਤੇ ਪੁਰਾਣੇ ਕੱਪੜੇ ਵੀ ਨਵੇਂ ਦੇ ਬਰਾਬਰ। ਅਸੀਂ ਨਾਲ ਅਸਰ ਚ ਪਹੁੰਚਦੇ ਕਰਦੇ ਹਾਂ ਜੀ। ਸਾਡੇ ਬੰਦੇ ਆਉਂਦੇ ਆ ਪੁਰਾਣੇ ਕੱਪੜੇ ਲੈ ਕੇ ਜ਼ਰੂਰਤਮੰਦ ਲੈ ਜਾਂਦੇ ਆ, ਦੇ ਜਾਂਦੇ ਆ, ਇਹ ਸਾਰਾ ਕੰਮ ਸਾਡਾ। ਗਰੀਬ ਘਰ ਦੀ ਕੁੜੀ ਜਿਹੜੀ ਤੰਗ ਆ, ਸਹੁਰੇ ਤੰਗ ਕਰਦੇ ਆ, ਸਾਡੇ ਸੰਸਥਾ ਦੀ ਕੋਲ ਕਰ ਸਕਦੇ ਆ ਜੀ। ਕੋਈ ਵੀ ਕਾਰਨ ਹੋਵੇ ਜਿਹਦਾ ਮਨ ਸਾਡੀ ਸੰਸਥਾ ਕੋਲ ਕਰ ਸਕਦੇ। ਪਰ ਘਰੇਲੂ ਕੰਮ ਦੇ ਵਿੱਚ ਸਾਨੂੰ ਪਤਾ ਹੈ ਜੋ ਭਰਾਵਾਂ ਦੀ ਲੜਾਈ ਹੋਵੇ ਉਹ ਕੰਮ ਨਹੀਂ। ਪੜ੍ਹ ਕੇ ਸੁਣਾ ਦਿਓ ਸਾਰਿਆਂ ਨੂੰ, ਪੜ੍ਹ ਕੇ ਸੁਣਾ ਦਿਓ ਬੜੇ ਪੜ੍ਹ ਲਓ ਪੜ੍ਹ ਲੈਂਦੇ ਭਾਈ ਸਾਹਿਬ। ਪੜ੍ਹ ਕੇ ਸੁਣਾ ਦਿਓ ਸਾਰਿਆਂ ਨੂੰ, ਸਾਰੇ ਇੱਕ ਦੂਜੇ ਪੜ੍ਹ ਕੇ ਸੁਣਾ ਦਿਓ, ਸਾਰੇ ਸੁਣਾ ਦਿਓ। ਹਾਂ ਇਸ ਤੋਂ ਬਾਅਦ ਨੂੰ ਬਾਅਦ ਪੜ੍ਹ ਸਾਰੇ ਨਾਲ ਸੁਣਾਣਾ ਮੇਨ ਸਾਂਚੀ ਨਾ ਰੋ ਦੀ ਕੋਈ ਗੱਲ ਨਹੀਂ ਗੁਰੂ ਘਰ ਕਰਨੀ ਸੇਵਾ ਜੀ। ਸੁਣਾ ਦੀ ਕਿਰਪਾ ਕਰਦੇ ਤਾਂ ਗੁਰੂ ਘਰ ਦੀ ਚੜ੍ਹਦੀ ਕਲਾ ਕਰਨੀ ਇਹਦੀ ਗੱਲ ਥੋੜੀ ਕਰਨੀ। ਬਿਲਕੁਲ ਜੀ ਸਾਡਾ ਮਨ ਨੀਵਾ ਸੋਚ ਵਧੀਆ ਹੋਣੀ ਚਾਹੀਦੀ। ਆ ਫਿਰ ਤੋਂ ਮੁੰਡੇ ਦਾ ਫਿਰ ਵੀ ਚਲੇ ਇਹ ਸਾਡੇ ਕੋਲ ਰਹਿਣਾ ਸਾਡੇ ਕੋਲ ਨਹੀਂ ਜਾਣਾ। ਇਹ ਅਸੀਂ ਕਿਸੇ ਨੂੰ ਕਾਗਜ਼ ਨਹੀਂ ਦੇਣਾ, ਸਾਡੀ ਸਰਕਾਰ ਹਾਜ਼ਰ ਸੀ ਉਸ ਟਾਈਮ ਤੇ ਨਾ ਇਹ ਵੀ ਹੋਊਗੀ। ਜੇ ਸਾਡਾ ਅੱਜ ਫੈਸਲਾ ਹੁੰਦਾ ਸਾਡੇ ਕੋਲ ਰਿਕਾਰਡ ਰਹੂਗਾ, ਸਾਨੂੰ ਉਹ ਤੇ ਕਰ ਸਕਦੇ ਖਰਾਬ ਵੀ ਆਹ ਤੇ ਕਰ ਸਕਦੇ ਆ, ਫਿਰ ਅਸੀਂ ਨਾ ਹੀ ਹੋਵੇ ਨਾ ਹੀ ਹੋਵੇ ਸਿੱਧੀ ਗੱਲ ਪਾ ਕਿਉਂਕਿ ਅਸੀਂ ਰਾਜੀ ਅਸੀਂ ਕਰਦੇ ਨਹੀਂ ਜੀ, ਇਹ ਗੱਲ ਕਰਦੇ ਨਹੀਂ। ਪੁੱਛੋ ਇੱਕ ਨਾ ਚਲੇ ਤਾਂ ਬੋਲੇ ਵੀ ਨਹੀਂ ਗਏ। ਤੇ ਬੜਾ ਵਧੀਆ ਕੰਮ ਚੱਲਦਾ ਰਿਹਾ ਹੁਣ ਤਾਂ ਅਸੀਂ ਲੰਗਰ ਦੀ ਸੇਵਾ ਵੀ ਅੱਛੀ ਕਰਦੇ ਆ ਜੀ। ਗੱਲ ਪਤਾ ਕਦੋਂ ਹੁੰਦੀ ਆ ਜਦੋਂ ਤੁਸੀਂ ਕਿਸੇ ਬੰਦੇ ਵਿੱਚ ਮਾਰ ਕੇ ਨਾਲ ਸਾਡੇ ਦੋਨਾਂ ਧਿਰਾਂ ਵਿੱਚੋਂ ਕੋਈ ਵੀ ਉਹਦੀ ਗੱਲ ਦੋਨਾਂ ਤਰ੍ਹਾਂ ਨਾਲ ਕਬੀਰ ਜੀ ਕੋਲ ਪੜ੍ਹ ਕੇ ਸੁਣਾ ਦਿਓ। ਕੋਈ ਵੀ ਧਰ ਜੇਕਰ ਕੋਈ ਵੀ ਧਰ ਵਧੀਕੀ ਕਰਦੀ ਪਹਿਲ ਕਰਦੀ ਹੈ ਤਾਂ ਸੰਸਥਾ ਕਾਨੂੰਨੀ ਕਾਰਵਾਈ ਕਰੇਗੀ। ਇਹ ਫੈਸਲਾ ਦੋਨਾਂ ਤਰ੍ਹਾਂ ਨੂੰ ਮਨਜ਼ੂਰ ਹੈ। ਪੜ੍ਹ ਕੇ ਸੁਣਾ ਦਿਓ ਬਾਬਾ ਸਾਰਾ ਪੜ੍ਹ ਕੇ ਸੁਣਾ ਦਿਓ। ਚਲੋ ਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਮਸਲਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਉਮਰ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ
ਗੁਰਦੁਆਰਾ ਮਰਿਆਦਾ ਬਹਾਲ ਸਤਿਕਾਰ ਕਮੇਟੀ ਕੋਲ ਇਹ ਆਇਆ ਸੀ, ਉਹ ਅੱਜ ਦੋਨਾਂ ਧਿਰਾਂ ਨੂੰ ਬਿਠਾ ਕੇ ਦੋਨਾਂ ਦੀ ਰਜਾਮੰਦੀ ਦੇ ਨਾਲ ਇਹ ਫੈਸਲਾ ਕਰਵਾਇਆ ਗਿਆ ਔਰ ਦੋਨਾਂ ਧਿਰਾਂ ਨੇ ਇਹ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਬੜੀ ਹੀ ਸੁਚੱਜੇ ਤੇ ਢੰਗ ਦੇ ਨਾਲ ਗੁਰੂ ਮਹਾਰਾਜ ਦੀ ਸੇਵਾ ਸਤਿਕਾਰ ਅਦਬ ਕਰਨਗੇ। ਜੋ ਇਹ ਅੱਜ ਫੈਸਲਾ ਲਿਖਿਆ ਗਿਆ, ਅੱਜ ਮਿਤੀ 24 ਫਰਵਰੀ 2021 ਨੂੰ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ ਉੜਮੋ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਫੈਸਲਾ ਗੁਰਦੁਆਰਾ ਮਰਿਆਦਾ ਬਹਾਲ ਕਮੇਟੀ ਨੇ ਇਹ ਫੈਸਲਾ ਦੋਨਾਂ ਧਿਰਾਂ ਨੂੰ ਜੋ ਸਰਦਾਰ ਮਲੂਕ ਸਿੰਘ ਅਤੇ ਉਹਨਾਂ ਦੇ ਪੁੱਤਰ ਸੁਰਿੰਦਰਪਾਲ ਸਿੰਘ ਜੋ ਪੁਲਿਸ ਵਿੱਚ ਹਨ ਅਤੇ ਭਜਨ ਸਿੰਘ ਨੇ ਗ੍ਰੰਥੀ ਸਿੰਘ ਜੋਤ ਸਿੰਘ ਨੂੰ ਗਾਲੀ ਗਲੋਚ ਅਤੇ ਜਾਤੀ ਸੂਚਕ ਸ਼ਬਦ ਬੋਲੇ ਸਨ। ਅੱਜ ਇਹਨਾਂ ਤਿੰਨਾਂ ਨੇ ਗੁਰੂ ਮਹਾਰਾਜ ਅਤੇ ਗ੍ਰੰਥੀ ਜੋਤ ਸਿੰਘ ਕੋਲੋਂ ਮਾਫੀ ਮੰਗੀ। ਬੋਲੇ ਸੋ ਨਿਹਾਲ। ਭਾਈ ਸਾਹਿਬ ਜੀ ਸੰਗਤ ਦੀ ਗੱਲ ਹੈ, ਤੁਸੀਂ ਵੀ ਜੇ ਆਉਂਦੇ ਜਾਂਦੇ ਫਤਿਹ ਪਲਾ ਕੇ ਇਸ ਤੋਂ ਵੱਧ ਕੋਈ ਗੱਲ ਮੈਂ ਸਤਿਕਾਰ ਕਰਦਾ ਜਿਹੜਾ ਬਸ ਪਤਾ ਕਿ ਹੁਣ ਤਾਜੀ ਦੀ ਫੇਰ ਗੱਲ ਇਹਨਾਂ ਲੈ ਵੀ ਇਸ ਚੀਜ਼ ਨੂੰ ਕਰਨੀ ਫਤਿਹ ਪਲਾਓ ਕੋਈ ਵੀ ਆਂਦਾ ਨਾ ਤੁਹਾਡਾ ਹੈਗਾ ਅੱਜ ਲੱਗ ਮੈਂ ਤਾਂ ਜੀ ਕੁਝ ਕਹਿੰਦਾ ਨਾ ਹੁਣ ਕਦੀ ਕਦੀ ਮਾੜਾ ਚੰਗਾ ਚਲੋ ਫਤਿਹ ਬੁਲਾਉਂਦੇ ਤੁਸੀਂ ਬਾਣੀ ਪੜ੍ਹਨਾ ਤਾਂ ਸਹਿਦਾ ਤੁਹਾਨੂੰ ਸਾਰਾ ਪਤਾ ਕਿ ਜਿਹੜੇ ਗੁਰਸਿੱਖ ਆਪਾਂ ਗੁਰੂ ਦਾ ਉਪਦੇਸ਼ ਲੋਕਾਂ ਤੱਕ ਪਹੁੰਚਾਉਣਾ ਆ ਤੇ ਗੁਰੂ ਦਾ ਉਪਦੇਸ਼ ਵੀ ਇਹੀ ਆ ਵੀ ਜੇ ਕੋਈ ਅਤੇ ਆਉਣ ਵਾਲੇ ਸਮੇਂ ਵਿੱਚ ਜੇਕਰ ਕੋਈ ਵੀ ਧਿਰ ਵਧੀਕੀ ਜਾਂ ਪਹਿਲ ਕਰਦੀ ਹੈ ਤਾਂ ਇਹ ਸੰਸਥਾ ਕਾਨੂੰਨੀ ਕਾਰਵਾਈ ਕਰਵਾਵੇਗੀ। ਇਹ ਫੈਸਲਾ ਦੋਨਾਂ ਧਿਰਾਂ ਨੂੰ ਮਨਜ਼ੂਰ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਾਬਾ ਜੀ ਟਾਂਡਾ ਰੋਡ 10 ਮਿੰਟ ਕਿੱਥੇ ਬਾਬਾ ਜੀ ਦਵਾਈ ਦਾ ਦੱਸੋ ਜਿਹੜੀ ਦਵਾਈ ਚੁੰਗੀ ਬਾਬਾ ਜੀ ਚੁੰਗੀ ਦੇ ਜਿਹੜੀ ਦਵਾਈ ਜੋ ਟੈਂਟ ਵਾਲੀ ਦੁਕਾਨ ਹੈ ਅੱਛਾ ਚੁੰਗੀ ਦੇ ਬਸ ਉੱਥੇ। ਤੇ ਇੱਕ ਸ਼ੂਗਰ ਦਾ ਬੂਟਾ ਮਿਲਦਾ ਜਿਹੜਾ ਇਸ ਟਾਈਮ ਐਮਾਜ਼ੋਨ ਤੋਂ 500 ਰੁਪਏ ਰੇਟ ਆ ਉਸ ਬੂਟੇ ਦਾ, ਉਹ ਵੀ ਸੰਸਥਾ ਵੱਲੋਂ ਦੀ ਸ਼ਿਕਾਇਤ ਸੇਵਾ ਤੇ ਉਹ ਜਿਹੜੀ ਦਵਾਈ ਵੀ ਆਪਣੀ ਡੀਐਮਸੀ ਜਾਂ ਸੀਐਮਸੀ ਕੋਈ ਪਰਚੀ ਹੈਗੀ 5000 ਦੀ 12000 10000 ਦੀ ਪਰਚੀ ਉਹ ਫ੍ਰੀ ਦਿੱਤੀ ਜਾਂਦੀ। ਜੇ ਤੁਸੀਂ ਸਾਡੀ ਸੰਸਥਾ ਦਾ ਕਾਰਡ ਬਣਾਉਂਦੇ ਹੋ ਤੇ ਫਿਰ ਉਹ ਹੋ ਗਈ ਸੰਗ ਦਾ ਗੱਲ। ਜੇ ਤੁਸੀਂ ਸਾਡੀ ਸੰਸਥਾ ਦਾ ਕਾਰਡ ਬਣਾਉਂਦੇ ਹੋ ਜਿਹੜੀ ਤੁਸੀਂ ਡੀਐਮਸੀ ਹੈ ਭਾਵੇਂ ਜਿਹੜਾ ਵੀ ਹਸਪੀਟਲ ਹੈ ਉਹ ਦਵਾਈ ਦੇ 1500 ਦੀ ਸਾਡੀ ਸੰਸਥਾ ਨਾਲ ਕੰਟੈਕਟ ਕਰੋਗੇ ਤੁਹਾਨੂੰ 500-600 ਰੁਪਏ ਮਿਲੇਗੀ। ਜਿਹੜਾ ਮਰਜ਼ੀ ਰਿਸਾਲਟ ਹੋਵੇ, ਜਿਹੜੀ ਮਰਜ਼ੀ ਕੰਪਨੀ ਹੋਵੇ, ਇਹ ਚੀਜ਼ ਦੀ ਸਹੂਲਤਾਂ। ਤੇ ਟਾਂਡੇ ਅਸੀਂ ਲੰਗਰ ਲਾਉਣਾ ਆ ਤੇ ਲੰਗਰ ਵੀ ਚੱਲਣਾ, ਉੱਥੇ ਫ੍ਰੀ ਕੈਂਪ ਵੀ ਲੱਗਣੇ ਜੇ, ਫ੍ਰੀ ਖੂਨਦਾਨ ਦਾ ਵੀ ਜੇ, ਤੇ ਬੂਟੇ ਵੀ ਵੰਡੇ ਜਾਣੇ ਤੇ ਫ੍ਰੀ ਦਵਾਈਆਂ ਵੰਡੀਆਂ ਜਾਣੀਆਂ। ਉਹ ਜਿਹੜਾ ਬੂਟਾ ਆ ਉਹ ਐਸੋਲਿਨ ਦਾ ਬੂਟਾ ਆ ਇਹ ਤੋਂ ਲੈ ਕੇ ਰਾਤੀ 11 ਵਜੇ ਤੱਕ। ਉਹਦੇ ਹੋਰ ਬੇਨਤੀ ਸਾਰੇ ਸਮੇਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਜਿੰਨੀ ਵੀ ਸਾਰੀ ਕਮੇਟੀ ਨਵੀਂ ਜਾਂ ਪੁਰਾਣੀ ਜਾਂ ਦੂਜੀ ਹੈ, ਅਸੀਂ ਮੈਂ ਤੇ ਕਿਸੇ ਦੀ ਨਾ ਚੋਰੀ ਕਰਨਾ, ਨਾ ਨਿੰਦਿਆ ਕਰਨਾ ਤੇ ਨਾ ਮੇਰੀ ਕੋਈ ਕਰੇ ਤੇ ਨਾ ਹੀ ਕੋਈ ਉਧਰ ਆਦਰ ਕਿਸੇ ਨੂੰ ਗੱਲ ਚੋਪ ਮਰਨਾ। ਨਹੀਂ ਬਸ ਇੱਥੇ ਗੱਲ ਸਥਾਪਾ ਜੀ ਹੋਣਾ ਕੋਈ ਕਰਨੀ ਨਹੀਂ, ਇਸ ਵਿਸ਼ੇ ਦਾ ਗੱਲ ਪੁੱਛਣਾ ਵੀ ਨਹੀਂ। ਬਾਕੀ ਕੀ ਗੱਲ ਹੋਈ ਜੇ ਸਾਨੂੰ ਮਹਾਰਾਜ ਲਿਆਏਗਾ